खालसा वाहिगुरू जी की फतेह। मैडम प्रभजोत होਰਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਹ ਵਰਕਸ਼ਾਪ ਆਰਗੇਨਾਈਜ਼ ਕਰਨ ਦੇ ਲਈ ਬੜਾ ਵੱਡਾ ਉਪਰਾਲਾ ਕੀਤਾ ਔਰ ਮੈਨੂੰ ਆਮੰਤਰਿਤ ਕੀਤਾ, ਇਨਵਾਈਟ ਕੀਤਾ। ਇਹ ਗੱਲ ਸਟੈਮਨੇ ਦੀ ਕਰ ਰਹੀ ਸੀ ਤੇ ਉਸ ਤੋਂ ਮੈਨੂੰ ਯਾਦ ਆਇਆ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਵੱਲੋਂ ਡਿਫਰੈਂਟ ਕੋਰਸਿਸ ਤਾਂ ਕਰਵਾ ਹੀ ਰਹੇ ਹਾਂ, ਜਿਵੇਂ BA ਆਨਰਸ ਇਨ ਗੁਰਮਤਿ ਸੰਗੀਤ, MA ਗੁਰਮਤਿ ਸੰਗੀਤ। ਇੱਕ ਅਸੀਂ ਆਨਲਾਈਨ ਕੋਰਸਿਸ ਵੀ ਸ਼ੁਰੂ ਕੀਤੇ ਨੇ, BA ਵਿਦ ਗੁਰਮਤਿ ਸੰਗੀਤ। ਉਹਦੇ ਵਿੱਚ ਤੁਸੀਂ ਘਰ ਬੈਠੇ ਕਿਸੇ ਵੀ ਵਿਦਿਆਰਥੀ ਨੂੰ 10+2 ਤੋਂ ਬਾਅਦ ਕਿਸੇ ਵੀ ਏਜ ਦੇ ਵਿਦਿਆਰਥੀ ਨੂੰ BA ਕਰਵਾ ਸਕਦੇ ਹੋ। ਇੱਕ ਸਬਜੈਕਟ ਉਹਦੇ ਵਿੱਚ ਗੁਰਮਤਿ ਸੰਗੀਤ ਦਾ ਹੋਏਗਾ, ਬਾਕੀ ਜਿਹੜੇ ਸਬਜੈਕਟ ਨੇ ਅੰਗਰੇਜ਼ੀ, ਪੰਜਾਬੀ ਹੋਵੇ, ਪੰਜਾਬੀ ਲਿਟਰੇਚਰ ਵੀ ਰੱਖ ਸਕਦਾ, ਹਿਸਟਰੀ, ਧਰਮ ਅਧਿਐਨ, ਕੋਈ ਵੀ ਸਬਜੈਕਟ ਉਹ ਰੱਖ ਕੇ ਬੜੀ ਈਜ਼ੀਲੀ, ਔਰ ਉਸ ਤੋਂ ਬਾਅਦ MA ਗੁਰਮਤਿ ਸੰਗੀਤ ਕਰ ਸਕਦਾ। ਉਹ ਵੀ ਆਨਲਾਈਨ ਆਪਣੀ ਡਿਊਰਿੰਗ ਸਰਵਿਸ ਵੀ ਤੁਸੀਂ ਕਰ ਸਕਦੇ ਹੋ। ਇੱਕ ਹੋਰ ਅਪਰਚੁਨਿਟੀ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਆਈ ਹੈ ਕਿ ਕੈਨੇਡਾ ਦੇ ਵਿੱਚ ਇੱਕ ਸੰਸਥਾ ਹੈ, ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼। ਅਤੇ ਮੈਂ ਚਾਹਾਂਗਾ ਕਿ ਚੀਫ ਖਾਲਸਾ ਦੀਵਾਨ ਵੀ ਅਗਰ ਉਹਨਾਂ ਨਾਲ MOU ਸਾਈਨ ਕਰ ਲਈ ਤਾਂ ਬੜੀ ਵਧੀਆ ਗੱਲ ਹੋਏਗੀ। ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼, ਉਹਨਾਂ ਵੱਲੋਂ ਅਸੀਂ ਇੱਕ ਡਿਪਲੋਮਾ, ਗੁਰਮਤਿ ਸੰਗੀਤ ਡਿਪਲੋਮਾ ਸ਼ੁਰੂ, ਗੁਰਮਤਿ ਮਿਊਜ਼ਿਕ ਡਿਪਲੋਮਾ ਦਾ ਨਾਂ ਰੱਖਿਆ। ਉਹ ਅਸੀਂ ਸ਼ੁਰੂ ਕੀਤਾ, ਗੁਰਮਤਿ ਮਿਊਜ਼ਿਕ ਡਿਪਲੋਮਾ। ਜਿਹੜੇ ਵਿਦਿਆਰਥੀ ਕੋਈ ਬਾਹਰ ਦੀ ਯੂਨੀਵਰਸਿਟੀ 'ਚ ਪੜ੍ਹਨ ਜਾਂਦੇ ਨੇ, ਉਹ ਲੱਖਾਂ ਰੁਪਏ ਦਿੰਦੇ ਨੇ ਵੀਜ਼ਾ ਲਵਾਉਣ ਦੇ ਲਈ ਜਾਂ ਲੈਟਰ ਲੈਣ ਲਈ। ਕਿੰਨੇ ਉਹਨਾਂ ਦੇ ਕੋਲੋਂ ਜਿਹੜੇ ਏਜੰਟਸ ਨੇ ਉਹਨਾਂ ਨੂੰ ਪੈਸੇ ਦਿੰਦੇ ਨੇ, ਕਾਲਜਸ ਨੂੰ ਦਿੰਦੇ ਨੇ। ਪਰ ਇਹ ਤੁਸੀਂ ਇੱਥੇ ਬੈਠੇ ਹੀ ਕੋਰਸਿਸ ਕਰ ਸਕਦੇ ਹੋ। 2-3 ਤਰ੍ਹਾਂ ਦੇ ਲੋਕਾਂ ਨੂੰ ਫਾਇਦਾ ਹੁੰਦਾ। ਇੱਕ ਤਾਂ ਜਿਹੜੇ ਬਾਹਰ ਕੋਈ ਪੁਆਇੰਟ ਬੇਸ ਉੱਤੇ PR ਲੈਣਾ ਚਾਹੁੰਦੇ ਨੇ, ਉਹਨਾਂ ਦੇ ਲਈ ਵੀ ਇੱਕ ਸਰਟੀਫਿਕੇਟ ਹੈ। PhD ਦੇ ਵੀ ਤੁਹਾਨੂੰ ਪਤਾ ਹੈ ਕਿ ਐਜੂਕੇਸ਼ਨ ਦੇ ਨੰਬਰ ਤਾਂ ਉਸ 'ਚ ਹੈ ਹੀ ਨੇ, ਪਰ ਅਗਰ ਬਾਹਰਲੀ ਯੂਨੀਵਰਸਿਟੀ ਤੋਂ ਤੁਸੀਂ ਕੋਈ ਕੋਰਸ ਕਰਦੇ ਹੋ ਤਾਂ ਉਸ ਦੇ ਸਪੈਸ਼ਲ ਨੰਬਰ ਕਹਿੰਦੇ ਹੁੰਦੇ ਨੇ। ਮੇਰੀ ਗੱਲ ਨੂੰ ਤੁਸੀਂ, ਮੈਂ ਤਾਂ ਗੁਰਮਤਿ ਸੰਗੀਤ ਦਾ ਬੰਦਾ, ਕੋਈ ਟਰੈਵਲ ਏਜੰਟ ਨਹੀਂ, ਇਸ ਨੂੰ ਅਥੈਂਟੀਕੇਟ ਕਰਨਾ ਫਰੋਮ ਐਨੀ ਇਮੀਗ੍ਰੇਸ਼ਨ ਸੈਂਟਰ ਔਰ ਐਨੀ ਇਮੀਗ੍ਰੇਸ਼ਨ ਅਫੀਸਰ। ਮੈਂ ਤਾਂ ਜਸਟ ਤੁਹਾਨੂੰ ਇਹ ਦੱਸਦਾ ਕਿ ਗੁਰਮਤਿ ਸੰਗੀਤ ਦੇ ਲਈ ਅਸੀਂ ਉਹ ਗੁਰਮਤਿ ਮਿਊਜ਼ਿਕ ਡਿਪਲੋਮਾ ਜਿਹੜਾ ਹੈ ਸ਼ੁਰੂ ਕੀਤਾ ਤਾਂ ਕਿ ਸਾਡੇ ਜਿਹੜੇ ਬੱਚੇ ਨੇ, ਖਾਸ ਤੌਰ 'ਤੇ ਕੀਰਤਨ ਸਿੱਖਣ ਵਾਲੇ, ਸੰਗੀਤ ਵਾਲੇ, ਉਹਨਾਂ ਨੂੰ ਇਸ ਦਾ ਲਾਭ ਹੋ ਸਕੇ ਔਰ ਉੱਧਰ ਜਾ ਕੇ ਵੈਲ ਸੈਟਲ ਹੋ ਸਕਣ। ਉਹ ਸਾਰੇ ਕੋਰਸਿਸ ਜਿਹੜੇ ਨੇ ਉਹ ਬਾਹਰ ਦੇ ਬੱਚੇ ਸਾਡੇ ਕੋਲੋਂ ਕਰ ਰਹੇ ਨੇ। ਪੋਸਟ ਸੈਕੰਡਰੀ ਸਟੂਡੈਂਟਸ ਦੇ ਲਈ ਇਹ ਬਣਾਇਆ ਬਿਟਵੀਨ ਯੂਨੀਵਰਸਿਟੀਜ਼, ਕਾਲਜਿਸ ਦੀ ਜਿਹੜੀ ਐਜੂਕੇਸ਼ਨ ਹੈ ਔਰ ਸਕੂਲ ਦੀ ਐਜੂਕੇਸ਼ਨ ਦੇ ਵਿੱਚ ਇੱਕ ਬ੍ਰਿਜ ਦਾ ਕੰਮ ਕਰਦਾ ਹੈ। 2 ਸਾਲ ਦਾ ਡਿਪਲੋਮਾ ਹੈ ਔਰ ਉਹਦੇ ਜਿਹੜੇ ਨੇ 4 ਸਮੈਸਟਰ, 4 ਕੋਰਸਿਸ ਨੇ। ਇੱਕ ਕੋਰਸ ਦੇ ਵਿੱਚ ਅਸੀਂ ਪੂਰੇ 31 ਰਾਗ ਕਰਵਾਉਂਦੇ ਹਾਂ, 4 ਮਹੀਨੇ ਦਾ। ਹੁਣ ਤੁਸੀਂ ਕਹੋ 31 ਰਾਗ ਕਿਵੇਂ ਕਰਵਾ ਦਿੰਦੇ ਹੋ? ਅਸੀਂ 31 ਰਾਗਾਂ ਦੀ ਸਿਰਫ ਇੰਟਰੋਡਕਸ਼ਨ ਦਿੰਦੇ ਹਾਂ ਉਹਦੇ 'ਚ, ਔਰ ਸਾਡੀ ਸੈਟਰਡੇ ਨੂੰ ਕਲਾਸ ਹੁੰਦੀ ਹੈ ਔਰ ਇੱਕ ਕਲਾਸ ਸਾਡੀ 3 ਘੰਟੇ ਦੀ ਹੈ। ਤੋ ਉਹ ਸਟੈਮਨਾ ਦਾ ਉਸ ਕਰਕੇ ਵੀ ਬਣ ਜਾਂਦਾ ਹੈ। 3 ਘੰਟੇ ਬੋਲਣਾ ਆਨਲਾਈਨ ਆਪਣੇ ਆਪ ਦੇ ਵਿੱਚ ਕਾਫੀ ਹੈ ਔਰ ਉਹਦੇ ਲਈ ਤੁਹਾਨੂੰ ਪਰ ਤਿਆਰੀ ਕਰਨੀ ਪੈਂਦੀ ਹੈ। ਆਨਲਾਈਨ ਦੇ ਵਿੱਚ ਅਸੀਂ ਇਹ ਨਹੀਂ ਕਰ ਸਕਦੇ ਕਿ ਆਪਾਂ ਕੋਈ ਬਿਠਾ ਦਈਏ ਜਾਂ ਬੱਚਿਆਂ ਨੂੰ ਵੈਸੇ ਹੀ ਹੋਰ ਕੋਈ ਕਹਾਣੀਆਂ ਸੁਣਾ ਦਈਏ। ਤੁਹਾਨੂੰ ਨਾਲ ਆਪਣੇ ਸੋਰਸਿਸ ਵੀ ਦੇਣੇ ਪੈਂਦੇ ਨੇ, ਸਕਰੀਨ ਵੀ ਸ਼ੇਅਰ ਕਰਨੀ ਪੈਂਦੀ ਹੈ, ਐਵੀਡੈਂਸਿਸ ਵੀ ਦੇਣੇ ਪੈਂਦੇ ਨੇ। ਸੋ ਗੁਰਮਤਿ ਸੰਗੀਤ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਗਲੋਬਲ ਪੱਧਰ ਉੱਤੇ ਸਾਰੇ ਪਾਸੇ ਜਿਹੜੇ ਬੱਚੇ ਹੁਣ ਆਪਣੇ ਯਤੀਮਖਾਨੇ ਤੋਂ ਆਏ ਨੇ, ਅੰਗਰੇਜ਼ੀ 'ਚ ਨਾਮ ਤੁਸੀਂ ਲੈਂਦੇ ਹੋ ਪਰ ਇਹਦਾ ਐਕਚੁਅਲ ਜਿਹੜਾ ਨਾਮ ਹੈ ਬੜਾ ਮਿੱਠਾ ਹੈ। ਜਿਹੜਾ ਯਤੀਮਖਾਨਾ ਵੀ ਨਾਂ ਹੈ, ਮੈਨੂੰ ਤਾਂ ਬੜਾ ਅੱਛਾ ਲੱਗਦਾ ਕਿਉਂਕਿ ਉਸਨੇ ਬਹੁਤ ਸੰਸਥਾ ਨੇ ਬੜੇ ਵੱਡੇ ਨਾਮੀ ਰਾਗੀ ਜਿਹੜੇ ਨੇ ਉਹ ਪੈਦਾ ਕੀਤੇ ਨੇ। ਤੋ ਇਹਨਾਂ ਬੱਚਿਆਂ ਦੇ ਲਈ ਵੀ ਅੱਛੀ ਅਪਰਚੁਨਿਟੀ ਹੈ ਉਹ ਡਿਪਲੋਮਾ। ਔਰ ਅਗਰ ਜੇ ਕੋਈ ਪ੍ਰਬੰਧਕ ਮੇਰੀ ਗੱਲ ਸੁਣਦਾ ਹੋਵੇ ਤੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਬੱਚਿਆਂ ਨੂੰ ਵੀ ਉਹ ਗੁਰਮਤਿ ਮਿਊਜ਼ਿਕ ਡਿਪਲੋਮਾ ਕਰਾ ਦਿਓ ਤਾਂ ਕਿ ਜੇ ਕਦੇ ਬਾਹਰ ਜਾਣ ਤੋਂ ਪਹਿਲਾਂ ਹੀ ਇਹਨਾਂ ਕੋਲ ਉਹ ਐਜੂਕੇਸ਼ਨ ਉੱਥੋਂ ਦੀ ਹੋਵੇ ਅਤੇ ਇਹ ਵੈਲ ਸੈਟਲ ਹੋ ਸਕਣ। ਨਹੀਂ ਤਾਂ ਇੱਕ ਟੀਚਰ ਦੇ ਲਈ, ਅਗਰ ਇੱਕ ਟੀਚਰ ਕੋਈ ਗੁਰਮਤਿ ਸੰਗੀਤ ਪੜ੍ਹਾਉਣਾ ਚਾਹੁੰਦਾ ਤੇ ਉਹ ਇੱਥੇ ਵੀ ਪੜ੍ਹਾ ਸਕਦਾ, ਆਨਲਾਈਨ ਵੀ ਪੜ੍ਹਾ ਸਕਦਾ। ਔਰ ਆਨਲਾਈਨ ਬਹੁਤ ਸਾਰੇ ਦੇਸ਼ ਵਿਦੇਸ਼ ਦੇ ਬੱਚੇ ਗੁਰਮਤਿ ਸੰਗੀਤ ਸਿੱਖਣਾ ਚਾਹੁੰਦੇ ਨੇ। ਘਰ ਬੈਠੇ ਤੁਸੀਂ ਉਹਨਾਂ ਨੂੰ ਸਿਖਾ ਸਕਦੇ ਹੋ। ਉਹ ਬੜੇ ਗੁੱਡ ਪੇ ਮਾਸਟਰ ਨੇ ਔਰ ਤੁਹਾਨੂੰ ਅੱਛਾ ਪੇ ਕਰਨਗੇ। ਔਰ ਤੁਸੀਂ ਉਹ ਵੀ ਅਗਰ ਡਿਪਲੋਮਾ ਕਰ ਲਓਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਬਾਹਰਲੇ ਬੱਚਿਆਂ ਨੂੰ ਤੁਸੀਂ ਕਿਵੇਂ ਟੀਚ ਕਰਨਾ ਹੈ, ਕਿਉਂਕਿ ਇੱਥੋਂ ਦਾ ਐਜੂਕੇਸ਼ਨ ਪੜ੍ਹਾਉਣ ਦਾ ਸਿਸਟਮ ਥੋੜ੍ਹਾ ਹੋਰ ਹੈ ਅਤੇ ਬਾਹਰਲੇ ਐਜੂਕੇਸ਼ਨ ਦਾ ਜਿਹੜਾ ਸਿਸਟਮ ਹੈ ਥੋੜ੍ਹਾ ਜਿਹਾ ਫਰਕ ਹੈ ਅਤੇ ਜ਼ਿਆਦਾ ਕਮਿਟਮੈਂਟ ਨਾਲ ਔਰ ਜ਼ਿਆਦਾ ਕਲੈਰਿਟੀ ਨਾਲ, ਅਥੈਂਟਿਸਿਟੀ ਨਾਲ ਪੜ੍ਹਾਉਣਾ ਪੈਂਦਾ। ਬਾਕੀ ਲੈਂਗੁਏਜ ਤਾਂ ਤੁਹਾਨੂੰ ਪਤਾ ਹੀ ਹੈ ਕਿ ਇੰਗਲਿਸ਼ ਔਰ
ਪੰਜਾਬੀ ਦੋਨੋਂ ਲੈਂਗੁਏਜ ਦੇ ਵਿੱਚ ਸਾਨੂੰ ਪੜ੍ਹਾਉਣਾ ਪੈਂਦਾ ਤੇ ਸਾਡੇ ਜਿਹੜੇ ਨੋਟਸ ਨੇ ਉਹ ਵੀ ਸਾਡੇ ਸਾਰੇ ਅੰਗਰੇਜ਼ੀ ਵਿੱਚ ਹੁੰਦੇ ਨੇ। ਤੇ ਇਹ ਸਾਰੇ ਕੋਈ ਤਿਆਰੀ ਜੇ ਅਸੀਂ ਕਰਦੇ ਹਾਂ ਤਾਂ ਵੱਡੀ ਗੱਲ ਨਹੀਂ, ਸਾਡੇ ਤਾਂ 2-4 ਸੈਂਟੈਂਸ ਹੀ ਹੁੰਦੇ ਨੇ, ਬਾਕੀ ਤਾਂ ਆਪਾਂ ਗੁਰਮਤਿ ਸੰਗੀਤ ਹੀ ਸਿਖਾਉਣਾ ਹੁੰਦਾ, ਘਬਰਾਇਆ ਨਾ ਕਰੋ ਅੰਗਰੇਜ਼ੀ ਤੋਂ। ਇਸ ਕਰਕੇ ਸਾਰੇ ਹਿੰਮਤ ਮਾਰੋ ਔਰ ਗੁਰਮਤਿ ਸੰਗੀਤ ਨੂੰ ਹਰ ਲੈਂਗੁਏਜ ਵਿੱਚ, ਚਾਹੇ ਪੰਜਾਬੀ ਹੈ, ਹਿੰਦੀ ਹੈ, ਅੰਗਰੇਜ਼ੀ ਆ। ਜਿਹੜੀ ਸਿੱਖ ਮਿਊਜ਼ਿਕੋਲੋਜੀ ਕਿਤਾਬ ਹੈ, ਮੇਰੇ ਡਿਪਲੋਮਾ ਦੇ ਵਿਦਿਆਰਥੀ ਸੀ ਭਾਈ ਸਾਹਿਬ ਕਹਿੰਦੇ ਕਿ ਅਸੀਂ ਮੈਂ 10 ਬੈਚ ਤੁਹਾਨੂੰ ਭੇਜੇ ਨੇ, ਇਹਨਾਂ ਦਾ ਮੈਂ ਥੈਂਕਫੁਲ ਹਾਂ ਬਹੁਤ ਬਹੁਤ। ਸਰਦਾਰ ਹਾਂ ਦਰਸ਼ਨ ਦਿਓ, ਸਰਦਾਰ ਜਗਦੀਪ ਸਿੰਘ ਜੀ ਸਾਡੇ ਨਾਲ ਜੁੜੇ ਨੇ, ਖੁਦ ਵੀ ਇਹਨਾਂ ਨੇ ਕੀਤਾ ਬੋਲੇ ਸੋ ਨਿਹਾਲ। ਤੋਂ ਇਹਨਾਂ ਦਾ ਬਹੁਤ ਬਹੁਤ ਥੈਂਕਫੁਲ ਹੈ। ਇਹਨਾਂ ਨੂੰ ਮੈਂ ਕਿਹਾ ਕਿ ਹੁਣ ਅਸੀਂ ਆਹ ਵੀ ਕੋਰਸਿਸ ਕਰਾ ਰਹੇ ਹਾਂ, ਤਾਂ ਇਹਨਾਂ ਵਿੱਚ ਵੀ ਭਾਗ ਲਓ। ਇਸ ਤੋਂ ਇਲਾਵਾ ਅਸੀਂ ਹੋਰ 5-5 ਸਾਲਾਂ ਦੇ ਜਿਹੜੇ ਕੋਰਸਿਸ ਨੇ ਉਹ ਵੀ ਕਰਵਾ ਰਹੇ ਹਾਂ, ਤਾਂ ਕਿ ਇੱਕ ਅਸੀਂ ਕੋਰਸ ਜਿਹੜਾ ਹੈ ਬਿਲਕੁਲ 4 ਸਾਲ ਦੇ ਬੱਚੇ ਤੋਂ ਲੈ ਕੇ, ਜਿਹੜਾ ਕਿਉਂਕਿ ਸਾਡਾ ਗੁਰੂ ਘਰ ਦੇ ਨਾਲ ਗਹਿਰਾ ਨਾਤਾ ਹੈ। ਗੁਰੂ ਘਰਾਂ ਦੇ ਵਿੱਚ ਪਹਿਲਾਂ ਦੇਖੋ ਗੁਰਮੁਖੀ ਸਿਖਾਈ ਜਾਂਦੀ ਸੀ, ਔਰ ਉਹੀ ਸਾਰਾ ਸਿਸਟਮ ਹੁਣ ਬਾਹਰ ਦੇ ਗੁਰੂ ਘਰਾਂ ਵਿੱਚ ਹੈ ਕਿ ਉੱਥੇ ਨਾਲ ਖਾਲਸਾ ਸਕੂਲ ਉਹਨਾਂ ਨੇ ਬਣਾਏ ਹੋਏ ਨੇ, ਕਮਿਊਨਿਟੀ ਦੀ ਬਹੁਤ ਸੇਵਾ ਕਰ ਰਹੇ ਨੇ। ਅਸੀਂ ਸਿੱਖੀ ਦਾ ਪ੍ਰਚਾਰ ਜਿਹੜਾ ਹੈ ਇਕੱਲਾ ਰੋਜ਼ ਦਾ ਜਿਹੜਾ ਗੁਰੂ ਘਰ ਦੀ ਮਰਿਆਦਾ ਹੈ ਉਹਦੇ ਨਾਲ ਨਹੀਂ ਕਰ ਸਕਦੇ, ਸਾਨੂੰ ਗੁਰਮੁਖੀ ਵੀ ਸਿਖਾਉਣੀ ਪੈਂਦੀ ਹੈ ਆਪਣੇ ਬੱਚਿਆਂ ਨੂੰ। ਉਹਨਾਂ ਨੂੰ ਲੈਟਰਸ ਨਹੀਂ ਪਤਾ, ਊੜਾ ਆੜਾ ਈੜੀ ਸੱਸਾ ਨਹੀਂ ਪਤਾ, ਔਰ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪਾਠ 'ਤੇ ਲਿਆਉਂਦੇ ਹਾਂ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਗੁਰਮਤਿ ਸੰਗੀਤ 'ਤੇ ਲਿਆਉਂਦੇ ਹਾਂ। ਤਾਂ ਉਹਦੇ ਵੀ ਪਾਠਕ੍ਰਮ ਜਿਹੜੇ ਬਣਾਏ ਨੇ, ਬਹੁਤ ਪੈਸਾ ਔਰ ਬਹੁਤ ਸਰਮਾਇਆ ਖਰਚ ਰਹੇ ਨੇ ਸਿੱਖ ਆਪਣੇ ਬੱਚਿਆਂ ਦੇ ਲਈ ਬਾਹਰ। ਤਾਂ ਉੱਥੇ ਟੀਚਰਸ ਦੀ ਬਹੁਤ ਜ਼ਰੂਰਤ ਹੈ। ਹੁਣ ਟੀਚਰ ਦਾ ਇਹ ਨਹੀਂ ਕਿ ਸਾਰਿਆਂ ਨੇ ਵੀਜ਼ਾ ਲੈ ਕੇ ਜਾਣਾ, ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਆਨਲਾਈਨ ਸਟੱਡੀ ਵੀ ਕਰਾ ਸਕਦੇ ਹੋ। ਤਾਂ ਆਪਣੇ ਆਪ ਨੂੰ ਇਹਨਾਂ ਸਾਰੀਆਂ ਚੀਜ਼ਾਂ ਲਈ ਵੈਲ ਇਕੁਇਪ ਕਰੋ ਔਰ ਉਹਨਾਂ ਦੇ ਨਾਲ ਜੁੜੋ। ਬਹੁਤ ਸਾਰੇ ਟੀਚਰਾਂ ਦੀ ਜ਼ਰੂਰਤ ਹੈ, ਬਾਹਰ ਬਹੁਤ ਸਾਰੇ ਜਥਿਆਂ ਦੀ ਜ਼ਰੂਰਤ ਹੈ। ਮੇਰੇ ਪਿਆਰੇ ਪਿਛਲੇ ਬੱਚਿਓ ਜਿਹੜੇ ਬੈਠੇ ਹੋ, ਤੁਸੀਂ ਸਿੱਖ ਰਹੇ ਹੋ, ਆਪਣੇ ਆਪ ਨੂੰ ਸਮਰਪਿਤ ਕੀਤਾ ਹੈ, ਕੁੜਤੇ ਪਜਾਮੇ ਪਾਏ ਨੇ, ਸ੍ਰੀ ਸਾਹਿਬ ਸਜਾਈਆਂ ਹੋਈਆਂ ਨੇ ਤੁਸੀਂ, ਤਾਂ ਤੁਸੀਂ ਆਪਣਾ ਭਵਿੱਖ ਇਹ ਨਾ ਸਮਝੋ ਕਿ ਵੀ ਤੁਹਾਡਾ ਭਵਿੱਖ ਜਿਹੜਾ ਹੈ ਉਸ ਬਾਰੇ ਚਿੰਤਾ ਤੋਂ ਕਦੇ ਨਹੀਂ ਹੋਣਾ। ਤੁਸੀਂ ਗੁਰੂ ਦੇ ਲੜ ਲੱਗੇ ਹੋ ਤਾਂ ਗੁਰੂ ਨੇ ਤੁਹਾਡੇ ਲਈ ਸੁਨਹਿਰੀ ਭਵਿੱਖ ਜਿਹੜਾ ਹੈ, ਜਿਹੜਾ ਉਹ ਕਹਿੰਦੇ ਨਾ ਰੈੱਡ ਕਾਰਪੇਟ ਤੁਹਾਡੇ ਲਈ ਗੋਲਡਨ ਕਾਰਪੇਟ ਹੈ, ਔਰ ਉਹਦੇ ਵਿੱਚ ਬਾਬੇ ਦਾ ATM ਤੁਹਾਡੇ ਹੱਥ ਵਿੱਚ, ਜਿੱਥੇ ਮਰਜ਼ੀ ਮਾਰੋ ਔਰ ਤੁਹਾਡੇ ਲਈ ਆਨੰਦ ਹੀ ਆਨੰਦ ਹੈ। ਕਦੇ ਵੀ ਤੁਹਾਨੂੰ ਕੋਈ ਘਾਟਾ ਨਹੀਂ ਰਹਿਣਾ। ਕੀਰਤਨ ਪਰ ਅੱਛਾ ਸਿੱਖ ਲਓ, ਕੀਰਤਨ ਸਿੱਖੋ, ਗਤੀ ਰਾਗ ਸਿੱਖੋ, ਸ਼ੈਲੀਆਂ ਸਿੱਖੋ। ਇਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਤੇ ਉਹ ਕਿਸ ਲਈ ਕਰ ਰਹੇ ਹਾਂ, ਤਾਂ ਕਿ ਜਿਹੜੀ ਸਾਡੀ ਮਿਊਜ਼ਿਕ ਦੀ ਫੈਡਰਟੀ ਹੈ, ਸੰਗੀਤ ਦੇ ਵਾਲੇ ਬੰਦੇ ਹੋ, ਤੁਸੀਂ ਅਧਿਆਪਕ ਹੋ, ਸਾਡੇ ਵਿਦਿਆਰਥੀ ਹੋ, ਸਾਰੇ ਫਖਰ ਨਾਲ ਸਿਰ ਉੱਚਾ ਕਰੋ। ਸਾਨੂੰ ਇਹ ਚੀਜ਼ਾਂ ਜਿਹੜੀਆਂ ਨਹੀਂ ਮਿਲੀਆਂ, ਤੁਹਾਨੂੰ ਸ਼ਾਇਦ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਜਦੋਂ ਮਿਊਜ਼ਿਕ ਸਿੱਖਿਆ ਸੀ ਤਾਂ ਇੱਕ ਤਾਂ ਰਿਆਸਤਾਂ ਤੋਂ ਬਾਅਦ ਘਰਾਣੇ ਆਏ, ਘਰਾਣਿਆਂ ਵਾਲਿਆਂ ਦਾ ਸਿਖਾਉਂਦੇ ਨਹੀਂ ਸੀ ਘਰਾਣੇ ਵਾਲੇ, ਪਰ ਸਿੱਖਾਂ ਨੂੰ ਤਾਂ ਖਾਸ ਕਰਕੇ ਸਾਡੇ ਵਿੱਚੋਂ ਸਿਰਫ ਇੱਕੋ ਵਿਅਕਤੀ ਸੀ ਤਾਂ ਪਦਮ ਸ਼੍ਰੀ ਉਸਤਾਦ ਸੋਹਣ ਸਿੰਘ ਸੀ ਸਾਡੇ ਆਗਰਾ ਘਰਾਣਾ ਦੇ, ਜਿਨ੍ਹਾਂ ਨੇ ਮਸਾਂ ਮੁਸ਼ਕਿਲ ਨਾਲ ਜਾ ਕੇ ਉਸਤਾਦ ਫਿਆਜ਼ ਖਾਨ ਸਾਹਿਬ ਤੋਂ ਆਫਤਾਬ ਵਸੀਕੀ ਮੇਰੇ ਕੁਲੀਗ ਵੀ ਰਹੇ ਨੇ, ਮੇਰੇ ਬਹੁਤ ਅੱਛੇ ਵੱਡੇ ਮੇਰੇ ਮਿੱਤਰ ਰਹੇ ਨੇ, ਸਾਡੇ ਮਿਊਜ਼ਿਕ ਡਿਪਾਰਟਮੈਂਟ ਸੀਗੇ ਉੱਥੇ, ਔਰ ਉਹਨਾਂ 'ਤੇ ਮੈਂ ਕਿਤਾਬ ਵੀ ਲਿਖੀ ਹੈ, ਉਹਦਾ ਸੰਗ ਵੀ ਮਾਣਿਆ। ਤਾਂ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਆਗਰਾ ਘਰਾਣਾ ਦੀ ਗਾਇਕੀ ਸਿੱਖੀ ਸੀ ਔਰ ਉਹਨਾਂ ਨੂੰ ਪਦਮ ਸ਼੍ਰੀ ਮਿਲਿਆ ਸੀ। ਤਾਂ ਇਸ ਤਰ੍ਹਾਂ ਇਹ ਸਾਰਾ ਕੁਝ ਅਸੀਂ ਬੜੀ ਮੁਸ਼ਕਿਲ ਨਾਲ ਲਿਆ, ਔਰ ਮੈਂ ਚਾਹਾਂਗਾ ਕਿ ਹੁਣ ਤੁਹਾਡੇ ਲਈ ਰਸਤੇ ਬਹੁਤ ਸਾਫ਼ ਨੇ, ਪਰ ਮਿਹਨਤ ਥੋੜ੍ਹੀ ਜਿਹੀ ਆਪਾਂ ਕਰੀਏ। ਆਪਣੇ ਆਪ ਨੂੰ ਪਹਿਲੇ ਤਾਂ ਗੱਲ ਹੈ ਕੰਪਲੈਕਸ ਜਿਹੜਾ ਹੈ ਕਿ ਸ਼ਾਇਦ ਕੋਈ ਅਸੀਂ ਦੂਸਰੇ ਦਰਜੇ ਦੇ ਨਾਗਰਿਕ ਹਾਂ, ਟੀਚਰਾਂ ਨਾਲੋਂ ਅਸੀਂ ਦੂਸਰੇ ਦੇ, ਇਹ ਆਪਣੇ ਆਪ 'ਚੋਂ ਕੰਪਲੈਕਸ ਕੱਢੋ। ਤੁਸੀਂ ਨੰਬਰ 1 ਦੇ ਟੀਚਰ ਹੋ, ਤੁਸੀਂ ਬਲੈਸਡ ਹੋ, ਤੁਹਾਡੇ ਕੋਲ ਮਿਊਜ਼ਿਕ ਹੈ, ਤੁਹਾਡੇ ਕੋਲ ਗੁਰੂ ਦਾ ਸ਼ਬਦ ਹੈ, ਤੁਹਾਡੇ ਕੋਲ ਤਾਲੀਮ ਹੈ, ਤੁਹਾਡੇ ਕੋਲ ਸੁਰ ਹੈ, ਤੁਹਾਡੇ ਕੋਲ ਲੈਅ ਹੈ, ਔਰ ਤੁਸੀਂ ਬਾਕੀ ਟੀਚਰਸ ਨਾਲੋਂ ਬਹੁਤ ਅੱਗੇ ਹੋ ਗਿਆਨ ਦੇ ਪੱਧਰ ਦੇ ਉੱਤੇ ਵੀ। ਤੁਸੀਂ ਉਸ ਕਲਾ ਨੂੰ ਪ੍ਰਮੋਟ ਕਰ ਰਹੇ ਹੋ ਜਿਹੜੀ ਵਿਜ਼ੀਬਲ ਨਹੀਂ। ਅਗਰ ਰਾਗ ਦੀ ਗੱਲ ਕਰੀਏ, ਅਗਰ ਤਾਲ ਦੀ ਗੱਲ ਕਰੀਏ, ਜਿੱਥੇ ਮਰਜ਼ੀ ਬੈਠ ਜਾਓ, ਸਾਨੂੰ ਕਿਸੇ ਟੀਚਿੰਗ ਏਡ ਦੀ ਜ਼ਰੂਰਤ ਨਹੀਂ। ਸਾਡੇ ਤਾਂ ਹੱਥਾਂ ਦੇ ਵਿੱਚ ਹੈ, ਜਿਵੇਂ ਜਾਦੂਗਰ ਜਾਦੂ ਕਰਦਾ ਹੈ ਨਾ, ਇਸ ਤਰ੍ਹਾਂ ਮਿਊਜ਼ਿਕ ਵਾਲਾ ਵੀ ਕੀ ਕਰਦਾ ਹੈ, ਉਹ ਬੈਠਾ ਹੀ ਸਾਰਾ ਕੁਝ ਸਿਖਾ ਦਿੰਦਾ ਹੈ। ਸਾਰੇ ਗਾਮਾ ਹੈ, ਆਹ ਸਾਡੀ ਸਥਾਈ ਹੈ, ਸਾਡਾ ਅੰਤਰਾ ਹੈ, ਸਾਡਾ ਤਾਲ ਹੈ, ਇਹ ਜਾਦੂ ਹੀ ਹੈ ਨਾ ਇੱਕ ਕਿਸਮ ਦਾ। ਤਾਂ ਫਿਰ ਤੁਸੀਂ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਐਜੂਕੇਸ਼ਨ ਦੇ ਪੱਧਰ ਦੇ ਉੱਤੇ ਆਪਣੇ ਆਪ ਨੂੰ ਨਹੀਂ ਮੰਨਣਾ। ਔਰ ਫਿਰ ਅਗਰ ਤੁਹਾਡੇ ਕੋਲ ਗੁਰਮਤ ਔਰ ਸੰਗੀਤ ਜੇ ਦੋਹੇ ਨੇ ਤੁਹਾਡੇ ਕੋਲ, ਤਾਂ ਫਿਰ ਤਾਂ ਤੁਸੀਂ ਹੋਰ ਜ਼ਿਆਦਾ ਬਹੁਤ ਵੱਡੇ ਔਰ ਬਾਕੀ ਨਾਲੋਂ ਅਗਾਂਹ। ਹਾਂਜੀ ਭਾਜੀ, ਹਾਂ ਇਹ ਮੈਂ ਤੁਹਾਨੂੰ ਦੇ ਦਾਂਗਾ, ਰੱਖ ਦਿਓ, ਆ ਜਾਓ।
ਤਾਂ ਹੁਣ ਇਹ ਹੈ ਕਿ ਆਪਾਂ ਇਸ ਤੋਂ ਪਹਿਲਾਂ ਕਿ ਵੀ ਮੈਂ ਆਪਣੇ 31 ਰਾਗਾਂ ਬਾਰੇ ਗੱਲ ਕਰਕੇ ਜਾਂ ਗੁਰਮਤਿ ਸੰਗੀਤ ਬਾਰੇ ਗੱਲ ਕਰਕੇ ਮੈਂ ਚਲਾ ਜਾਵਾਂ, ਪਰ ਤੁਹਾਡੇ ਮਨ ਵਿੱਚ ਤੁਹਾਡੇ ਸਵਾਲ ਰਹਿ ਜਾਣ, ਔਰ ਫਿਰ ਜਦੋਂ ਤੁਸੀਂ ਮੈਨੂੰ ਸਵਾਲ ਪੁੱਛੋ ਤੇ ਪ੍ਰਭਜੋਤ ਜੀ ਕਹਿ ਦੇਣ ਕਿ ਜੀ ਨਹੀਂ ਜੀ ਹੁਣ ਤਾਂ ਸਮਾਂ ਬਹੁਤ ਹੋ ਗਿਆ ਤੇ ਆਪਾਂ ਹੁਣ ਚੱਲਦੇ ਹਾਂ, ਕਿਉਂਕਿ ਟੀਚਰਸ ਨੂੰ ਸਿਖਾਉਣਾ, ਸਿੱਖਣਾ, ਸੁਖਣਾ, ਬਿਠਾਉਣਾ, ਤੁਸੀਂ ਤੁਹਾਨੂੰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਆਏ ਹੋ, ਬੈਠੇ ਹੋ ਇੰਨੀ ਦੂਰੋਂ ਆਪਣੇ ਕੰਮ ਛੱਡ ਕੇ। ਮੈਂ ਵੀ 250 ਕਿਲੋਮੀਟਰ ਦਾ ਸਫ਼ਰ ਪਹਿਲਾਂ ਕੀਤਾ ਤੇ 250 ਦਾ ਬਾਅਦ 'ਚ ਕਰਨਾ ਹੈ। ਸਾਰੇ ਕੰਮ ਛੱਡ ਕੇ ਆਇਆ। ਜਿਹੜਾ ਬਾਹਰੋਂ ਬੰਦਾ ਆਉਂਦਾ ਉਹਦਾ ਸਮਾਂ ਬੜਾ ਕੀਮਤੀ ਹੁੰਦਾ, ਔਰ ਮੈਂ ਤੁਹਾਡੇ ਲਈ 2 ਦਿਨ ਪੂਰੇ ਕੱਢੇ ਨੇ। ਮੇਰੀ ਇਸ ਦੀ ਕਦਰ ਪਾਇਓ। ਪਰ ਮੈਂ ਤੁਹਾਡੇ ਲਈ ਇਹ ਤੁਹਾਨੂੰ ਬੇਨਤੀ ਕਰਦਾ ਕਿ ਆਪਾਂ ਉਲਟ ਕੰਮ ਸ਼ੁਰੂ ਕਰਦੇ ਹਾਂ। ਆਮ ਤੌਰ 'ਤੇ ਸੈਮੀਨਾਰ ਹੁੰਦੇ ਨੇ, ਵੈਸਾ ਨੂੰ ਪਤਾ, ਕਾਨਫਰੰਸਿਸ ਹੁੰਦੀਆਂ ਨੇ, ਪੇਪਰ ਪੜ੍ਹਨ ਵਾਲਾ ਪੇਪਰ ਪੜ੍ਹਦਾ, ਪ੍ਰਧਾਨ ਜੀ ਕਰਦਾ, ਤੇ ਜਦੋਂ ਸਵਾਲ ਜਵਾਬ ਹੁੰਦੇ ਨੇ ਕਹਿੰਦੇ ਨਾ ਜੀ ਲੰਚ ਦਾ ਟਾਈਮ ਹੋ ਗਿਆ, ਛੇਤੀ ਕਰੋ। ਹੁਣ ਆਪਾਂ ਸਵਾਲ ਜਵਾਬ ਵੇਲੇ ਉਹ ਸਾਰੇ ਸਵਾਲ ਲੈ ਕੇ ਉਹ ਆਪਣੇ ਘਰ ਨੂੰ ਚਲਾ ਜਾਂਦਾ, ਉਹ ਆਪਣਾ PhD ਲੈ ਘਰ ਨੂੰ ਚਲਾ ਜਾਂਦਾ, ਔਰ ਗੱਲ ਕੋਈ ਨਿਬੜਦੀ ਨਹੀਂ। ਤਾਂ ਮੈਂ ਚਾਹੁੰਦਾ ਕਿ ਵਰਕਸ਼ਾਪ ਕੁਝ ਇਹੋ ਜਿਹੀ ਵਰਕਸ਼ਾਪ ਨਾ ਹੋਵੇ, ਇਹਦੇ ਵਿੱਚੋਂ ਕੁਝ ਮੈਂ ਤੁਹਾਡੇ ਤੋਂ ਸਿੱਖਾਂ ਤੇ ਕੁਝ ਤੁਸੀਂ ਮੇਰੀ ਗੱਲ ਨੂੰ ਮੰਨ ਲਓ ਤੇ ਮੇਰੀ ਗੱਲ ਨੂੰ ਸਵੀਕਾਰ ਕੇ ਮੇਰਾ ਮਾਣ ਰੱਖ ਲਓ। ਤਾਂ ਤੁਹਾਡੇ ਸਵਾਲ ਜਿਹੜੇ ਨੇ ਮੈਂ ਪਹਿਲਾਂ ਲਵਾਂਗਾ ਤੇ ਆਪਣੀ ਗੱਲ ਮੈਂ ਜਿਹੜੀ ਹੈ ਬਾਅਦ 'ਚ ਕਰਾਂਗਾ। ਇਹ ਜਿਹੜਾ ਸੈਸ਼ਨ ਹੈ, ਜਿਹੜਾ ਕੱਲ੍ਹ ਸਭ ਤੋਂ ਐਂਡ 'ਚ ਹੋਣਾ ਸੀ, ਮੈਂ ਉਸ ਨੂੰ ਅੱਜ ਟ੍ਰਾਂਸਫਰ ਕਰਦਾ। ਤੇ ਇਹਦੇ ਵਿੱਚ ਇੱਕ ਗੱਲ ਦਾ ਇਹ ਨਹੀਂ ਕਿ ਮੈਂ ਕੋਈ ਇਸ ਗੱਲ ਦਾ ਮਾਣ ਕਰਦਾ ਕਿ ਮੈਨੂੰ ਸਾਰੀਆਂ ਗੱਲਾਂ ਦੇ ਜਵਾਬ ਆਉਂਦੇ ਨੇ। ਜਿਹੜੀ ਗੱਲ ਦਾ ਮੈਨੂੰ ਜਵਾਬ ਨਹੀਂ ਆਉਂਦਾ ਹੋਊਗਾ, ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗ ਲੂੰਗਾ ਤੇ ਅਗਲੀ ਵਾਰ ਨੂੰ ਲੱਭਣ ਦੀ ਤਿਆਰੀ ਕਰੂੰਗਾ ਤੇ ਮੇਰੀ ਵੀ ਡਿਵੈਲਪਮੈਂਟ ਹੋਏਗੀ। ਤੇ ਜੇ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਨੂੰ ਕਤਰਾਵਾਂਗਾ, ਇਹ ਤੁਸੀਂ ਵੀ ਨੁਸਖਾ ਬਣਾ ਲੈਣਾ, ਤੁਹਾਡੇ ਲਈ ਵੀ ਬੜਾ ਵਧੀਆ ਰਹੂਗਾ। ਜਿਹੜਾ ਬੰਦਾ ਆਪਣੀਆਂ ਕਮਜ਼ੋਰੀਆਂ ਛੁਪਾਉਂਦਾ ਜਾਂ ਆਪਣੇ ਆਪ ਨੂੰ ਛੁਪਾਉਂਦਾ ਜਾਂ ਆਪਣੇ ਇਹ ਸਮਝਦਾ ਕਿ ਵੀ ਮੈਂ ਛੁਪਾ ਕੇ ਸ਼ਾਇਦ ਮੈਂ ਵੱਡਾ ਮਹਾਨ ਬਣ ਜਾਊਂਗਾ, ਉਹ ਕਦੇ ਵੀ ਵੱਡਾ ਨਹੀਂ ਬਣਦਾ। ਸੋ ਮੈਂ ਤੁਹਾਡੇ ਤੋਂ ਸਿੱਖਣਾ ਹੈ, ਇਸ ਤੁਹਾਡੇ ਸਵਾਲਾਂ ਤੋਂ ਸਿੱਖਣਾ ਹੈ। ਇਸ ਕਰਕੇ ਆਪਣੇ ਸਵਾਲ ਜ਼ਰੂਰ ਕਰੋ ਤਾਂ ਕਿ ਆਪਾਂ ਉਹਨਾਂ ਦੇ ਉੱਤੇ ਆਪਾਂ ਡਿਸਕਸ਼ਨ ਕਰ ਸਕੀਏ ਔਰ ਉਹਨਾਂ 'ਤੇ ਅੱਗੇ ਚੱਲ ਸਕੀਏ। ਜੇ ਆਪਾਂ ਨੂੰ ਨਹੀਂ ਆਉਂਦੇ ਹੋਣਗੇ, ਆਪਾਂ ਲੱਭਾਂਗੇ ਵੀ ਆਪਾਂ ਸਵਾਲ ਜਿਹੜੇ ਨੇ ਉਹਨਾਂ ਦੇ ਹੱਲ ਕਿੱਥੋਂ ਲੱਭਣੇ ਨੇ। ਸਾਰੇ ਸਵਾਲਾਂ ਦਾ ਜਵਾਬ ਮੇਰੇ ਕੋਲ ਨਹੀਂ ਹੈ, ਬਿਲਕੁਲ। ਤਾਂ ਜਿਹੜੇ 2-4 ਸਵਾਲਾਂ ਦਾ ਜਵਾਬ ਹੁਣ ਮੈਂ ਦੇ ਦੂੰਗਾ, ਝੂਠ ਮੈਂ ਮਾਰਨਾ ਨਹੀਂ। ਉੱਥੇ ਮੈਂ ਕਹਿ ਦੂੰਗਾ ਕਿ ਨਹੀਂ, ਇਹਦਾ ਕੋਈ ਜਵਾਬ ਨਹੀਂ ਹੈ, ਕਿਤੇ ਰਿਟਨ 'ਚ ਨਹੀਂ। ਜੇ ਹੋਏਗਾ ਐਵੀਡੈਂਸ ਮੈਂ ਤੁਹਾਨੂੰ ਕਹਿ ਦਾਂਗਾ ਹੈ। ਆਓ ਆਪਾਂ ਸ਼ੁਰੂ ਕਰੀਏ। ਮਾਈਕ ਦੇ ਦਿਓ, ਤੁਸੀਂ ਸਾਰਿਆਂ ਨੂੰ ਮਾਈਕ ਦੇ ਦਿਓ ਤੇ ਸਾਰੇ। ਹਾਂਜੀ, ਮੇਰੇ ਵੀਰ ਪ੍ਰਿੰਸੀਪਲ ਸੂਬਾ ਸਿੰਘ ਜੀ, ਜਿਹੜੇ ਗੁਰਮਤਿ ਕਾਲਜ ਦੇ ਵਿੱਚ ਜਿੱਥੇ ਇਹਨਾਂ ਨੇ ਉੱਥੇ ਅਧਿਐਨ ਕੀਤਾ, ਉਸ ਤੋਂ ਬਾਅਦ ਉੱਥੇ ਅਧਿਆਪਨ ਕਰਵਾਇਆ, ਔਰ ਬਹੁਤ ਹੀ ਵੱਡੀਆਂ ਜਿਹੜੀਆਂ ਵਿਦਿਅਕ ਕਮੇਟੀਆਂ ਨੇ ਉਹਨਾਂ ਵਿੱਚ ਰਹੇ ਵਿਦਵਾਨ ਵੀ ਨੇ। ਤੁਹਾਡੇ ਚੀਫ ਖਾਲਸਾ ਦੀਵਾਨ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ। ਪਰ ਮੇਰੇ ਨਾਲ ਇਹਨਾਂ ਦਾ ਬਹੁਤ ਗਹਿਰਾ ਰਿਸ਼ਤਾ ਹੈ। ਉਹ 2 ਮਿੰਟ ਲਈ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ, ਔਰ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਪ੍ਰਬੰਧਕੀ ਕਾਰਜ ਨੇ ਉਹਨਾਂ ਵਿੱਚ ਜਾਣਾ। ਉਹਨਾਂ ਨੂੰ ਬੇਨਤੀ ਹੈ ਕਿ ਆਉਣ ਤੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ। ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਤੇ ਪਿਆਰੇ ਤੇ ਸਤਿਕਾਰੇ ਰਾਗ ਵਿਦਿਆ ਦੇ ਨਾਲ ਸੰਬੰਧਿਤ ਟੀਚਰ ਸਾਹਿਬਾਨ ਤੇ ਪਿੱਛੇ ਬੈਠੇ ਵਿਦਿਆਰਥੀ ਸੱਜਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮਝਦਾ ਵੀ ਇਹ ਬੜਾ ਅੱਜ ਦਾ ਇਹ ਜਿਹੜਾ ਸਮਾਂ ਹੈ, ਇਹ ਬੜਾ ਮੁਬਾਰਕ ਸਮਾਂ ਹੈ ਕਿ ਇਹੋ ਜਿਹਾ ਸਮਾਂ ਕਦੀ ਕਿਤੇ ਜ਼ਿੰਦਗੀ 'ਚ ਆਉਂਦਾ ਹੈ। ਡਾਕਟਰ ਗੁਰਨਾਮ ਸਿੰਘ ਨੇ ਇਸ ਫੀਲਡ ਦੇ, ਮੈਂ ਇੱਕ ਲਫ਼ਜ਼ ਵਿੱਚ ਇਹਨਾਂ ਨੂੰ ਸਮੇਟਣਾ ਚਾਹੁੰਦਾ ਕਿ ਹਰਫਨ ਮੌਲਾ ਨੇ, ਹਰਫਨ ਮੌਲਾ। ਦੇਸ਼ ਦੀਆਂ ਬਰੀਕੀਆਂ ਬਜੀਰੀਆਂ ਨੂੰ ਸਭ ਕੁਝ ਜਾਣਦਾ। ਇੱਕ ਹੋਰ ਬੜੀ ਖੁਸ਼ੀ ਦੀ ਗੱਲ ਇਹ ਆ ਕਿ ਇਹਨਾਂ ਦੇ ਵੱਡੇ ਭਾਈ ਸਾਹਿਬ ਡਾਕਟਰ ਜਗੀਰ ਸਿੰਘ ਨੇ, ਉਹ ਵੀ ਬੜੇ ਧੁਰੰਧਰ ਵਿਦਵਾਨ ਨੇ ਇਸ ਰਾਜ ਵਿਦਿਆ ਦੇ। ਉਹ ਰਾਜ ਵਿਦਿਆ ਅਸਲ ਵਿੱਚ ਜਿਹੜੀ ਹੈ ਨਾ, ਇਹਨਾਂ ਦੇ ਜੀਨ ਦੇ ਵਿੱਚ ਹੈ। ਇਹਨਾਂ ਦੇ ਪਿਤਾ ਜੀ ਬੜੇ ਵੱਡੇ ਕਹਿੰਦੇ ਕਹਾਉਂਦੇ ਰਾਗੀ
ਹੋਏ ਨੇ। ਉਹ ਜਦੋਂ ਪਿਤਾ ਪੁਰਖੀ ਇਸ ਤਰੀਕੇ ਨਾਲ ਆਉਂਦੇ ਨੇ ਨਾ, ਉਹ ਫਿਰ ਜੀਵ ਦੇ ਵਿੱਚ ਹੀ ਉਹ ਚੀਜ਼ਾਂ ਆਉਂਦੀਆਂ ਨੇ। ਬਹੁਤ ਸਾਰੇ ਮੈਂ ਦੇਖੇ ਨੇ ਜਿਹੜੇ ਧਾਰਮਿਕ ਦੇ ਅਧਿਆਪਕ ਵੀ ਆ ਜਾਂ ਧਰਮ ਦੇ ਨਾਲ ਸੰਬੰਧਿਤ ਨੇ, ਬੇਸ਼ੱਕ ਹੋਰ ਕੋਈ ਸਬਜੈਕਟ ਪੜ੍ਹਾਉਂਦੇ ਹੋਣ ਤਾਂ ਵੀ ਉਹ ਸਿੱਖ ਧਰਮ ਦੀ ਗੱਲ ਕਰਦੇ ਨੇ ਜਾਂ ਇਤਿਹਾਸ ਦੀ ਗੱਲ ਕਰਦੇ ਨੇ। ਉਹਨਾਂ ਦੀ ਵੀ ਉਹ ਜੀਵ ਦੇ ਵਿੱਚ ਹੁੰਦੀ ਆ, ਉਹਨਾਂ ਨੂੰ ਪਿਤਾ ਪੁਰਖੀ ਘਰੋਂ ਇਹ ਚੀਜ਼ਾਂ ਪ੍ਰਾਪਤ ਹੋਈਆਂ ਹੁੰਦੀਆਂ ਨੇ। ਤੋ ਇਹ ਜਿਹੜਾ ਇਹਨਾਂ ਦਾ ਸੰਗੀਤ ਦਾ ਮਹਿਕਮਾ ਡਿਪਾਰਟਮੈਂਟ ਹੈਗਾ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ, ਇਹਨਾਂ ਦੀਆਂ ਬਹੁਤ ਵੱਡੀਆਂ ਐਫਰਟਸ ਦੇ ਨਾਲ ਮਾੜਾ ਮੋਟਾ ਉਹਦੇ ਵਿੱਚ ਮੇਰਾ ਵੀ ਯੋਗਦਾਨ ਮੈਂ ਗੁਰੂ ਸਾਹਿਬ ਨੇ ਪਾਇਆ। ਉਸ ਵੇਲੇ ਸਵਰਨ ਸਿੰਘ ਬੋਪਾਰਾਏ ਸਾਹਿਬ ਹੁੰਦੇ ਸੀ ਵਾਈਸ ਚਾਂਸਲਰ, ਅਤੇ IAS ਅਫਸਰ ਸਨ। IAS ਅਫਸਰ ਹੋਣ ਕਰਕੇ ਬੜਾ ਸਟ੍ਰੇਟ ਫਾਰਵਰਡ ਸੀ ਉਹਨੂੰ ਪਤਾ ਸੀ ਵੀ ਐਡਮਿਨਿਸਟ੍ਰੇਸ਼ਨ ਕਿਵੇਂ ਚਲਾਉਣੀ ਹੈ। ਕਈ ਤਾਂ ਵੈਸੇ ਚਿਹਰਿਆਂ ਦੇ ਉੱਤੇ ਉਹ ਆਪਣੇ ਬਣ ਕੇ ਬਹਿ ਜਾਂਦੇ ਨੇ, ਮਿੱਟੀ ਦੇ ਮਾਧੋ ਹੁੰਦੇ ਨੇ, ਪਤਾ ਉਹਨਾਂ ਨੂੰ ਕੱਖ ਨਹੀਂ ਹੁੰਦਾ, ਪਰ ਉਹ ਬੰਦਾ ਬੜਾ ਸਟ੍ਰੇਟ ਫਾਰਵਰਡ ਸੀ। ਜਿਹੜੀ ਗੱਲ ਉਸ ਦੇ ਜੱਜ ਜਾਂਦੀ ਸੀ ਉਹਨੂੰ ਕਰਕੇ ਪਰੇ ਕਰਦਾ ਸੀ। ਔਰ ਇਹਨਾਂ ਦੇ ਮਹਿਕਮੇ ਦੇ ਵਿੱਚ ਮੁਖਾਲਫਤ ਕਰਨ ਵਾਲੇ ਜਿਹੜੇ ਸੀ ਨਾ, ਸਿੰਡੀਕੇਟ ਦੇ ਪ੍ਰਿੰਸੀਪਲ ਆਏ ਹੋਏ, ਬੜੇ ਮੁਖਾਲਫਤ ਕੀਤੀ ਜੀ ਉਹਨਾਂ ਨੇ। ਕਾਮਰੇਡ ਖਿਆਲਾਂ ਦੇ ਸਨ, ਕਮਿਊਨਿਸਟ ਲੌਬੀ ਸੀ, ਅਤੇ ਇੱਕੋ ਕਈ ਗੱਲ ਕਹੀ ਜਾਂਦੇ ਸੀ ਵੀ ਸਾਡੇ ਕੋਲ ਜੀ ਆਲਰੇਡੀ ਅੱਗੇ ਸੰਗੀਤ ਦਾ ਡਿਪਾਰਟਮੈਂਟ ਹੈਗਾ, ਉਹ ਹੈਗਾ ਜੀ ਫਲਾਨਾ ਢੀਂਗਰਾ। ਮੈਂ ਕਿਹਾ ਗੱਲ ਸੁਣੋ, ਆਹ ਜੋ ਕੁਝ ਤੁਸੀਂ ਬੈਠੇ ਨਾ, ਭਾਵੇਂ ਤੁਸੀਂ ਕਮਿਊਨਿਸਟ ਹੈਗੇ ਹੋ, ਜੋ ਇਸ ਵੇਲੇ ਤੁਹਾਡੀ ਸ਼ਕਲ ਸੂਰਤ ਹੈ ਕਿ ਗੁਰੂ ਨਾਨਕ ਪਾਤਸ਼ਾਹ, ਗੁਰੂ ਦਸਮ ਪਾਤਸ਼ਾਹ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕਰਕੇ ਹੈ, ਨਹੀਂ ਤੇ ਅੱਜ ਤੁਸੀਂ ਸਾਰੇ ਇਸਲਾਮ ਦੇ ਵਿੱਚ ਹੁੰਦੇ। ਅਤੇ ਤੁਹਾਨੂੰ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਹੈ। ਮੈਂ ਉੱਥੇ ਕੰਪਨੀਆਂ ਕਾਫੀ ਹੋਰ ਵੀ ਗੱਲਾਂ ਕੀਤੀਆਂ, ਪਰ ਮੈਂ ਇੱਥੇ ਹੁਣ ਬੋਲਣਾ ਨਹੀਂ ਚਾਹੁੰਦਾ। ਤਾਂ ਵਾਈਸ ਚਾਂਸਲਰ ਜਿਹੜੇ ਸੀ, ਡਾਕਟਰ ਸਾਹਿਬ ਨੂੰ ਪਤਾ, ਬੇਸ਼ੱਕ ਉਹ ਥੋੜ੍ਹੀ ਬਹੁਤੀ ਟ੍ਰਿਮਿੰਗ ਕਰਦੇ ਸੀ ਸਾਡੀ, ਲੇਕਿਨ ਮੈਂ ਦਾਅਵੇ ਨਾਲ ਕਹਿਣਾ ਕਿ ਅੰਦਰੋਂ ਉਹ ਗੂਠੇ ਦੀ ਜਾਂ ਕਹਿ ਲਓ ਨਹੁੰ ਤੋਂ ਲੈ ਕੇ ਤਾਂ ਸਿਰ ਤੱਕ ਉਹ ਕਮਿਟਡ ਸਿੱਖ ਸਨ ਅਤੇ ਧਰਮ ਦੇ ਨਾਲ ਸੰਬੰਧਿਤ ਸਨ। ਇਹ ਗੱਲ ਮੈਂ ਇਹ ਕਹਿ ਸਕਦਾ। ਅਤੇ ਇਸ ਕਰਕੇ ਉਹਨਾਂ ਨੇ ਫਿਰ ਬੜਾ ਤਗੜਿਆਂ ਹੋ ਕੇ, ਉਸ ਦਿਨ ਸਾਡੀ ਲੜਾਈ ਵੀ ਹੋਈ। ਵਾਹ, ਮੈਂ ਕਿਹਾ ਇੱਥੇ ਵੱਡੇ ਵੱਡੇ ਦਾੜੀਆਂ ਵਾਲੇ ਆਏ ਆ ਅਤੇ ਕੋਈ ਇਹਦੇ ਮਤਲਬ ਜ਼ਰੂਰਤ ਨਹੀਂ ਪਈ ਕਿ ਇਹੋ ਜਿਹੇ ਡਿਪਾਰਟਮੈਂਟ ਇਸਟੈਬਲਿਸ਼ ਕਰ ਦਿਆਂ। ਤਾਂ ਮੈਂ ਕਿਹਾ ਜੇ ਆਪਾਂ ਨਾ ਕਰਾਂਗੇ ਕੌਣ ਕਰੇਗਾ। ਮੈਂ ਬੋਲਦਿਆਂ ਕੋਈ ਥੋੜ੍ਹਾ ਜਿਹਾ ਤਲਖੀ 'ਚ ਆ ਗਿਆ, ਮੈਂ ਉੱਠ ਕੇ ਬੋਲਣਾ ਸ਼ੁਰੂ ਕਰਤਾ। ਕਹਿੰਦੇ ਨਹੀਂ ਪ੍ਰਿੰਸੀਪਲ ਸਾਹਿਬ ਤੁਸੀਂ ਨਾ ਬਹਿ ਕੇ ਕਰਦੇ। ਮੈਂ ਕਿਹਾ ਅੱਜ ਹਰ ਹਾਲਤ ਵਿੱਚ ਹੋਣਾ ਚਾਹੀਦਾ। ਅਲਟੀਮੇਟਲੀ ਗੱਲ ਕੀ ਹੋਈ, ਬੜੀ ਡਿਸਕਸ਼ਨ ਤੋਂ ਬਾਅਦ ਉਹਨਾਂ ਨੂੰ ਮੈਂ ਬਹੁਤ ਉਹਨਾਂ ਦੀ ਕੀਤੀ, ਮਤਲਬ ਲੌਜਿਕ ਦੇ ਨਾਲ ਉਹਨਾਂ ਨੂੰ ਦੱਸਿਆ, ਅਤੇ ਫਿਰ ਜਾ ਕੇ ਉਹਨਾਂ ਨੇ ਉਸ ਦਿਨ ਉਹਨੂੰ ਪਾਸ ਕੀਤਾ। ਰਹੀ ਗੱਲ ਇਹ ਕਿ ਜਿਸ ਢੰਗ ਦੇ ਨਾਲ ਇਹ ਡਾਕਟਰ ਸਾਹਿਬ ਨੇ ਉਹ ਆਪਣਾ ਡਿਪਾਰਟਮੈਂਟ ਚਲਾਇਆ, ਉਹਨੂੰ ਐਸਟੈਬਲਿਸ਼ ਕੀਤਾ, ਅਤੇ ਉਹ ਡਿਪਾਰਟਮੈਂਟ ਇਸ ਵਕਤ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ ਹੈ, ਉਹ ਜਿੱਥੇ ਕਿਤੇ ਵੀ ਬਾਹਰਲੇ ਮੁਲਕਾਂ ਦੇ ਵਿੱਚ ਵਰਲਡ ਲੈਵਲ ਦੇ ਵਿੱਚ ਇਸ ਡਿਪਾਰਟਮੈਂਟ ਦਾ ਨਾਂ ਹੈ। ਕਿਉਂ ਡਾਕਟਰ ਸਾਹਿਬ ਮੈਂ ਗਲਤ ਨਹੀਂ ਕਹਿ ਰਿਹਾ, ਤਾਂ ਜਿੱਥੇ ਕਿਤੇ ਵੀ ਚਲੇ ਜਾਓ। ਬਾਕੀ ਇਹਨਾਂ ਦੀ ਜਿਹੜੀ ਹੁੰਦੀ ਨਾ, ਜਿੱਦਾਂ ਗੁਰੂ ਸਾਹਿਬ ਨੇ ਅਰਦਾਸੀਆਂ ਕੀਤੀਆਂ, ਕਹਿ ਲਓ ਗੁਰੂ ਨਾਨਕ ਪਾਤਸ਼ਾਹ ਨੇ, ਅਤੇ ਇਹ ਵੀ ਮੈਂ ਇਹ ਕਹੂੰਗਾ ਕਿ ਇਹ ਸੰਗੀਤ ਦੇ ਮਸਲੇ ਵਿੱਚ ਬਾਹਰਲੇ ਮੁਲਕਾਂ ਵਿੱਚ ਬੜੀਆਂ ਅਰਦਾਸੀਆਂ ਕਰਦੇ ਨੇ, ਅਤੇ ਜਿੱਥੇ ਜਾਂਦੇ ਨੇ ਉੱਥੇ ਗੁਰਦੁਆਰਿਆਂ ਦੇ ਨਾਲ ਸੰਬੰਧਿਤ, ਲਾਗੇ ਨਾਲ ਜਿਹੜੇ ਸਕੂਲ ਹੁੰਦੇ ਨੇ ਉਹਨਾਂ ਨਾਲ ਸੰਬੰਧਿਤ ਬਹੁਤ ਸਾਰੇ ਉੱਥੋਂ ਇਹਨਾਂ ਨੇ ਸਿਖਿਆਰਥੀ ਜਿਹੜੇ ਨੇ ਪੈਦਾ ਕੀਤੇ, ਤਾਂ ਉਹ ਉਹਨਾਂ ਨੂੰ ਸਿੱਖਿਆ ਵਗੈਰਾ ਦੇ ਕੇ ਆਉਂਦੇ ਨੇ। ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ ਤੁਹਾਡੇ ਨਾਲ ਵੀ ਆਹ ਇੱਕ ਡਿਪਾਰਟਮੈਂਟ ਇਹੋ ਜਿਹਾ, ਮਹਿਕਮਾ ਇਹੋ ਜਿਹਾ ਜਿਨ੍ਹਾਂ ਨੂੰ ਜਿਹੜੇ ਰਾਗ ਵੀਰਾਂ ਵਿੱਚ ਪ੍ਰਵੀਨ ਹੋ ਜਾਂਦੇ ਨੇ, ਇਹ ਪੁੰਨ ਵੀ ਆ ਅਤੇ ਫਲੀਆਂ ਵੀ ਆ। ਔਰ ਇਹਨਾਂ ਨੇ ਕਿਹਾ ਸੀ ਵੀ ਇਹ ਜਿੱਥੇ ਵੀ ਆ ਸੰਗੀਤ ਦੇ ਜਾਂ ਅਸੀਂ ਬੋਲਦੇ ਹਾਂ ਅਤੇ ਨਾਲ ਸਾਨੂੰ ਉਹਦਾ
ਚਲੋ ਫਲ ਵੀ ਮਿਲਦਾ ਹੈ, ਭੇਡਾਂ ਮਿਲਦੀ ਹੈ। ਔਰ ਜਿੱਥੇ ਵੈਸੇ ਵੀ ਕਿਤੇ ਆਪਾਂ ਕਿਤੇ ਕੀਰਤਨ ਕਰਦੇ ਹੋਈਏ ਤਾਂ ਉੱਥੇ ਜਿਹਨੇ ਮੱਥਾ ਟੇਕ ਲਾਉਣਾ ਉਹਨੇ ਕੁਛ ਨਾ ਕੁਛ ਉਹ ਕਰਨਾ ਹੈ, ਤੇ ਬੜੀ ਵੱਡੀ ਗੱਲ ਹੈ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਸੰਗੀਤ ਦੇ ਜਿਹੜੇ ਨਾ ਕਹਿ ਲਓ, ਮੈਂ ਰਾਗੀ ਸਿੰਘ ਕਹਿ ਲੂਗਾ, ਚਲੋ ਦੇਖੋ ਅਸਲ ਵਿੱਚ ਜਿਹੜਾ ਸੰਗੀਤ ਜਿਹੜਾ ਸੀ ਨਾ, ਗੁਰੂ ਸਾਹਿਬ ਨੇ ਜਿਹੜੀ ਰਾਗ ਵਿਦਿਆ ਸੀ, ਜੇ ਆਪਣੇ ਕੱਤੀ ਰਾਗ ਜਿਹੜੇ ਆਏ ਨੇ, ਜਾਂ ਜਲਿਆਮੰਤੀ ਰਾਗ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਸਲ ਵਿੱਚ ਇਹ 33 ਸਾਜ਼ਾਂ ਦੇ ਰਾਜ ਸੰਸਾਰ ਹੈ। ਹੁਣ ਆ ਜਿਹੜਾ ਇਹ ਖੁਦ 33 ਸਾਜ਼ਾਂ ਦੇ ਮਾਹਰ ਨੇ। 33 ਸਾਜ਼ਾਂ ਦੇ ਨਾਲ ਇਹ ਸ੍ਰੀ ਹਰਿਮੰਦਰ ਸਾਹਿਬ ਵੀ ਇਹਨਾਂ ਨੇ ਬਹੁਤ ਦਫਾ ਉੱਥੇ ਹਾਜ਼ਰੀ ਭਰੀ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ। ਤਾਂ 33 ਸਾਜ਼ਾਂ ਵਾਸਤੇ ਮਿਹਨਤ ਜਿਹੜੀ ਆ ਕੁਝ ਜ਼ਿਆਦਾ ਕਰਨੀ ਪੈਂਦੀ ਆ। ਮੈਂ ਤੇ ਕਹਾਂਗਾ ਕਿ ਜਿਹੜੇ ਤੁਸੀਂ ਸੰਗੀਤ ਦੇ ਅਧਿਆਪਕ ਹੋ ਨਾ, ਆਪਣੇ ਆਪਣੇ ਜਿਹੜੇ ਪ੍ਰਿੰਸੀਪਲ ਨੇ ਜਾਂ ਮੈਂਬਰ ਇੰਚਾਰਜ ਨੇ, ਉਹਨਾਂ ਨੂੰ ਇਸ ਪਾਸੇ ਵੱਲ ਨੂੰ ਪ੍ਰੇਰਿਤ ਕਰੋ ਕਿ ਸਾਨੂੰ ਜੀ ਕੋਈ 33 ਸਾਜ਼ ਵੀ ਲੈ ਕੇ ਦਿਓ, ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਕੋਈ ਥੋੜ੍ਹਾ ਬਹੁਤਾ ਕੁਝ ਸਿਖਾ ਸਕੀਏ। ਉਹਨਾਂ ਨੂੰ ਥੋੜ੍ਹਾ ਬਹੁਤਾ ਵੀ ਕੋਈ ABC ਤੁਸੀਂ ਸਿਖਾ ਦਿੱਤੀ ਨਾ, ਤੇ ਗਾਂ ਉਹਨਾਂ ਨੂੰ ਇੱਕ ਪੈ ਜਾਂਦਾ ਕਿ ਮੈਂ ਹੋਰ ਸਿੱਖਾਂ। ਤੋ ਇਸ ਕਰਕੇ ਇਸ ਪਾਸੇ ਵੱਲ ਨੂੰ ਤੁਰਨਾ ਚਾਹੀਦਾ। ਤੁਸੀਂ ਕਹੋਗੇ ਵੀ ਅਸੀਂ ਚੀਫ ਖਾਲਸਾ ਦੀਵਾਨ ਉੱਥੇ ਗਏ ਸੀ, ਉੱਥੇ ਡਾਕਟਰ ਗੁਰਨਾਮ ਸੋਨਾ ਨੇ ਸਾਨੂੰ ਸਾਰਾ ਕੁਛ ਦੱਸਿਆ ਸੀ, ਬਹੁਤ ਸਾਰੇ ਟੀਚਰ ਆਏ ਉੱਥੇ ਲੈ ਕੇ ਅਸੀਂ ਹੋਰ ਸਾਰਾ ਕੁਛ। ਇਹ ਯਾਦਗਾਰੀ ਇਹੋ ਜਿਹੇ ਫੰਕਸ਼ਨ ਹੁੰਦੇ ਨੇ, ਤੇ ਇਹਨਾਂ ਦਾ ਕਰਕੇ ਨਾ ਮੈਂ ਸਰ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੰਨਾ ਸਮਾਂ ਕੱਢਿਆ ਤੇ ਇੱਥੇ ਚੀਫ ਖਾਲਸਾ ਦੀਵਾਨ ਵਾਸਤੇ ਜਾਂ ਇਹਨਾਂ ਅਧਿਆਪਕਾਂ ਵਾਸਤੇ। ਇਹਨਾਂ ਅਧਿਆਪਕਾਂ ਵਾਸਤੇ ਵੀ ਬਹੁਤ ਵੱਡਾ ਇੱਕ ਪ੍ਰੇਰਨਾਮਈ ਸਮਾਂ ਹੈਗਾ। ਸੇਨਾ ਕਹਿੰਦਾ ਮੈਂ ਕਿਵੇਂ ਦਾ ਜਾਤਿਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਕੀਰਤਨੀ ਆ ਨਹੀਂ ਕਰਦੇ, ਕੀਰਤਨੀ ਆ ਨਹੀਂ ਕਰਦੇ। ਮੈਂ ਪੈਸਾ ਦੀ ਗੱਲ ਨਹੀਂ, ਉਹਦਾ ਗੱਲ ਭੇਟਾ ਦੀ ਸੀ। ਮੈਂ ਗੱਲ ਕਰ ਰਿਹਾ ਕਿ ਜਿਹੜਾ ਕੰਟੈਂਟ ਹੈ ਕਿ ਕੀਰਤਨੀਏ ਟਿਊਨਸ ਦੇ ਕੀਰਤਨ ਕਰਦੇ ਨੇ, ਜਾਂ ਕੀਰਤਨੀਏ ਤੰਤੀ ਸਾਜ਼ ਨਹੀਂ ਸਿੱਖਦੇ, ਜਾਂ ਕੀਰਤਨੀਏ ਆਹ ਕੰਮ ਨਹੀਂ ਕਰਦੇ। ਉਹ ਇਸ ਕਰਕੇ ਹੈ ਕਿ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਆਪ ਹੀ ਦੱਸਿਆ ਕਿ ਸਾਡੇ ਜਿਹੜੇ ਇੰਸਟੀਟਿਊਸ਼ਨਸ ਨੇ ਉਹਨਾਂ ਦਾ ਡਿਸਿਪਲਿਨ ਨਹੀਂ। ਪਹਿਲੀ ਤਾਂ ਗੱਲ ਹੈ ਕਿ ਜਿਹੜੇ ਸਾਡੇ ਸਿੱਖ ਸੰਸਥਾਵਾਂ ਨੇ, ਖਾਸ ਤੌਰ 'ਤੇ ਪ੍ਰੀਚਰ ਤਿਆਰ ਕਰਨ ਵਾਲੀਆਂ, ਪ੍ਰਚਾਰਕ ਤਿਆਰ ਕਰਨ ਵਾਲੀਆਂ, ਚਾਹੇ ਕੀਰਤਨੀਆਂ ਹੋਵੇ, ਚਾਹੇ ਉਹ, ਤੇ ਟਾਈਮ ਥੋੜ੍ਹਾ 45 ਮਿੰਟਸ, ਤੇ ਇਹਦੇ 'ਚ ਮੈਂ ਇੱਕ ਕੰਮ ਜਿਹੜਾ ਹੈ ਮਹੱਤਵਪੂਰਨ ਕਰਨਾ ਹੈ। ਮਾਈਕ ਇਹਨਾਂ ਨੂੰ ਇੱਕ ਦੇ ਦਿਓ ਪ੍ਰਭਜੋਤ ਹੋਰਾਂ ਨੂੰ, ਤੇ ਉਸ ਤੋਂ ਬਾਅਦ ਫਿਰ ਇਹ ਸਾਰਿਆਂ ਦੇ ਨਾਲ ਅਸੀਂ ਕੁਐਸਚਨ ਆਨਸਰ ਸੈਸ਼ਨ ਜਿਹੜਾ ਹੈ ਅਸੀਂ ਉਹ ਕਰਨਾ ਹੈ। ਇਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਪ੍ਰਿੰਸੀਪਲ ਸੂਬਾ ਸਿੰਘ ਜੀ ਨੇ ਜਿਹੜੀ ਗੱਲ ਕੀਤੀ ਹੈ ਕਿ ਡਿਸਿਪਲਿਨ ਤਾਂ ਹੋ ਗਿਆ ਨਾ, ਕਿ ਕਲਾਸ ਦਾ ਡਿਸਿਪਲਿਨ ਜਾਂ ਕਾਲਜ ਦਾ ਡਿਸਿਪਲਿਨ। ਸਭ ਤੋਂ ਵੱਡਾ ਜਿਹੜਾ ਫਲॉ ਹੈ ਉਹ ਹੈ ਸਾਡੇ ਸਿਲੇਬਸਾਂ ਦੇ ਵਿੱਚ, ਪਾਠਕ੍ਰਮ ਦੇ ਵਿੱਚ। ਹੁਣ ਪਿੱਛੇ ਜਦੋਂ ਜਥੇਦਾਰ ਸਾਹਿਬ ਨੇ ਐਲਾਨ ਕਰ ਦਿੱਤਾ ਕਿ ਅਸੀਂ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕਰਾਵਾਂਗੇ, ਤਾਂ ਸਾਰੇ ਕੀਰਤਨੀਏ ਪਰੇਸ਼ਾਨ ਹੋ ਗਏ ਕਿ ਕਿਵੇਂ ਹੋ ਸਕਦਾ ਹੈ ਕਿ ਅਸੀਂ ਹਾਰਮੋਨੀਅਮ ਦਾ ਬਦਲ ਇੱਕਦਮ ਕਰ ਦਈਏ, ਕਿਉਂਕਿ ਜਿਹਨਾਂ ਕੀਰਤਨੀਆਂ ਨੂੰ ਅਸੀਂ ਤੰਤੀ ਸਾਜ਼ ਸਿਖਾਏ ਹੀ ਨਹੀਂ, ਉਹ ਉਹਨਾਂ ਤੋਂ ਕਿਵੇਂ ਤਵੱਕੋ ਕਰ ਸਕਦੇ ਹਾਂ ਕਿ ਉਹ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ, ਜਦੋਂ ਕਿ ਤੰਤੀ ਸਾਜ਼ ਨੂੰ ਸਿੱਖਣਾ ਔਰ ਫਿਰ ਤੰਤੀ ਸਾਜ਼ ਦੇ ਨਾਲ ਗਾਉਣਾ ਜਿਹੜਾ ਹੈ ਬਹੁਤ ਮੁਸ਼ਕਿਲ ਹੈ, ਔਰ ਉਹਦੇ ਲਈ ਬੜੀ ਵੱਡੀ ਸਾਧਨਾ ਦੀ ਜ਼ਰੂਰਤ ਹੁੰਦੀ ਹੈ, ਵੱਡਾ ਸੁਰ ਗਿਆਨ ਔਰ ਵੱਡੀ ਸਮਝ ਦੀ ਜ਼ਰੂਰਤ ਹੁੰਦੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਸੰਗੀਤ ਵਾਲਿਓ। ਹੁਣ ਅਗਰ ਮੈਂ ਗੱਲ ਬੇਨਤੀ ਕਰਾਂਗਾ, ਮੈਂ ਇਸ ਮੰਚ ਤੋਂ, ਇਸ ਵਰਕਸ਼ਾਪ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ, ਔਰ ਤੁਹਾਨੂੰ ਇਸ ਗੱਲ ਦੀ ਵੀ ਖੁਸ਼ੀ ਹੋਏਗੀ, ਪ੍ਰਿੰਸੀਪਲ ਸੂਬਾ ਸਿੰਘ ਜੀ ਇੱਕ ਗੱਲ ਛੱਡ ਗਏ ਕਿ ਜਦੋਂ ਇਹ ਪ੍ਰਿੰਸੀਪਲ ਬਣੇ ਸੀ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਉੱਥੇ ਸਾਲਾਨਾ ਇਮਤਿਹਾਨ ਲੈਣੇ ਸ਼ੁਰੂ ਹੋਏ ਸੀ। ਉਦੋਂ ਪਹਿਲਾਂ ਸਾਲਾਨਾ ਇਮਤਿਹਾਨ ਨਹੀਂ ਸੀ ਹੁੰਦੇ। 3, 4, 5 ਸਾਲ ਹੁਣੇ ਬੱਚੇ ਆਏ ਨੇ। ਇਹਨਾਂ ਬੱਚਿਆਂ ਦੇ ਲਈ ਮੈਂ ਬੜਾ ਇਹਨਾਂ ਦਾ ਧੰਨਵਾਦੀ ਹਾਂ। ਜਦੋਂ ਵੀ ਇਹ ਕਿਸੇ ਸੰਸਥਾ ਵਿੱਚ ਦਾਖਲਾ ਲੈਂਦੇ ਨੇ ਤੇ ਆਪਣਾ ਜੀਵਨ ਅਰਪਿਤ ਕਰ ਦਿੰਦੇ ਨੇ, ਆਪਣਾ ਗੋਲਡਨ ਪੀਰੀਅਡ ਜਿਹੜਾ ਹੈ ਉਹ ਸੰਸਥਾ ਨੂੰ ਦੇ ਦਿੰਦੇ ਨੇ, ਤਾਂ ਕਿ ਉੱਥੋਂ ਸਿੱਖ ਕੇ ਇਹ ਆਪਣੇ ਜੀਵਨ ਵਿੱਚ ਜਾ ਸਕਣ। ਪਰ ਜੇ ਸੰਸਥਾ ਉਹਨਾਂ ਦੇ ਜੀਵਨ ਦਾ ਮੁੱਲ ਨਾ ਪਾਏ, ਉਹਨਾਂ ਨੂੰ ਉਹ ਸਾਰਾ ਕੁਝ ਨਾ ਸਿਖਾਏ, ਤੇ ਫਿਰ ਮੁੜ ਕੇ ਸੰਗਤ ਜਾਂ ਪ੍ਰਬੰਧਕ ਕੇ ਗਿਲਾ ਕਰਨ ਕਿ ਇਹ ਉਹ ਪਰਫਾਰਮ ਨਹੀਂ ਕਰ ਰਹੇ ਜੋ ਇਹਨਾਂ ਨੂੰ ਕਰਨਾ ਚਾਹੀਦਾ। ਤੇ ਇਹਦੇ ਵਿੱਚ ਦੋਸ਼ ਇਹਨਾਂ ਦਾ ਨਹੀਂ,
ਇਹਦੇ ਵਿੱਚ ਦੋਸ਼ ਉਹਨਾਂ ਸੰਸਥਾਵਾਂ ਦਾ ਹੈ ਜਾਂ ਉਹਨਾਂ ਸੰਸਥਾਵਾਂ ਦੇ ਪਾਠਕ੍ਰਮ ਦੇ ਘਾੜਿਆਂ ਦਾ ਹੈ, ਸਿਲੇਬਸ ਦੇ ਘਾੜਿਆਂ ਦਾ ਹੈ, ਜਾਂ ਜਿਹੜੇ ਉਹਨਾਂ ਦਾ ਮੁਲਾਂਕਣ ਕਰਦੇ ਨੇ। ਇਸ ਲਈ ਜ਼ਰੂਰੀ ਹੈ ਕਿ ਅਸੀਂ ਜਿਸ ਸੰਸਥਾ ਵਿੱਚ ਵੀ ਕੰਮ ਕਰੀਏ ਸਭ ਤੋਂ ਪਹਿਲਾਂ ਉਹਦੇ ਪਾਠਕ੍ਰਮ ਵੱਲ ਧਿਆਨ ਦੇਈਏ। ਤੁਹਾਡੇ ਵੀ ਪਾਠਕ੍ਰਮ ਹੋਣਗੇ, ਤੁਸੀਂ ਵੀ ਇੱਥੇ ਇੱਕ ਤਾਂ ਹੈ ਕਿ ਸੰਗੀਤ ਵਿਸ਼ਾ ਪੜ੍ਹਾਉਂਦੇ ਹੋ ਜੋ ਤੁਹਾਡੇ ਬੋਰਡ ਨੇ, ਐਜੂਕੇਸ਼ਨ ਬੋਰਡ ਨੇ ਤੁਹਾਨੂੰ ਦਿੱਤਾ ਹੈ, ਪਰ ਉਸ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਦੇ ਇੱਕ ਆਪਣੇ ਪਾਠਕ੍ਰਮ ਵੀ ਹੋਣਗੇ। ਕਿੰਨਾ ਅੱਛਾ ਹੋਵੇ, ਕਿੰਨਾ ਅੱਛਾ ਹੋਵੇ, ਮੈਂ ਬਾਰ-ਬਾਰ ਰਿਪੀਟ ਕਰ ਰਿਹਾ ਕਿ ਜੇ ਅਸੀਂ 12ਵੀਂ ਤੱਕ ਜਾਂ 10ਵੀਂ ਤੱਕ ਉਹਨਾਂ ਬੱਚਿਆਂ ਨੂੰ 31 ਰਾਗਾਂ ਦੀ ਤਾਲੀਮ ਜਿਹੜੀ ਹੈ ਨਿਰੰਤਰ ਲੜੀਵਾਰ ਦੇ ਦਈਏ, ਤਾਂ ਕਿ ਜਦੋਂ ਇੱਥੋਂ ਕੋਈ ਬੱਚਾ ਸਾਡਾ ਜਾਏ ਤਾਂ ਚੀਫ ਖਾਲਸਾ ਦੀਵਾਨ ਦੀਆਂ ਸੰਸਥਾਵਾਂ ਮਾਣ ਨਾਲ ਕਹਿ ਸਕਣ ਕਿ ਆਹ ਸਾਡੇ ਬੱਚਿਆਂ ਨੇ, ਬੱਚਿਆਂ ਨੂੰ, ਸਾਰੀਆਂ ਬੱਚੀਆਂ ਨੂੰ 31 ਰਾਗ ਆਉਂਦੇ ਨੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦਾ ਇਹ ਗਾਇਨ ਕਰ ਲੈਂਦੇ ਨੇ। ਇਹ ਆਪਣੇ ਆਪ ਦੇ ਵਿੱਚ ਸਾਡੀ ਅੱਜ ਦੀ ਵਰਕਸ਼ਾਪ ਦੀ ਵੀ ਪ੍ਰਾਪਤੀ ਹੋਏਗੀ। ਮੈਂ ਚਾਹਾਂਗਾ ਮੈਡਮ ਪ੍ਰਭਜੋਤ ਕੌਰ ਹੋਰਾਂ ਨੂੰ ਕਿ ਉਹ ਇੱਕ ਮਤਾ ਪਾ ਕੇ ਚੀਫ ਖਾਲਸਾ ਦੀਵਾਨ ਦੇ ਪ੍ਰਬੰਧਕਾਂ ਨੂੰ ਦੇਣ ਕਿ ਸਾਡੇ ਸਾਰੇ ਸਿਲੇਬਸਾਂ ਵਿੱਚ ਜੇ ਪਹਿਲਾਂ ਹੈ ਤਾਂ ਬਹੁਤ ਅੱਛੀ ਗੱਲ ਹੈ, ਜੇ ਨਹੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਸਾਰੇ ਸੰਗੀਤ ਦੇ ਵਿਸ਼ਿਆਂ ਦੇ ਵਿੱਚ ਇੱਕ ਇੱਕ, ਦੋ ਦੋ, ਤਿੰਨ ਤਿੰਨ ਕਰਕੇ ਜਿਹੜੇ ਨੇ ਉਹ ਇੰਪਲੀਮੈਂਟ ਕੀਤੇ ਜਾਣ, ਤਾਂ ਕਿ ਬੱਚੇ, ਛੋਟੇ ਬੱਚੇ ਜਿਹੜੇ ਨੇ ਉਹ ਆਸਾਨ ਰਾਗ, ਉਸ ਤੋਂ ਬਾਅਦ ਜਿਉਂ-ਜਿਉਂ ਅੱਗੇ ਜਾਣ ਤਾਂ ਉਹ ਸਾਰੇ ਜਿਹੜੇ ਮੁਸ਼ਕਲ ਰਾਗ ਨੇ, ਕਠਿਨ ਰਾਗ ਨੇ, ਉਹਨਾਂ ਦੀ ਤਾਲੀਮ ਲੈ ਲੈਣ ਤਾਂ ਬੜੀ ਵੱਡੀ ਗੱਲ ਸਾਡੇ ਸਾਰਿਆਂ ਦੇ ਲਈ ਹੋਏਗੀ। ਇਸ ਤੋਂ ਇਲਾਵਾ ਇਹ ਹੈ ਕਿ ਇਕੱਲਾ ਵੋਕਲ ਗਾਇਨ ਵੀ ਸਾਡੇ ਲਈ ਬੜਾ ਜ਼ਰੂਰੀ ਹੈ, ਪਰ ਅਗਰ ਅਸੀਂ ਕੀਰਤਨ ਕਰਨਾ ਤਾਂ ਸਾਡੇ ਲਈ ਤੰਤੀ ਸਾਜ਼ ਵੀ ਜ਼ਰੂਰੀ ਹੈ, ਤਬਲਾ ਵੀ ਜ਼ਰੂਰੀ ਹੈ। ਤਾਂ ਇਸ ਲਈ ਸਾਨੂੰ ਵੱਡਾ ਜਿਹੜਾ ਹੈ ਇੱਕ ਇੰਤਜ਼ਾਮ ਕਰਨਾ ਹੋਏਗਾ ਔਰ ਸਾਰੇ ਸਬਜੈਕਟਾਂ ਦਾ ਜਿਹੜਾ ਵਿਕਾਸ ਹੈ ਸਾਨੂੰ ਕਰ ਲੈਣਾ ਚਾਹੀਦਾ ਤਾਂ ਕਿ ਉਹ ਵੀ ਸਾਡੇ ਪਾਠਕ੍ਰਮ ਦਾ ਹਿੱਸਾ ਹੋਣ। ਸ਼ੈਲੀਆਂ ਅਸੀਂ ਸਿਖਾ ਸਕੀਏ, ਇਹ ਸਾਰਾ ਕੁਝ ਸਿਖਾਉਣਾ, ਸਿੱਖਣਾ ਬੜਾ ਜ਼ਰੂਰੀ ਹੈ। ਮੈਂ ਫਿਰ ਇੱਕ ਵਾਰੀ ਫਿਰ ਵਰਕਸ਼ਾਪ ਦੇ ਜੋ ਆਪਾਂ ਨਿਰਧਾਰਿਤ ਕੀਤਾ ਸੀ ਉਸ ਵੱਲ ਆਉਣਾ ਔਰ ਮੈਂ ਚਾਹਾਂਗਾ ਕਿ ਤੁਸੀਂ ਆਪੋ ਆਪਣੇ ਜਿਹੜੇ ਸਵਾਲ ਨੇ, ਪਰ ਮੇਰੇ ਸਵਾਲ ਦੇਖੋ ਢਿੱਡ 'ਚ ਕਾਨਾ ਪਾਉਣ ਵਾਲਾ ਸਵਾਲ ਨਾ ਐਵੇਂ ਨਾ ਕਰੀ ਜਾਇਓ, ਰੈਲੇਵੈਂਟ ਸਵਾਲ ਹੋਵੇ, ਸਾਰਥਕ ਸਵਾਲ ਹੋਵੇ, ਜਿਹਦੇ ਨਾਲ ਵਰਕਸ਼ਾਪ ਦਾ ਜਿਹੜਾ ਇਹ ਆਪਾਂ ਜੋਤ ਜਗਾਈ ਸੀ ਨਾ, ਉਹ ਜੋਤ ਹੋਰ ਪਰਿਜਵਲਿਤ ਹੋਵੇ, ਉਹ ਜੋਤ ਹੋਰ ਜਗੇ, ਨਾ ਕਿ ਤੁਹਾਡੇ ਕੁਐਸਚਨ ਦੇ ਉਸ ਦੇ ਨਾਲੋਂ ਮੱਧਮ ਪਵੇ। ਸੋ ਆਪੋ ਆਪਣੇ ਸਵਾਲ ਤੁਸੀਂ ਦਿਓ, ਉਹਨਾਂ ਸਵਾਲਾਂ ਨੂੰ ਮੇਰੇ ਨਾਲ ਦੇ ਜਿਹੜੇ ਸਾਥੀ ਨੇ ਸਲੀਮ ਜੀ ਔਰ ਤੁਸੀਂ ਵੀ ਨੋਟ ਕਰੋ ਔਰ ਮੈਂ ਵੀ ਨੋਟ ਕਰਦਾ। ਸਭ ਤੋਂ ਪਹਿਲਾਂ ਆਪਣਾ ਨਾਮ ਦੱਸਣਾ ਔਰ ਉਸ ਤੋਂ ਬਾਅਦ ਆਪਣਾ ਜਿਹੜਾ ਸਵਾਲ ਹੈ ਉਹ ਮਾਈਕ ਦੇ ਉੱਪਰ ਤੁਸੀਂ ਬੋਲਣਾ, ਪਰ ਆਪਣਾ ਸਵਾਲ ਕਰਕੇ ਉਸ ਤੋਂ ਬਾਅਦ ਆਪਣੇ ਸਵਾਲ ਨੂੰ ਆਪਣੇ ਕੋਲ ਲਿਖ ਵੀ ਲਿਓ। ਆਮ ਕਰਕੇ ਪ੍ਰਸ਼ਨ ਕਰਤਾ ਇਹ ਹੁੰਦਾ ਕਿ ਜੋ ਉਹਨੇ ਸਵਾਲ ਕੀਤਾ ਹੁੰਦਾ ਉਹਨੂੰ ਵੀ ਨਹੀਂ ਯਾਦ ਹੁੰਦਾ ਕਿ ਉਹਨੇ ਕੀ ਸਵਾਲ ਕੀਤਾ, ਤਾਂ ਕਿ ਜਦੋਂ ਆਪਾਂ ਉਹਨੂੰ ਡਿਸਕਸ਼ਨ 'ਚ ਪਾਈਏ ਤਾਂ ਸਾਨੂੰ ਸਾਰਿਆਂ ਨੂੰ ਦੀ ਕਲੈਰਿਟੀ ਹੋ ਜਾਏ। ਸੋ ਤੁਸੀਂ ਸਵਾਲ ਕਰ ਸਕਦੇ ਹੋ ਰਿਗਾਰਡਿੰਗ ਗੁਰਮਤਿ ਸੰਗੀਤ, ਰਾਗ ਪਰੰਪਰਾ ਜਾਂ ਇਨ ਕੰਪੈਰੀਜ਼ਨ ਟੂ ਇੰਡੀਅਨ ਮਿਊਜ਼ਿਕ ਔਰ ਵੈਸਟਰਨ ਮਿਊਜ਼ਿਕ ਅਸੀਂ ਗੁਰਮਤਿ ਸੰਗੀਤ ਨੂੰ ਕਿਵੇਂ ਡਿਵੈਲਪ ਕਰਨਾ ਹੈ ਔਰ ਸਾਨੂੰ ਕੀ ਯਤਨ ਕਰਨੇ ਚਾਹੀਦੇ ਨੇ, ਇਹ ਸਾਰਾ ਕੁਝ ਤੁਸੀਂ ਆਪਾਂ ਇੱਕ ਪ੍ਰਸ਼ਨ ਕਾਲ ਜਿਹੜਾ ਹੈ ਉਹ ਕਰਦੇ ਹਾਂ ਤਾਂ ਕਿ ਕੱਲ੍ਹ ਨੂੰ ਆਪਾਂ ਉਹਨਾਂ ਸਾਰਿਆਂ ਦੇ ਉੱਤਰ ਵੀ ਤਲਾਸ਼ ਲਈਏ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਬਾਰੇ ਗੱਲਬਾਤ ਵੀ ਜਿਹੜੀ ਹੈ ਥੋੜ੍ਹੀ ਕਰ ਲਈਏ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਸਾਡਾ ਰਸਤਾ ਆਸਾਨ ਹੋ ਸਕੇ। ਹਾਂਜੀ, ਇੱਕ ਪਾਸੇ ਸ਼ੁਰੂ ਕਰ ਲਓ, ਜਦੋਂ ਮੈਡਮ ਪ੍ਰਭਜੋਤ ਸ਼ੁਰੂ ਕਰਨਾ ਚਾਹਣ ਉਸ ਪਾਸੇ ਸ਼ੁਰੂ ਕਰ ਲੈਣ ਜੀ। ਨਾਮ ਜ਼ਰੂਰ ਦੱਸਣਾ, ਸਕੂਲ ਦਾ ਨਾਮ ਦੱਸਣਾ, ਆਪਣੇ ਆਪਣੇ ਮਾਈਂਡ ਦੇ ਵਿੱਚ ਸੈਟਅਪ ਕਰ ਲਓ ਅਗਰ ਕਿਸੇ ਦਾ, ਕਿਉਂਕਿ ਕੁਐਸਚਨਿੰਗ ਔਰ ਕੁਐਸਚਨ ਕਰਨ ਵਾਲੇ ਉੱਤੇ ਕੈਮਰਾ ਵੀ ਪਾ ਦਿਓ, ਉਹਨਾਂ ਦੀ ਹਾਜ਼ਰੀ ਵੀ ਲੱਗ ਜਾਏਗੀ, ਉਹਨਾਂ ਨੂੰ ਪਤਾ ਵੀ ਲੱਗ ਜਾਊਗਾ ਕਿ ਮੈਂ ਜ਼ਿੰਦਗੀ ਵਿੱਚ ਇਹ ਸਵਾਲ ਕੀਤਾ ਸੀ। Any type of in you have? ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੈਮਰੇ ਵੱਲ ਕੈਮਰਾ। ਹਾਂਜੀ, ਦਾਸ ਓਂਕਾਰ ਸਿੰਘ ਫਰੋਮ ਪੱਟੀ ਸਕੂਲ। ਇੱਕ ਅੱਜ ਤੋਂ 10 ਸਾਲ ਤੁਹਾਡਾ ਵਿਸ਼ਾ ਕਿਹੜਾ ਜੀ? ਸਰਦਾਰ ਓਂਕਾਰ ਸਿੰਘ ਜੀ, ਮਿਊਜ਼ਿਕ। ਕਿਹੜਾ ਸਕੂਲ ਦਾ ਨਾਮ ਕੀ ਹੈ ਜੀ? ਇਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਕੂਲ ਪੱਟੀ। ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੱਟੀ। ਪਬਲਿਕ ਸਕੂਲ ਪੱਟੀ। ਕਾਹਦੇ ਅਧਿਆਪਕ ਹੋ ਤੁਸੀਂ? ਸਰ ਮੈਂ ਮਿਊਜ਼ਿਕ ਸੰਗੀਤ ਦੇ ਅਧਿਆਪਕ ਨੇ ਜੀ। ਔਰ ਗਾਇਨ ਤੁਹਾਡਾ ਹੈ ਜੀ? ਹਾਂਜੀ ਸਰ, ਗਾਇਨ ਵਿਸ਼ਾ ਹੈ ਜੀ ਇਹਨਾਂ ਦਾ। ਸਰ ਮੈਂ ਇੱਕ ਅੱਜ ਤੋਂ 10 ਸਾਲ ਪਹਿਲਾਂ ਇਹ ਗੁਰਮਤਿ ਸੰਗੀਤ ਦੀ ਇੱਕ ਵੈਬਸਾਈਟ ਹੀ ਪਟਿਆਲਾ ਯੂਨੀਵਰਸਿਟੀ ਦੀ, ਤੇ ਉਹਦੇ ਤੇ ਨਾ ਜਿੰਨੇ ਵੀ 31 ਸ਼ੁੱਧ ਰਾਗ ਤੇ 31 ਮਿਸ਼ਰਤ ਰਾਗ ਉਹਨਾਂ ਦੀਆਂ ਬੰਦਿਸ਼ਾਂ ਵੱਖ-ਵੱਖ ਰਾਗੀਆਂ ਦੁਆਰਾ ਗਾਈਆਂ ਹੋਈਆਂ ਉੱਥੇ ਅਪਲੋਡ ਕੀਤੀਆਂ ਹੋਈਆਂ ਹੈ। ਤੇ ਉਹ ਜਿਹੜੇ ਗੁਰਮਤਿ ਸੰਗੀਤ ਦੇ ਖੋਜੀ ਹੈ
ਦੇਖੋ ਕਈ ਸਾਡੇ ਰਾਗ ਹੈਗੇ ਆ ਜਿਨ੍ਹਾਂ ਦਾ ਸਾਨੂੰ ਸਰੂਪ ਸਪਸ਼ਟ ਨਹੀਂ ਹੁੰਦਾ, ਉਹ ਬੜੇ ਹੈਲਪਫੁਲ ਸਨ ਉੱਥੋਂ। ਤੇ ਉਹ ਵੈਬਸਾਈਟ ਹੁਣ ਬੰਦ ਹੋ ਗਈ ਹੈ ਕਿਉਂਕਿ ਉਹ ਮੈਂ ਵੀ ਉਹ ਸਾਰੇ 31 ਸ਼ੁੱਧ ਤੇ 31 ਮਿਸ਼ਰਤ ਰਾਗ, ਉਹਨਾਂ ਦੇ ਵਿੱਚ ਤਕਰੀਬਨ ਇੱਕ ਰਾਗ ਦੇ ਵਿੱਚ 10-10 ਰਾਗੀ ਸਾਹਿਬਾਨ ਦੀਆਂ ਵੱਖ-ਵੱਖ ਬੰਦਿਸ਼ਾਂ ਸਨ। ਤੇ ਉਹ ਪਹਿਲਾਂ ਮੇਰੇ ਕੋਲ ਹੈਗੀਆਂ ਸੀ, ਪਰ ਹੁਣ ਉਹ ਮੇਰਾ ਪੀਸੀ ਬਦਲਣ ਕਰਕੇ ਉਹ ਸਾਰਾ ਡਾਟਾ ਮੇਰੇ ਕੋਲ ਜਿਹੜਾ ਹੈਗਾ ਲਾਸ ਹੋ ਗਿਆ। ਉਹ ਇੱਕ ਮੇਰੀ ਰਿਕੁਐਸਟ ਹੈ ਵੀ ਉਹ ਜੇ ਦੁਬਾਰਾ ਚਾਲੂ ਹੋ ਜਾਵੇ ਤੇ ਜਿਹੜੇ ਗੁਰਮਤ ਸੰਗੀਤ ਦੇ ਖੋਜੀ ਆ ਵਿਦਿਆਰਥੀ, ਉਹਨਾਂ ਦੇ ਲਈ ਇਹ ਬਹੁਤ ਹੈਲਪਫੁਲ ਹੋ ਸਕਦਾ। ਥੈਂਕ ਯੂ ਜੀ। ਮੈਂ ਨਾਲ ਹੀ ਕੁਝ ਜਵਾਬ ਤੁਹਾਡੇ ਦੇ ਦੇਣਾ। ਪਹਿਲੀ ਤਾਂ ਗੱਲ ਹੈ ਕਿ ਇਹਨਾਂ ਨੇ ਐਪਰੀਸ਼ੀਏਟ ਕੀਤਾ, ਇਸ ਗੱਲ ਲਈ ਤੁਸੀਂ ਸਾਨੂੰ ਦਾਤ ਦਿਓ ਕਿ ਅਸੀਂ 31 ਰਾਗ ਤੇ 31 ਰਾਗ ਪ੍ਰਕਾਰਾਂ ਦੀਆਂ ਜਿੰਨੀਆਂ ਕੰਪੋਜੀਸ਼ਨ ਅਵੇਲੇਬਲ ਸੀ ਕਾਫੀ ਸਮਾਂ ਲਾ ਕੇ ਅਸੀਂ ਇਕੱਤਰ ਕੀਤੀਆਂ ਸੀ ਔਰ ਉਸ ਤੇ ਪਾਈਆਂ ਸੀ। ਕੀ ਕਾਰਨ ਕਿਉਂ ਬੰਦ ਹੋ ਗਿਆ ਉਸ ਬਾਰੇ ਬਾਅਦ 'ਚ ਗੱਲ ਕਰਾਂਗੇ, ਪਰ ਉਹ ਇੱਕ ਵੱਡਾ ਖਜ਼ਾਨਾ ਸਾਡੇ ਕੋਲ ਹੈ ਔਰ ਜੇ ਕਿਸੇ ਨੂੰ ਚਾਹੀਦਾ ਹੋਵੇ ਤਾਂ ਉਹਦੇ ਬਾਰੇ ਵਿੱਚ ਉਹਨੂੰ ਕਿਵੇਂ ਪ੍ਰਾਪਤ ਕਰਨਾ ਹੈ ਇਸ ਦਾ ਮੈਂ ਜ਼ਰੀਆ ਦੱਸ ਦਾਂਗਾ। ਨੈਕਸਟ ਕੁਐਸਚਨ ਜੀ। ਇੱਕ ਪਾਸੋਂ ਲੱਗ ਜਾਓ, ਹਰ ਇੱਕ ਨੇ ਸਵਾਲ ਕਰਨਾ, ਸਵਾਲ ਇੱਕ ਪਾਸੋਂ ਲੱਗ ਜਾਓ, ਇੱਕ ਪਾਸੋਂ ਦੇ ਦਿਓ। ਔਰ ਮੈਡਮ ਪ੍ਰਭਜੋਤ ਮਾਈਕ ਨਹੀਂ ਦੇਣਗੇ, ਮਾਈਕ ਆਪਣੇ ਆਪ ਅੱਗੇ ਅੱਗੇ ਤੁਸੀਂ ਕਰੀ ਜਾਣਾ ਔਰ ਥੋੜਾ ਬੋਲਣਾ ਜ਼ਰੂਰੀ ਹੁੰਦਾ ਹੈ। ਟੀਚਰ ਤਾਂ ਤੁਸੀਂ ਵੈਸੇ ਹੀ ਬਹੁਤ ਸਿਆਣੇ ਹੋ। माइंड से सोच लो टर्म वाइज। हाँ जी, की शुभ नाम जी? सर मेरा नाम सुमीन कौर। सुमीन कौर। सुमीन, वाह। हाँ जी। ਪਹਿਲਾਂ ਤਾਂ ਆਪਣੇ ਨਾਮ ਦਾ ਮੀਨਿੰਗ ਹੀ ਦੱਸੋ ਜੀ। ਸਾਡੇ ਲਈ ਨਵਾਂ ਨਾਮ ਹੈ ਤੁਹਾਡਾ ਸੁਮੀਨ ਜੀ। हाँ जी सर। ਕੀ ਮੀਨਿੰਗ ਹੈ ਇਸ ਨਾਮ ਦਾ? सर तुसी ज़्यादा ज्ञानी हो, तुसी गाइड ਨਹੀਂ, ਮੈਂ ਤਾਂ ਮੈਨੂੰ ਹੀ ਤਾਂ ਆਉਂਦਾ ਨਹੀਂ, ਰਾਈਟ ਤਾਂ ਪੁੱਛ ਰਿਹਾ। वैसे कहते गोल्डन फिश। हाँ जी सुमीन। ਅੱਛਾ ਜੀ, ਅੱਛਾ ਜੀ, ਹਾਂ ਜੀ, ਠੀਕ ਹੈ ਜੀ। ਸੰਗੀਤ ਅਧਿਆਪਕ ਹੋ ਜੀ? हाँ जी सर, वोकल में। किस स्कूल ਚ? मैं श्री गुरु हरकृष्ण इंटरनेशनल डी ब्लॉक रंजीत एवेन्यू। हाँ जी। सर मेरा क्वेश्चन है कि जिस तरह ਅਸੀਂ ਗੁਰਮਤਿ ਸੰਗੀਤ ਵਿੱਚ ਸ਼ਬਦ ਗਾਇਨ ਕਰਨੇ ਆ ਤੇ ਕਿ ਉਹਨੂੰ ਅਸੀਂ ਲਾਈਟ ਕਰਕੇ ਵਿਦਆਊਟ ਅਗਰ ਅਸੀਂ ਅਲਾਪਤਾਨ ਕਰੀਏ ਤੇ ਉਹਦੇ 'ਚ ਕੋਈ ਮਤਲਬ ਉਹ ਤੇ ਨਹੀਂ ਹੈ ਨਾ ਕਿ ਵੀ ਅਸੀਂ ਬੇਦਬੀ ਕਰ ਰਹੇ ਹਾਂ, ਹੋਵੇ ਰਾਗ ਬੇਸਡ ਹੀ। ਤੇ ਮੈਨੂੰ ਲੱਗਦਾ ਕਿ ਕਿਸੇ ਟਾਈਮ ਕੀਰਤਨ ਕਰਦੇ ਕਰਦੇ ਸਿਮਰਨ ਕਰਨ ਦਾ ਦਿਲ ਕਰਦਾ ਹੈ, ਬਟ ਰਾਗ ਦੇ ਬਾਉਂਡੇਸ਼ਨ ਦੇ ਵਿੱਚ ਕਈ ਵਾਰੀ ਅਸੀਂ ਉਹ ਨਹੀਂ ਕਰ ਪਾਉਂਦੇ। ਉਹ ਮੇਰਾ ਬਹੁਤ ਮਾਈਂਡਸ ਬੜੀ ਦੇਰ ਤੋਂ ਅਸੀਂ ਬਾਈ ਚਾਂਸ ਤੁਸੀਂ ਅੱਜ ਪੁੱਛਿਆ ਤੇ ਮੈਂ ਕੋਸ਼ਿਸ਼ ਕੀਤੀ ਤੁਹਾਡੇ ਨਾਲ ਗੱਲ ਕਰਨ ਦੀ। ਥੈਂਕ ਯੂ ਜੀ। ਨੈਕਸਟ ਜੀ। पास ऑन करो। ਪਾਸ ਆਨ ਕਰ ਦਿਓ ਜੀ ਅੱਗੇ ਪਲੀਜ਼। ਆਪਣੇ ਪ੍ਰਸ਼ਨ ਤੁਸੀਂ ਤਿਆਰ ਰੱਖੋ। ਅਸੀਂ ਦੇਖੋ ਉਲਟੀ ਗੰਗਾ ਵਹਾਈ ਹੈ, ਨਹੀਂ ਤਾਂ ਪ੍ਰਸ਼ਨ ਕਾਲ ਜਦੋਂ ਹੁੰਦਾ ਉਦੋਂ ਸਾਰੇ ਚਲੇ ਜਾਂਦੇ ਨੇ ਜਾਂ ਲੰਚ ਦਾ ਟਾਈਮ ਹੋ ਜਾਂਦਾ ਹੈ। ਨੈਕਸਟ ਜੀ ਪਲੀਜ਼। हाँ जी, वाहिगुरु जी का खालसा वाहिगुरु जी की फतेह। हाँ, फतेह जरूर बुलाने जी। मेरा नाम है रजनी ਤੇ ਮੈਂ ਆਈ ਹਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਕੂਲ ਸੀਨੀਅਰ ਸੈਕੰਡਰੀ ਸਕੂਲ ਅਬਦਾਲ ਤੋਂ। ਮੇਰਾ ਸਵਾਲ ਇਹ ਹੈ ਕਿ ਪੜਤਾਲ ਸ਼ੈਲੀ ਕਿਵੇਂ ਗਾਇਨ ਕੀਤੀ ਜਾਂਦੀ ਹੈ ਸਰ? ਠੀਕ ਹੈ ਜੀ। ਹੋਰ ਸਵਾਲ ਕੋਈ ਜੀ? क्वेश्चन आए है कि ਜਿਹੜਾ ਪੜਤਾਲ ਹੈ ਆਮ ਹਾਂ, ਤੁਸੀਂ ਵੀ ਤੁਹਾਡੀ ਫੋਟੋ ਖਿਚਾਉਣੀ ਹੈ। ਆਮ ਕਰਕੇ ਕੀ ਹੈ ਕਿ ਜਿਹੜਾ ਪੜਤਾਲ ਅਸੀਂ ਗਾਇਨ ਕਰਦੇ ਆ ਸਾਡੇ ਗਾਇਨ ਦੇ ਨਾਲ ਨਾਲ ਹੀ ਤਾਲ ਚੇਂਜ ਹੁੰਦੀ ਹੈ, ਲੇਕਿਨ ਕੁਝ ਜਿਹੜੇ ਸੰਖੇਪਾਂ ਨੇ ਉਹ ਇਸ ਗੱਲ ਨੂੰ ਡਿਸਕ੍ਰਾਈਬ ਕਰਦੀਆਂ ਨੇ ਕਿ ਟਰੈਕ ਸੇਮ ਰਹੇ, ਅਸੀਂ ਆਪਣੀ ਵੇਰੀਏਸ਼ਨ ਜਿਹੜੀਆਂ ਸਪੋਜ਼ ਕਰੋ ਅਸੀਂ 11 ਚ ਗਾ ਰਹੇ ਹਾਂ ਤਾਂ ਉਹਦੇ ਵਿੱਚ ਹੀ ਅਸੀਂ 15 ਕਿੱਦਾਂ ਦੀ ਖਾਣੀ ਹੈ, ਉਹਦੇ ਵਿੱਚ ਅਸੀਂ 10 ਕਿੱਦਾਂ ਦੀ ਖਾਣੀ। ਤਾਂ ਕੀ ਚੀਜ਼ ਜਿਹੜੀ ਹੈ ਉਹ ਪਰਫੈਕਟ ਹੈਗੀ ਹੈ, ਕਿਸ ਤਰ੍ਹਾਂ ਕਰਨਾ ਚਾਹੀਦਾ? ਮੋਸਟਲੀ ਤੇ ਅਸੀਂ ਗਾਇਨ ਦੇ ਨਾਲ ਨਾਲ ਤਾਲ ਬਦਲੀ ਜਾਂਦੇ ਹਾਂ ਜੀ ਸਰ। ਨੈਕਸਟ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਜਗਦੀਪ ਸਿੰਘ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ। ਸਰ ਜਿਵੇਂ ਆਪ ਜੀ ਨੇ ਅੱਗੇ ਦੱਸਿਆ, ਅਸੀਂ ਦੇਖਿਆ ਇੱਥੇ ਸਾਹਮਣੇ ਵੀ 4 ਜਾਣਿਆਂ ਦੀ ਮੰਡਲੀ ਨੂੰ ਜਿਵੇਂ ਚੌਂਕੀ ਕਹਿੰਦੇ ਨੇ, ਪਹਿਲਾਂ ਛਾਣ ਵੱਜਦੀ ਹੈ, ਉਸ ਤੋਂ ਬਾਅਦ ਮੰਗਲਾਚਰਨ, ਉਸ ਤੋਂ ਬਾਅਦ ਧਰੂਪਦ ਦਾ ਤੇ ਬਾਅਦ ਪੌੜੀ। ਪਰ ਇੱਕ ਵਿੱਚ ਰੀਤ ਵੀ ਲਿਖੀ ਵੀ 5 ਚੀਜ਼ਾਂ ਦੀ ਕਾਊਂਟਿੰਗ ਕਰ ਸਕਦੇ ਨੇ। 4 ਕਈ ਬੁੱਕਸ ਦੇ ਵਿੱਚ 4 ਲਿਖੀਆਂ ਹੋਈਆਂ ਵੀ 4 ਜਾਣਿਆਂ ਦੀ ਮੰਡਲੀ ਨੂੰ ਚੌਂਕੀ ਕਹਿੰਦੇ ਨੇ। ਤੇ ਦੂਸਰਾ ਸਵਾਲ ਮੇਰਾ ਜਿਵੇਂ ਕਿ ਪੜਤਾਲ ਦਾ ਮੈਂ ਉਹਨੇ ਦੱਸਿਆ ਕਿ ਗੁਲਦਸਤਾ ਤੇ ਹਿੰਦੁਸਤਾਨ ਸੰਗੀਤ ਪੱਧਤੀ ਦਾ ਹੈ,
ਪਰ ਭਾਰਤੀ ਸੰਗੀਤ ਦੇ ਵਿੱਚ ਜਿਵੇਂ ਗੁਲਦਸਤੇ ਦੀ ਬੜੀ ਮਹਾਨਤਾ ਹੈ ਤੇ ਸਾਡੇ ਪੰਥ ਦੇ ਵਿੱਚ ਇਸ ਦੀ ਮਨਾਹੀ ਹੈ। ਜਿਵੇਂ ਕਿ ਭੈਰੋ ਤੇ ਅਸੀਂ ਚਾਰੇ ਭਾਗਾਂ ਨੂੰ ਗਾ ਸਕਦੇ ਹਾਂ, ਪਰ ਉਸ ਦੀ ਮਨਾਹੀ ਹੈ, ਉਹਦੇ ਬਾਰੇ ਵੀ ਥੋੜ੍ਹਾ ਜਿਹਾ ਜਾਣਨਾ ਪਾਉਣਾ ਜੀ। ਥੈਂਕ ਯੂ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I am Radha Bajaj from Shri Guru Har Krishan Public School, Basant Avenue. Sir, with due respect, in your first session, you told that there should be no. You actually talked about tunes or Pakistani tunes or whatsoever that should be omitted. But regarding to that, in that context, my question is कि when you are singing, जिवें कि साडी बानी जिहड़ी शब्द प्रधान बानी है, ਉਹਦੇ ਵਿੱਚ ਅਸੀਂ ਅਗਰ ਜਦੋਂ ਟਿਊਨ ਨਾਲ ਮੈਚ ਅਪ ਕਰਦੇ ਹਾਂ, ਸਮਟਾਈਮਸ ਬਾਣੀ ਦੀ ਜਿਹੜੀ ਗੁਰਬਾਣੀ ਹੈ ਉਹ ਕੰਪਰੈਸਡ ਹੋ ਜਾਂਦੀ ਹੈ। ਸੋ ਆਈ ਵੁੱਡ ਲਾਈਕ ਟੂ ਨੋ ਫਰੋਮ ਯੂ ਕਿ ਬੈਲੈਂਸਿੰਗ ਕਿਵੇਂ ਹੈ ਟਿਊਨਿੰਗ ਦੀ ਔਰ ਬਾਣੀ ਦੇ ਜਿਹੜੇ ਬੋਲ ਨੇ ਉਹ ਇੱਕ ਪ੍ਰੋਪਰ ਕ੍ਰਿਸਟਲ ਕਲੀਅਰ ਅਸੀਂ ਪੜ੍ਹ ਪਾਈਏ ਤੇ ਸੰਗਤ ਨੂੰ ਵੀ ਦੱਸ ਪਾਈਏ। ਸੋ ਇਜ਼ ਦੇयर ਐਨੀ ਟੈਕਨੀਕ? I've seen so many intellectuals also, they're just compressing the balancing, but I would like to know what is the actually technique ताकि clarity भी होवे और balancing नो manage ना करना पड़े, something like that. So thank you. Lexi. ਮੇਰੇ ਬੱਚਿਆਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਸਵਾਲ ਜ਼ਰੂਰ ਪੁੱਛਣਗੇ ਔਰ ਮੈਨੂੰ ਉਮੀਦ ਹੈ ਕਿ ਤੁਹਾਡੇ ਸਵਾਲ ਟੀਚਰਸ ਨਾਲੋਂ ਸ਼ਾਰਪ ਹੋਣਗੇ। ਤੁਸੀਂ ਸਾਰਿਆਂ ਨੇ ਸਵਾਲ ਕਰਨਾ ਹੈ। ਆਪਣੀ ਗੱਲ ਹੋਈ ਸੀ ਨਾ, ਸ਼ਾਬਾਸ਼। वाहिगुरु जी का खालसा, वाहिगुरु जी की फतेह। मेरा नाम जी रमेश कुमार है। स्कूल का नाम है स्प्रिंगडेल सीनियर स्कूल अमृतसर। सर मेरा क्वेश्चन है कि कई शब्द ने जिन्हां दे उपर पड़ताल नहीं लिखिया हुंदा, कि आपां उन्हां शब्दां नूं भी पड़ताल गायकी च गा सकते हैं या वो गलत है? और दूसरा मेरा एक क्वेश्चन सर यह भी है कि दसम बाणी तो चागड़दंग नागड़दंग मैं सुनिया 2-4 बारी, और जिन्ना जिन्ना ने भी गाया वो मालकोंस च गाया। ये मालकोंस राग जिहड़ा है वो 31 रागां च मेरा ख्याल नहीं आता। ते यह भी गाना उहदे च सही है कि नहीं? हाँ जी। वाहिगुरु जी का खालसा, वाहिगुरु जी की फतेह। मैं पूछना सीगा कि आपका नाम भी बख्शिश कौर, श्री गुरु हरकृष्ण पब्लिक स्कूल जीपी रोड। ਆਪਾਂ ਰਾਗ ਗਾਉਂਦੇ ਆ ਤੇ ਨਾਲ ਇੱਕ ਸ਼ੈਲੀ ਸ਼ਬਦ ਰੀਤ ਦੀ ਵੀ ਹੈ। ਸ਼ਬਦ ਰੀਤ ਵੀ ਰਾਗ ਤੋਂ ਹੀ ਬਣਦੇ ਆ, ਪਰ ਇਹਨਾਂ ਦਾ ਜਿਹੜਾ ਮੇਨ ਡਿਫਰੈਂਸ ਹੈ, ਜੇ ਆਪਾਂ ਕਿਸੇ ਨੂੰ ਡਿਫਾਈਨ ਕਰਨਾ ਹੋਵੇ ਨਾ, ਚ ਡਿਫਰੈਂਸ ਜਿਵੇਂ ਰਾਗ ਗਾਇਆ ਆਪਾਂ ਇੱਕ ਪਾਰਟਿਕੂਲਰ ਸ਼ਬਦ ਨੂੰ ਰਾਗ ਗਾਇਕੀ ਚ, ਸ਼ਬਦ ਰੀਤ ਤੇ ਰਾਗ ਗਾਇਕੀ ਵਿੱਚ ਇੱਕ ਮੇਨ ਡਿਫਰੈਂਸ ਉਹ ਕੀ ਹੈ? ਲਾਸਟ ਬਟ ਨਾਟ ਲੀਸਟ, ਇੱਕ ਤੇ 9 ਧੁਨੀਆਂ ਦੀ ਜਿਹੜੀ ਆਡੀਓ ਜਾਂ ਤੋਂ ਸਾਨੂੰ ਮਿਲ ਸਕਦੀ ਹੈ। ਦੂਸਰਾ ਸਰ ਜਦੋਂ ਅਸੀਂ 2 ਰਾਗਾਂ ਨੂੰ ਮਿਕਸ ਕਰਦੇ ਹਾਂ ਤਾਂ ਰਾਈਟ ਪਾਥ ਕੀ ਹੈ ਕਿ ਆਈਦਰ ਅਸੀਂ ਫਸਟ ਪਾਰਟ ਵਿੱਚ ਇੱਕ ਨੂੰ ਲਈਏ ਜਾਂ ਸੈਕਿੰਡ 'ਚ, ਜਾਂ ਆਈਦਰ ਅਸੈਂਡਿੰਗ ਡਿਸੈਂਡਿੰਗ 'ਚ ਦੋਨਾਂ ਨੂੰ ਮਿਕਸ ਕਰੀਏ। ਰਾਈਟ ਪਾਥ ਜਿਹੜਾ ਉਹ ਦੋਨਾਂ ਨੂੰ ਮਿਕਸ ਕਰਨ ਦਾ ਜਿਹੜਾ ਉਹ ਸਾਡੇ ਬੱਚੇ ਨੇ ਜੀ ਪਿੱਛੇ ਬੈਠੇ, ਉਹਨਾਂ ਨੂੰ ਮਾਈਕ ਜ਼ਰੂਰ
ਕਰਦੇ ਹੋ ਬੱਚਿਆਂ ਨੂੰ ਜੀ? ਬੱਚਿਆਂ ਨੇ ਮੇਰੇ ਨਾਲ ਬਹੁਤ ਅੱਛੀਆਂ ਗੱਲਾਂ ਕੀਤੀਆਂ ਸੀ ਤੇ ਹਾਂਜੀ ਬੇਟਾ ਕੋਈ ਸਵਾਲ ਬੇਟਾ? ਸ਼ਾਬਾਸ਼ ਸ਼ਾਬਾਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਵਿੰਦਰ ਸਿੰਘ ਭਾਈ ਵੀਰ ਸਿੰਘ ਗੁਰਬਖਸ਼ ਕਾਲਜ। ਭੁਪਿੰਦਰ ਸਿੰਘ ਜੀ? ਬਲਵਿੰਦਰ ਸਿੰਘ ਬਲਵਿੰਦਰ ਸਿੰਘ। ਤੇ ਸਾਡੇ ਕਾਲਜ ਵਿੱਚ ਇੱਕ ਨਾ ਕਿਤਾਬ ਹੈਗੀ ਆ ਰਾਗ ਨਾਦ ਸਭ ਸੱਚ ਹੈ। ਉਹ ਲਿਖੀ ਕਾਨਫਰੰਸ ਵੱਲੋਂ ਲਿਖੀ ਗਈ ਹੈ ਤੇ ਉਹਦੇ ਵਿੱਚ ਨਾ ਜੋ 31 ਰਾਗ ਆ ਨਾ ਉਹ ਜਿਹੜੀ ਉਹਨਾਂ ਦੀ ਅਰੋਹ ਆ ਉਹ ਥੋੜੀ ਨਾ ਮਿਸਟੇਕ ਹੋਈ ਆ ਨਾ, ਜੇ ਗਲਤ ਹੋਈ ਆ ਤੇ ਉਹਨਾਂ ਨੂੰ ਸੁਧਾਰਦਾ ਕੁਝ ਬਸ ਇਦਾਂ ਸੁਧਾਰਨ ਦੀ ਮਤਲਬ ਕੋਸ਼ਿਸ਼ ਕੀਤੀ ਹੈ ਥੋੜੀ ਜਿਹੀ ਤੇ ਅਸੀਂ ਉਹਨਾਂ ਵੱਲੋਂ ਵੇਖ ਕੇ ਸਾਰਾ ਸਿੱਖਣਾ ਹੁੰਦਾ ਤੇ ਉਹ ਉੱਥੇ ਗਲਤ ਲਿਖਿਆ ਤੇ ਉਹਦਾ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਬਸੰਤ ਦਾ ਆਪ ਜੀ ਨੇ ਅੱਗੇ ਵੀ ਦੱਸਿਆ ਵੀ ਸਾਡੇ ਚਲੋ ਗੁਲਾਬਲ ਖਾਟ ਦਾ ਹੁਣ ਅਸੀਂ ਕਾਫੀ ਕੀਤਾ ਆਪ ਜੀ ਕੋਲੋਂ ਵੀ ਉੱਥੇ ਪਟਿਆਲੇ ਵੀ ਲੈਸਨ ਸਾਗਾ ਮਾਦਾਨੀ ਉਹ ਆਪਾਂ ਕਰਦੇ ਹਾਂ, ਬਾਕੀ ਜ਼ਿਆਦਾਤਰ ਕੱਟ ਰੇਗਾ ਦਾ ਪੂਰਬੀ ਜਾਂ ਮਾਲਵਾ ਨੂੰ ਜ਼ਿਆਦਾ ਲਾਈਕ ਕਰਦੇ। ਅਸੀਂ ਕਈ ਥਾਵਾਂ ਤੇ ਬਸੰਤ ਗਾਉਂਦੇ ਹਾਂ ਆਪਣਾ ਗੁਰਮਤਿ ਸੰਗੀਤ ਦਾ, ਪਰ ਬੜਾ ਕਿੰਤੂ ਪਰੰਤੂ ਕੰਪੀਟੀਸ਼ਨਾਂ ਦੇ ਵਿੱਚ ਵੀ ਬੱਚਿਆਂ ਨਾਲ ਤੇ ਆਮ ਉਸਤਾਦਾਂ ਨਾਲ ਵੀ ਇਹ ਜ਼ਿਕਰ ਹੁੰਦਾ ਹੈ ਜੀ ਵੀ ਇਸ ਬਾਰੇ ਥੋੜ੍ਹਾ ਜਿਹਾ ਜ਼ਰੂਰ ਦੱਸਿਆ ਜਾਵੇ। ਤੇ ਨਾਲ ਸਰ ਆਪ ਜੀ ਦੀ ਜਿਹੜੀ ਬੁੱਕ ਸੀ ਅਸੀਂ ਗੁਰਮਤਿ ਸੰਗੀਤ ਪ੍ਰਬੰਧ ਤੇ ਪ੍ਰਸਾਰ, ਬਹੁਤ ਸਟੂਡੈਂਟ ਨੇ ਉੱਥੋਂ ਲੈਸਨ ਕੀਤਾ, ਬਹੁਤ ਸੋਹਣੀ ਥਿਊਰੀ ਉਹਦੇ ਵਿੱਚ ਤੇ ਨਾਲ ਉਹਦੀਆਂ ਜਿਹੜੀਆਂ ਮਗਰ ਆਪ ਜੀ ਨੇ ਨੋਟੇਸ਼ਨਾਂ ਦਿੱਤੀਆਂ ਨੇ ਆਸਾ ਦੀ ਆਵਾਜ਼, ਸੋਦਰ, ਲਾਣੀਆਂ, ਘੋੜੀਆਂ, ਖੁਸ਼ੀ ਦੇ ਗਮੀ ਦੇ ਗੁਰਪੁਰਬ ਦੇ ਸ਼ਬਦ ਜਿਹੜੇ ਵੀ ਸੀ ਤੇ ਉਹਦੇ ਅਕੋਰਡਿੰਗ ਆਪ ਜੀ ਉਸ ਲੈਵਲ ਤੇ ਛੋਟੇ ਬੱਚਿਆਂ ਵਾਸਤੇ ਖਾਸ ਕਰਕੇ, ਜਿਵੇਂ ਕਿ ਪ੍ਰੋਫੈਸਰ ਕਰਤਾਰ ਸਿੰਘ ਜੀ ਉਹਨਾਂ ਨੇ ਵੀ ਇੱਕ ਬੇਸਬੁੱਕ ਬਣਾਈ ਸੀ ਗੁਰਮਤਿ ਸੰਗੀਤ ਤੇ ਉਹ ਬੁੱਕਸ ਦੇ ਵਿੱਚ ਬਹੁਤ ਲਾਈਟ ਬੱਚਿਆਂ ਦੇ ਲੈਵਲ ਦਾ ਲੈਸਨ ਹੈ, ਉਹਦੇ ਅਕੋਰਡਿੰਗ ਆਪ ਜੀ ਥੋੜ੍ਹਾ ਜਿਹਾ ਛੋਟੇ ਬੱਚਿਆਂ ਵਾਸਤੇ ਛੋਟੀਆਂ ਬੰਦਿਸ਼ਾਂ ਦਾ ਉਪਰਾਲਾ। ਥੈਂਕ ਯੂ ਸਰ। ਹਾਂਜੀ ਹੋਰ ਸੀ ਇੱਧਰੋਂ ਹੋਰ ਕੋਈ ਸਵਾਲ? ਮਨ ਵਿੱਚ ਸਵਾਲ ਲੈ ਕੇ ਨਾ ਜਾਇਓ। ਗੁਰਮਤਿ ਸੰਗੀਤ ਦਾ ਇਹ ਖੁੱਲਾ ਦੌਰ ਹੈ ਔਰ ਇਹਦੇ 'ਚ ਸਾਰੇ ਆਪਣੇ ਮਨ ਦੀ ਗੱਲ ਜ਼ਰੂਰ ਕਰੋ। ਮੇਰੇ ਨਾਲ ਹੀ ਆਏ ਨੇ ਜਸਵਿੰਦਰ ਸਿੰਘ ਜੀ ਔਰ USA ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਾਣਕਾਰੀ ਦੇ ਤੌਰ 'ਤੇ ਸਿਰਫ ਇੰਨਾ ਜਾਣਨਾ ਚਾਹਾਂਗਾ ਕਿ ਕਈ ਵਾਰੀ ਅਸੀਂ ਸਟੇਜ ਦੇ ਉੱਪਰ ਜਾਂ ਮੇਰੇ ਵੱਡੇ ਭਾਈ ਸਾਹਿਬ ਡਾਕਟਰ ਗੁਰਨਾਮ ਸਿੰਘ ਜੀ ਹੋਰਾਂ ਨੇ ਵੀ ਕਾਫੀ ਵਾਰੀ ਜ਼ਿਕਰ ਕੀਤਾ ਹੈ ਕਿ ਰਾਗਮਾਲਾ ਦੇ ਵਿੱਚ ਜੋ ਸ਼ਬਦ ਹਨ ਉਹ 31 ਰਾਗਾਂ ਦੇ ਵਿੱਚ ਜੋ ਸ਼ਬਦ ਦਿੱਤੇ ਗਏ ਹਨ ਰਾਗਮਾਲਾ ਦੇ ਵਿੱਚ ਉਹ ਸ਼ਬਦ ਨਹੀਂ ਆਉਂਦੇ ਹਨ। ਤੇ ਅੱਜ ਮੈਨੂੰ ਇੱਥੇ ਬੈਠੇ ਨੂੰ ਵੀ ਪਤਾ ਲੱਗਿਆ ਕਿ ਵੀ ਇਹ ਰਾਗਮਾਲਾ ਦੇ ਉੱਪਰ ਇੱਥੇ ਪੁਰਾਣੇ ਸਮੇਂ ਵਿੱਚ ਬਹੁਤ ਸੈਮੀਨਾਰ ਵੀ ਹੋ ਚੁੱਕੇ ਹਨ ਤੇ ਮੈਂ ਚਾਹਾਂਗਾ ਕਿ ਇਸ ਵਰਕਸ਼ਾਪ ਦੇ ਦੌਰਾਨ ਅਗਰ ਥੋੜ੍ਹਾ ਜਿਹਾ ਕਿ ਚਾਨਣਾ ਇਹ ਪਾਇਆ ਜਾਵੇ ਕਿ ਰਾਗਮਾਲਾ ਦੇ ਅੰਦਰ ਜੋ ਸ਼ਬਦ ਹਨ ਉਹ ਅਗਰ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹਨ ਤਾਂ ਕਿੱਥੇ ਹਨ? ਰਾਗਮਾਲਾ ਦੇ ਰਾਗ, ਹਾਂਜੀ ਰਾਗਮਾਲਾ ਦੇ ਵਿੱਚ ਜੋ ਰਾਗ ਦਰਜ ਹਨ ਉਹ ਰਾਗ ਅਗਰ 31 ਰਾਗਾਂ ਦੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਵਿੱਚ ਨਹੀਂ ਆਉਂਦੇ ਤੇ ਉਹਨਾਂ ਦੇ ਬਾਰੇ ਥੋੜ੍ਹਾ ਬਹੁਤ ਅਗਰ ਕਿਸੇ ਨੇ ਵੀ ਗੁਰਮਤਿ ਸੰਗੀਤ ਦੀ ਮਰਿਆਦਾ ਦੇ ਅਨੁਸਾਰ ਜੇ ਅਧਿਐਨ ਕਰਨਾ ਹੋਵੇ ਤੇ ਉਹ ਕਿੱਥੇ ਦੇਖ ਸਕਦਾ ਹੈ? ਇਹ ਤੁਹਾਡੇ ਕੋਲ ਕਿਤਾਬ ਪਈ ਹੈ ਵਾਹਿਗੁਰੂ ਜੀ। ਇਸ ਕਿਤਾਬ ਦੇ ਵਿੱਚ ਸਭ ਤੋਂ ਪਹਿਲਾਂ ਰਾਗਮਾਲਾ ਸੰਬੰਧੀ ਮੈਂ ਨਹੀਂ, ਇਹ ਡਾਕਟਰ ਭਾਈ ਚਰਨ ਸਿੰਘ ਜੀ, ਭਾਈ ਵੀਰ ਸਿੰਘ ਜੀ ਨੇ ਔਰ ਇੱਕ ਵੱਖਰੀ ਕਿਤਾਬ ਵੀ ਸ਼ਾਇਦ ਚੀਫ ਖਾਲਸਾ ਦੀਵਾਨ ਨੇ ਹੀ ਛਾਪੀ ਸੀ, ਰਾਗਮਾਲਾ ਨਿਰਣੈ। ਇਹ ਕਿਤਾਬ ਵੀ ਹੈ। ਉਹ ਕਿਤਾਬ ਬਾਰੇ ਵਿੱਚ ਮੈਂ ਤੁਹਾਡਾ ਤੁਰੰਤ ਤਾਂ ਦਿੱਤਾ, ਮੇਰੇ ਸਾਹਮਣੇ ਕਿਤਾਬ ਪਈ ਸੀ। ਫਿਰ ਵੀ ਆਪਾਂ ਚਰਚਾ ਕਰਾਂਗੇ, ਇੱਥੇ ਗੱਲ ਕਰਾਂਗੇ ਇਸ ਸਵਾਲ ਬਾਰੇ ਵੀ। ਹਾਂਜੀ ਹੋਰ ਜੀ ਸਰ ਰਿਕੁਐਸਟ ਹੈ ਕਿ ਜਦੋਂ ਰਾਗਮਾਲਾ ਦੇ ਅੰਦਰ ਜਿਹੜੀਆਂ ਰਾਗਨੀਆਂ ਨੇ ਉਹਨਾਂ ਦਾ ਅਦੁੱਤੀ ਸੰਗੀਤ ਸੰਮੇਲਨ ਜੋਤੀ ਟਕਸਾਲ ਵਾਲਿਆਂ ਨੇ ਇੱਕ ਕੀਰਤਨ ਦਰਬਾਰ ਕਰਾਇਆ ਸੀ ਜਿਸ ਉਹਨਾਂ ਨੇ ਰਾਗਨੀਆਂ ਦੇ ਸਵਰੂਪ ਜਿਹੜੇ ਸੀ ਉਹ ਵੀ ਉਹਨਾਂ ਨੇ ਵੰਡੇ ਸੀ। ਕੀ ਉਹ ਸਾਨੂੰ ਇਸ ਤਰ੍ਹਾਂ ਦਾ ਕੁਝ ਦੁਬਾਰਾ ਸਾਨੂੰ ਉਸ ਤਰ੍ਹਾਂ ਦੀ ਪ੍ਰੋਵੀਜ਼ਨ ਹੋ ਸਕਦੀ ਹੈ ਕੋਈ? ਕਿਉਂਕਿ ਉਹਨਾਂ ਨੇ ਇੱਕ ਵਾਰੀ ਕਰਵਾਇਆ ਸੀ ਸਾਰੀਆਂ ਰਾਗਨੀਆਂ ਦਾ ਜਿਹੜਾ ਗਾਇਨ ਕਰਵਾਇਆ ਸੀ, ਉਹਨਾਂ ਦੇ ਸਵਰੂਪ ਵੀ ਵੰਡੇ ਸੀ ਉਹਨਾਂ ਨੇ।
ਹੋਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਮਨਦੀਪ ਸਿੰਘ ਹੈ। ਮੈਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਝਬਾਲ ਤੋਂ ਆਇਆ ਜੀ। ਮੇਰਾ ਸਰ ਸਵਾਲ ਹੈ ਕਿ ਜਿਹੜਾ ਕੋਮਲ ਰਿਸ਼ਵ ਅਸਾਵਰੀ ਆਪਣੇ ਗੁਰਮਤਿ ਸੰਗੀਤ 'ਚ ਨਾ ਕੁਝ ਜਗ੍ਹਾ 'ਤੇ ਅਸਾਵਰੀ ਸੁਗੰਧ ਦੇ ਨਾਮ 'ਤੇ ਹੈ ਨਾ ਦਰਜ ਹੈ, ਅਤੇ ਉਹਨੂੰ ਕੁਝ ਲੋਕ ਸਿਰਫ ਸਰ ਲੇਖ ਮੰਨਦੇ ਆ ਅਤੇ ਕੁਝ ਲੋਕ ਰਾਗ ਦੇ ਰੂਪ 'ਤੇ ਮੰਨਦੇ ਆ, ਅਤੇ ਉਹਦਾ ਆਪ ਜੀ ਦਾ ਕੀ ਵਿਚਾਰ ਹੈ ਜੀ? ਜਿਹੜਾ ਕੋਮਲ ਰਿਸ਼ਵ ਅਸਾਵਰੀ ਜਾਂ ਅਸਾਵਰੀ ਸੁਗੰਧ ਕਹਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਡਾਕਟਰ ਸਾਹਿਬ, ਇੱਕ ਬਸੰਤ ਰਾਗ ਦਰਬਾਰ ਸਾਹਿਬ ਇੱਕ ਨਿਸ਼ਚਿਤ ਸਮੇਂ 'ਚ ਸ਼ੁਰੂ ਹੋ ਕੇ ਨਿਸ਼ਚਿਤ ਸਮੇਂ ਤੱਕ ਚੱਲਦਾ, ਇਹਦਾ ਕੀ ਕਾਰਨ ਆ ਕਿ ਅੱਗੋਂ ਪਿੱਛੋਂ ਜਿਹੜਾ ਬਸੰਤ ਰਾਗ ਗਾਇਨ ਨਹੀਂ ਕੀਤਾ ਜਾ ਸਕਦਾ? ਸਿਰਫ ਉਸ ਸਮੇਂ ਵਿੱਚ ਹੀ ਦਰਬਾਰ ਉਹ ਮਨਜ਼ੂਰੀ ਉਹਦੀ ਕਿ ਉਸ ਸਮੇਂ ਦੇ ਅੰਦਰ ਨਿਸ਼ਚਿਤ ਸਮੇਂ ਦੇ ਅੰਦਰ ਬਾਕਾਇਦਾ ਅਰਦਾਸ ਨਾਲ ਸ਼ੁਰੂ ਹੁੰਦਾ, ਅਰਦਾਸ ਨਾਲ ਖਤਮ ਹੁੰਦਾ, ਇਹਦੇ ਪਿੱਛੇ ਕੀ ਕਾਰਨ? ਥੈਂਕ ਯੂ। ਹਾਂਜੀ ਹੋਰ ਜੀ ਸਾਊਂਡ ਵਾਲੇ ਵੱਲੋਂ ਕੋਈ ਸਵਾਲ? मैं ही लिख लूँगा। लो जी, बहुत अच्छा। वाहेगुरु जी का खालसा वाहेगुरु जी की फतेह। मेरा नाम गोल्डी चोपड़ा, स्कूल श्री गुरु हरकृष्ण पब्लिक स्कूल नंदा चौक। सर मैं पूछना चाहता कि पड़ताल शैली क्रमवार ही ताल दादरा 6 मात्रा 7 मात्रा 8 मात्रा 10 मात्रा ਜਾਂ 12 ਮਾਤਰਾ ਵਿੱਚ क्रमवार ही गाना जरूरी है ਜਾਂ नहीं? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਨਜੀਤ ਕੌਰ ਹੈ। ਮੈਂ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵਨੀ ਤੋਂ ਆਈ ਹਾਂ। ਸਰ ਮੇਰਾ ਸਵਾਲ ਹੈ ਕਿ ਜੇ 31 ਰਾਗ ਸ਼ੁੱਧ ਰਾਗ ਤੇ 31 ਰਾਗ ਮਿਸ਼ਰਤ ਰਾਗ ਹਨ, ਤੇ ਜਿਹੜੇ ਦਸਮ ਗ੍ਰੰਥ ਵਿੱਚ ਰਾਗ ਹਨ ਉਹ ਕੋਈ ਹੋਰ ਰਾਗ ਹਨ, ਤੇ ਉਹਨਾਂ ਨੂੰ ਕਿਵੇਂ ਗਾਇਆ ਜਾ ਸਕਦਾ ਹੈ? वाहिगुरु जी का खालसा वाहिगुरु जी की फतेह। सर मेरा नाम निकिता है, मैं गुरु हरकृष्ण पब्लिक स्कूल तरन तारण तो हाँ। सर मेरा एक क्वेश्चन है कि जिमें गुरमत संगीत दे नाल कीर्तन होंदा उदों दिलरुबा ताउस ਜਿਹੜੇ ਸਾਜ਼ ਵਰਤੇ ਜਾਂਦੇ ਹੈ ਕਿ ਸਰ ਸਿਤਾਰ ਵੀ ਅਸੀਂ ਯੂਜ਼ ਕਰ ਸਕਦੇ ਹਾਂ, ਤੇ ਉੱਤੇ ਕੋਈ ਓਬਜੈਕਸ਼ਨ ਜਾਂ ਕਿਸੇ ਜਜਮੈਂਟ ਕੋਈ ਕਰਨ ਆਏ ਤਾਂ ਅਸੀਂ ਉਹਨਾਂ ਨੂੰ ਆਨਸਰੇਬਲ ਹੋਈਏ ਕਿ ਨਹੀਂ ਸਿਤਾਰ ਵੀ ਇਹਦੇ ਵਿੱਚ ਯੂਜ਼ ਕਰ ਸਕਦੇ ਹਾਂ ਅਸੀਂ? ਸਰ ਮੇਰਾ ਇੱਕ ਹੋਰ ਸਵਾਲ ਹੈ, ਜਿਵੇਂ ਅਸੀਂ 31 ਰਾਗ ਜਾਂ ਮਿਸ਼ਰਤ ਰਾਗ ਸਿੱਖ ਲੈਂਦੇ ਹਾਂ, ਤੇ ਮਤਲਬ ਸਿੱਖ ਕੇ ਅਸੀਂ ਕੀਰਤਨ ਆਮ ਤੇ ਕਰ ਸਕਦੇ ਹਾਂ ਬੀਬੀਆਂ, ਹੈ ਨਾ, ਤੇ ਕੀ ਸਾਨੂੰ ਸ਼੍ਰੀ ਦਰਬਾਰ ਸਾਹਿਬ ਵਿੱਚ ਜਾਂ ਕਿਤੇ ਹੋਰ ਤਖਤ ਵਿੱਚ ਕੀਰਤਨ ਕਰਨ ਦੀ ਆਗਿਆ ਕਿਉਂ ਨਹੀਂ ਹੈ? ਇਸ ਮਰਿਆਦਾ ਬਾਰੇ ਥੋੜਾ ਕਹਿਣਾ। ਇਹਦੇ ਵਿੱਚ ਮੇਰਾ ਨਾਮ ਹੀ ਪਾ ਦਿਓ ਸਰ। ਹਾਂਜੀ, ਇਹ ਬੀਬੀਆਂ ਦੇ ਸਵਾਲ ਦਾ ਜਵਾਬ। ਹੁਣ ਜੀ ਪਹਿਲੀ ਤਾਂ ਗੱਲ ਹੈ ਕਿ ਬੀਬੀਆਂ ਦਾ ਸਵਾਲ ਜਿਹੜਾ ਹੈ ਨਾ, ਇਹ ਕਿ ਬੀਬੀਆਂ ਨੂੰ ਕੀਰਤਨ ਰਬਾਬੀਆਂ ਨੂੰ ਔਰ ਬੀਬੀਆਂ ਨੂੰ ਹੈ, ਇਹ ਬੰਦਿਆਂ ਦਾ ਕੋਈ ਚੱਕਰ ਹੋਣਾ, ਬਾਕੀ ਤਾਂ ਵੈਸੀ ਚਲੋ ਉਹ ਤਾਂ ਜਸਟ ਮੈਂ ਵੈਸੀ ਗੱਲ ਕਰ ਰਿਹਾ, ਜਸਟ ਨਹੀਂ। ਹੁਣ ਗੱਲ ਇਹ ਹੈ ਕਿ ਰਬਾਬੀਆਂ ਬਾਰੇ ਵੀ ਸਾਨੂੰ ਆਮ ਜਿੱਥੇ ਅਸੀਂ ਜਾਂਦੇ ਹਾਂ ਤੇ ਸਾਨੂੰ ਇਹ ਸਵਾਲ ਹੁੰਦਾ ਹੈ ਕਿ ਵੀ ਤੁਸੀਂ ਇਹ ਕਿਉਂ ਨਹੀਂ ਕਰਨ। ਕਈ ਥਾਂ ਹੁੰਦੇ ਤਾਂ ਸਾਨੂੰ ਬਹੁਤ, ਕਿਉਂਕਿ ਮੈਂ SCPC ਦੇ ਨਾਲ ਜੁੜਿਆ ਹੋਇਆ। SCPC ਸਾਡੀ ਆਪਣੀ ਸੰਸਥਾ ਹੈ, ਸਿੱਖਾਂ ਦੀ ਸਰਵਉੱਚ ਸੰਸਥਾ ਹੈ। ਬੜੀਆਂ ਘਾਲਣਾਵਾਂ ਦੇ ਨਾਲ ਅਸੀਂ ਉਸ ਨੂੰ ਸਥਾਪਿਤ ਕੀਤਾ ਔਰ ਮੈਂ ਉਸ ਦਾ ਬਹੁਤ ਸਤਿਕਾਰ ਕਰਦਾ। ਔਰ SCPC ਦੇ ਪ੍ਰਬੰਧ ਨੂੰ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਮੈਂ ਬਹੁਤ ਉਸ ਨੂੰ ਜਾਣਦਾ, ਪਰ ਮੈਂ ਕਾਫੀ ਜਾਣਦਾ, ਕਿਉਂਕਿ ਬਚਪਨ ਤੋਂ SCPC ਜਿਹੜੀ ਹੈ ਸਾਡੇ
ਸਾਡੀ ਪੇਰੈਂਟਲ ਸੰਸਥਾ ਰਹੀ ਹੈ ਔਰ ਹੁਣ ਵੀ SCBC ਬਹੁਤ ਵਧੀਆ ਕੰਮ ਕਰ ਰਹੀ ਹੈ। ਪਰ SCBC ਦੇ ਕੰਮਾਂ ਨੂੰ ਹਾਈਲਾਈਟ ਪ੍ਰੋਪਰਲੀ ਨਹੀਂ ਕੀਤਾ ਜਾਂਦਾ। ਗੁਰਮਤਿ ਸੰਗੀਤ ਦੇ ਕੰਟੈਕਸ ਵਿੱਚ ਦੇਖੀਏ ਤਾਂ ਮਿਸ਼ਨਰੀ ਕਾਲਜ ਚਲਾਉਣਾ, ਸਿਲੇਬਸ ਉੱਤੇ ਬਣਾਉਣਾ, ਗੁਰਮਤਿ ਸੰਗੀਤ ਨੂੰ ਲਾਗੂ ਕਰਨਾ, ਤੰਤੀ ਸਾਜ਼ਾਂ ਦੀ ਪਰੰਪਰਾ, ਹੋਰ ਬਹੁਤ ਸਾਰੇ ਐਸੇ ਕਾਰਜ ਨੇ। ਕਿੰਨੇ ਕੀਰਤਨੀਆਂ ਨੂੰ ਨੌਕਰੀਆਂ ਦੇਣਾ, ਦੋ ਕੰਮ ਨਹੀਂ ਕਰ ਸਕੇ ਰਬਾਬੀਆਂ ਨੂੰ ਔਰ ਬੀਬੀਆਂ ਨੂੰ। ਜਿੱਦੋਂ ਤੱਕ ਗੱਲ ਰਬਾਬੀਆਂ ਦੀ ਹੈ ਕਿ ਹੁਣ ਉੱਥੇ ਅੰਮ੍ਰਿਤਧਾਰੀ ਜਿਹੜੀ ਸਿੱਖ ਮਰਿਆਦਾ ਉਸ ਵਿੱਚ ਇਹ ਹੈ ਕਿ ਅੰਮ੍ਰਿਤਧਾਰੀ ਕੀਰਤਨ ਕਰ ਸਕਦਾ। ਬਾਕੀ ਇਹ ਨਹੀਂ ਕਿ ਬਾਕੀ ਨਹੀਂ ਕਰ ਸਕਦੇ, ਕਰੋ ਜਿੰਨਾ ਮਰਜ਼ੀ ਕੀਰਤਨ ਕਰੋ, ਪਰ ਗੁਰੂ ਦੀ ਹਜ਼ੂਰੀ ਵਿੱਚ ਜਿੱਥੇ ਮਰਿਆਦਤ ਰੂਪ ਵਿੱਚ ਕੀਰਤਨ ਕੀਤਾ ਜਾਂਦਾ ਉੱਥੇ ਗੁਰੂ ਦੀ ਹਜ਼ੂਰੀ ਵਿੱਚ ਅੰਮ੍ਰਿਤਧਾਰੀ ਹੀ ਕੀਰਤਨ ਕਰ ਸਕਦਾ ਹੈ। ਜੇ ਇਸ ਨੂੰ ਅਸੀਂ ਜਦੋਂ ਵੀ ਕੋਈ ਧਰਮ ਨਾ ਆਪਣੀ ਆਰੰਭਕ ਸਟੇਜ ਦੇ ਵਿੱਚ ਹੁੰਦਾ ਤੇ ਉੱਥੇ ਫਿਰ ਕੋਈ ਵੀ ਬਹੁਤ ਕੁਝ ਹੋ ਜਾਂਦਾ। ਪਰ ਜਿਵੇਂ ਜਿਵੇਂ ਧਰਮ ਦਾ ਵਿਕਾਸ ਹੁੰਦਾ, ਧਰਮ ਦੇ ਵਿਗਿਆਨੀ ਬੈਠੇ ਨੇ, ਪ੍ਰੋਫੈਸਰ ਹਰੀ ਸਿੰਘ ਜੀ, ਪ੍ਰਿੰਸੀਪਲ ਸੂਬਾ ਸਿੰਘ ਜੀ, ਮੈਂ ਤਾਂ ਧਰਮ ਦਾ ਵਿਦਿਆਰਥੀ ਵਿਗਿਆਨੀ ਨਹੀਂ, ਪਰ ਗੁਰਮਤਿ ਸੰਗੀਤ ਦਾ ਮੈਂ ਇੱਕ ਵਿਦਿਆਰਥੀ ਨੇ ਮਾੜਾ ਜਿਹਾ। ਉਹ ਧਰਮ ਜਦੋਂ ਡਿਵੈਲਪ ਹੋ ਕੇ ਸਿਧਾਂਤ ਦੇ ਰੂਪ ਵਿੱਚ ਸਥਾਪਿਤ ਹੋ ਜਾਂਦਾ ਹੈ ਤੇ ਬੜੀ ਮੁਸ਼ਕਿਲ ਦੇ ਨਾਲ ਸਾਡੇ ਬਜ਼ੁਰਗਾਂ ਨੇ, ਵੱਡਿਆਂ ਨੇ, ਸੰਤਾਂ ਨੇ, ਸਾਧਾਂ ਨੇ, ਵਿਦਵਾਨਾਂ ਨੇ ਸਿੱਖ ਰਹਿਤ ਮਰਿਆਦਾ ਬਣਾਈ ਹੈ। ਇਹ ਚੀਜ਼ਾਂ ਬਹੁਤ ਮੁਸ਼ਕਿਲ ਦੇ ਨਾਲ ਇਹ ਸਥਾਪਿਤ ਹੋਈਆਂ ਨੇ। ਉਹਨਾਂ ਨੂੰ ਇੱਕ ਇੱਕ ਕਰਕੇ ਜੇ ਅਸੀਂ ਤੋੜਦੇ ਜਾਵਾਂਗੇ ਤਾਂ ਫਿਰ ਸਾਡੇ ਧਰਮ ਦਾ ਬਹੁਤ ਨੁਕਸਾਨ ਹੋਏਗਾ। ਔਰ ਅਗਰ ਇਹਦੇ ਵਿੱਚ ਉਹਨਾਂ ਨੇ ਇਹ ਕਰ ਦਿੱਤਾ ਹੈ ਕਿ ਗੁਰੂ ਦੀ ਹਜ਼ੂਰੀ ਵਿੱਚ ਹੁਣ ਗੁਰਸਿੱਖ ਹੀ ਕੀਰਤਨ ਕਰ ਸਕਦਾ ਹੈ, ਤੇ ਦੂਸਰਾ ਜੇ ਅਗਰ ਤੁਸੀਂ ਕੀਰਤਨ ਕਰਨਾ ਹੈ, ਕੀਰਤਨ ਚੌਕੀ ਕਰਨੀ ਹੈ, ਅਗਰ ਪਰ ਇਸ ਤੋਂ ਇਲਾਵਾ ਇਹ ਹੈ ਕਿ ਹੁਣ ਕੋਈ ਬੱਚਾ ਹੈ ਤੇ ਉਹਨੂੰ ਅਸੀਂ ਕੀਰਤਨ ਨਾ ਕਰਨ ਦਈਏ, ਇਹ ਵੀ ਕੋਈ ਬਹੁਤ ਅੱਛੀ ਗੱਲ ਨਹੀਂ। ਉਹ ਉਹਨਾਂ ਨੂੰ ਕੀਰਤਨ ਇੱਕ ਦਾ ਇੱਕ ਸ਼ਬਦ ਜਿਹੜਾ ਉਹ ਗਾਇਨ ਕਰ ਸਕਦੇ ਨੇ ਜਾਂ ਕਰਦੇ ਨੇ, ਜਾਂ ਆਪਾਂ ਕਰਵਾ ਵੀ ਲੈਂਦੇ ਹਾਂ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ। ਪਰ ਜਿਹੜੀ ਸਥਾਪਿਤ ਸਾਡੇ ਗੁਰੂ ਘਰ ਨੇ, ਜਿੱਥੇ ਮਰਿਆਦਤ ਰੂਪ ਵਿੱਚ ਇੱਕ ਖਾਸ ਮਰਿਆਦਾ ਹੈ, ਚਾਹੇ ਦਰਬਾਰ ਸਾਹਿਬ ਦੀ ਹੋਵੇ, ਚਾਹੇ ਸਾਡੇ ਦੂਸਰੇ ਗੁਰਦੁਆਰਾ ਸਾਹਿਬਾਨ ਦੀ ਹੋਵੇ, ਤਖਤ ਸਾਹਿਬਾਨ ਦੀ ਹੋਵੇ, ਹਰ ਤਖਤ ਸਾਹਿਬਾਨ ਦੀ ਇੱਕ ਆਪਣੀ ਮਰਿਆਦਾ ਹੈ। ਹੁਣ ਅਗਰ ਤੁਸੀਂ ਇਨ ਕੰਪੈਰੀਜ਼ਨ ਟੂ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ, ਹਜ਼ੂਰ ਸਾਹਿਬ ਦੀ ਮਰਿਆਦਾ ਨੂੰ ਲਾਓਗੇ ਤੇ ਉੱਥੇ ਇੱਥੇ ਆਸਾ ਦੀ ਵਾਰ ਦੇ ਵਿੱਚ ਮਹਾਰਾਜ ਦਾ ਪਾਲਕੀ ਆ ਜਾਂਦੀ ਹੈ ਔਰ ਉਸ ਤੋਂ ਬਾਅਦ ਉਹਨਾਂ ਦਾ ਉਹ ਸਥਾਪਨ ਹੁੰਦਾ ਹੈ। ਹਜ਼ੂਰ ਸਾਹਿਬ ਦੀ ਮਰਿਆਦਾ ਹੋਰ ਹੈ। ਉਹ ਹਰ ਥਾਂ ਦੀ ਆਪੋ ਆਪਣੀ ਮਰਿਆਦਾ ਹੁੰਦੀ ਹੈ, ਆਪੋ ਆਪਣੇ ਨਿਯਮ ਹੁੰਦੇ ਨੇ, ਆਪੋ ਆਪਣੇ ਸਿਧਾਂਤ ਹੁੰਦੇ ਨੇ। ਅਸੀਂ ਐਲਾਨ ਕਰ ਦਈਏ ਕਿ ਜੀ ਸਾਨੂੰ ਆਹ ਕਰਨ ਦਿੱਤਾ ਜਾਏ, ਇਹਦੇ ਨਾਲ ਧਰਮ ਨਹੀਂ ਚੱਲਦਾ। ਧਰਮ ਨੂੰ ਚਲਾਉਣ ਲਈ ਮਰਿਆਦਾ ਦਾ ਪਾਲਣ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਉਸ 'ਤੇ ਪਹਿਰਾ ਦੇਣਾ ਵੀ ਜ਼ਰੂਰੀ ਹੈ। ਉਹ ਪਹਿਰਾ ਦੇਣਾ ਇਕੱਲਾ ਉੱਥੇ ਦੇ ਜਿਹੜੇ ਮਰਿਆਦਾ ਦੇ ਕਸਟੋਡੀਅਨ ਨੇ ਉਹਨਾਂ ਦਾ ਹੀ ਨਹੀਂ, ਸਾਡੇ ਸਾਰਿਆਂ ਦਾ ਵੀ ਜ਼ਰੂਰੀ ਹੈ। ਜਦੋਂ ਤੱਕ ਬੀਬੀਆਂ ਦੇ ਕੀਰਤਨ ਦੇ ਕਰਨ ਦਾ ਸਵਾਲ ਹੈ, ਪਹਿਲੀ ਤਾਂ ਗੱਲ ਇਹ ਹੈ ਕਿ ਮੈਂ ਬੀਬੀਆਂ ਦੇ ਹੱਕ ਵਿੱਚ ਹਾਂ। ਮੈਂ ਚਾਹੁੰਦਾ ਕਿ ਬੀਬੀਆਂ ਉੱਥੇ ਕੀਰਤਨ ਕਰਨ, ਪਰ ਬੀਬੀਆਂ ਨੂੰ ਵੀ ਉਹ ਜੋ ਸਾਡੀ ਮਰਿਆਦਾ ਹੈ ਉਸ ਦਾ ਪਾਲਣ ਕਰਨਾ ਹੋਏਗਾ ਤੇ ਆਪਣੇ ਆਪ ਨੂੰ ਪਰਿਪੱਕ ਕਰਨਾ ਹੋਏਗਾ ਕਿ ਉਹ ਵੀ ਕੀਰਤਨ ਉਸੇ ਤਰ੍ਹਾਂ ਹੀ ਕਰ ਸਕਣ ਜਿਵੇਂ ਉੱਥੇ ਦੇਖੋ ਅਸੀਂ ਕੀਰਤਨ ਕਰਦੇ ਹਾਂ, ਇੱਕ ਕੀਰਤਨ ਚੌਕੀ ਲਗਾਣੀ ਹੁੰਦੀ ਹੈ ਤੇ ਕਿੰਨੀ ਕਿੰਨੀ ਤਿਆਰੀ ਕਰਨੀ ਪੈਂਦੀ ਹੈ। ਇੱਕ ਤਾਂ ਇਹ ਗੱਲ ਹੈ, ਪਰਿਪੱਕ ਹੋਣਾ, ਸਿੱਖੀ 'ਚ ਪਰਿਪੱਕ ਹੋਣਾ, ਮਰਿਆਦਾ 'ਚ ਪਰਿਪੱਕ ਹੋਣਾ ਗੱਲ ਵੱਖਰੀ ਹੈ, ਪਰ ਆਪਣੇ ਆਪ ਨੂੰ ਗੁਰਮਤਿ ਸੰਗੀਤ ਵਿੱਚ, ਕੀਰਤਨ ਵਿੱਚ ਪਰਿਪੱਕ ਕਰਨਾ ਇਹ ਬੀਬੀਆਂ ਨੂੰ ਕਰਨਾ ਹੋਏਗਾ। ਉਸ ਲਈ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਦਾ ਨੰਬਰਦਾਰ ਹੋਣ ਦੇ ਨਾਤੇ ਬੀਬੀ ਜਗੀਰ ਕੌਰ ਜੀ ਨੂੰ ਜਦੋਂ ਪ੍ਰਧਾਨ ਸੀ ਉਹਨਾਂ ਨੂੰ ਮੈਂ ਕਿਹਾ ਕਿ ਹੁਣ ਤਾਂ ਕਰ ਦਿਓ ਲਾਗੂ, ਤੇ ਮੈਂ ਉਹਨਾਂ ਨੇ ਆਪਣੀ ਸਲਾਹਕਾਰ ਕਮੇਟੀ ਵਿੱਚ ਮੈਨੂੰ ਪਾਇਆ ਹੋਇਆ ਸੀ। ਮੈਂ ਕਿਹਾ ਇਦੋਂ ਅੱਛਾ ਮੌਕਾ ਕੀ ਹੋ ਸਕਦਾ। ਚਲੋ ਉਹਨਾਂ ਦਾ ਵਿਰੋਧ ਹੋਇਆ ਇਸ ਗੱਲ ਉੱਤੇ, ਪਰ ਅਜੇ ਤੱਕ ਅਸੀਂ ਬੀਬੀਆਂ ਦਾ, ਹੁਣ ਬੀਬੀ ਪ੍ਰਭਜੋਤ ਕੌਰ ਚੀਫ ਖਾਲਸਾ ਦੀਵਾਨ ਵਿੱਚ ਕੰਮ ਕਰਦੇ ਨੇ, ਪਰ ਇਹਨਾਂ ਨੂੰ ਕਿਸੇ ਨਾ ਕਿਸੇ ਜਿਹੜੀ ਸਿੱਖ ਸੰਸਥਾ ਹੈ, ਕੀਰਤਨ ਦੀ ਸੰਸਥਾ, ਜਿੱਥੇ ਬਾਕਾਇਦਾ ਕੀਰਤਨ ਪ੍ਰਚਾਰਕ ਦੇ ਤੌਰ ਉੱਤੇ ਅਸੀਂ ਟ੍ਰੇਨਿੰਗ ਦਿੰਦੇ ਹਾਂ ਬੀਬੀਆਂ ਦੇ ਲਈ। ਮੈਂ ਬੀਬੀ ਪ੍ਰਭਜੋਤ ਕੌਰ ਦੀ ਗੱਲ ਨਹੀਂ ਕਰ ਰਿਹਾ, ਇਹ ਤਾਂ ਚਲੋ ਬਹੁਤ ਅੱਛੇ ਨੇ ਔਰ ਸਾਡੇ ਪੰਥ ਦੇ ਪ੍ਰਸਿੱਧ ਕੀਰਤਨੀਏ ਨੇ। ਬੀਬੀਆਂ ਦੇ ਲਈ ਕੋਈ ਇੰਸਟੀਟਿਊਸ਼ਨ ਐਸਾ ਹੋਣਾ ਚਾਹੀਦਾ ਜਿੱਥੇ ਅਸੀਂ ਉਹਨਾਂ ਨੂੰ ਕੀਰਤਨ ਵਿੱਚ ਪਰਿਪੱਕ ਕਰ ਸਕੀਏ। ਬੀਬੀ ਜੀ ਨੂੰ ਮੈਂ ਸੁਝਾਅ ਦਿੱਤਾ ਕਿ ਦੇਖੋ, ਅਗਰ ਅਸੀਂ ਬੀਬੀਆਂ ਨੂੰ 3 ਕਵੀਸ਼ਰੀ ਜਥੇ ਵਿੱਚ 4 ਹੋ ਜਾਂਦੀਆਂ ਨੇ, ਢਾਡੀ ਜਥੇ ਵਿੱਚ ਹੋ ਜਾਂਦੀਆਂ ਨੇ, ਕੀਰਤਨ ਵਿੱਚ ਹੋ ਜਾਂਦੀਆਂ ਨੇ, ਅਗਰ ਅਸੀਂ ਪਿੰਡਾਂ ਦੇ ਵਿੱਚੋਂ ਗਰੀਬ ਬੱਚਿਆਂ ਨੂੰ ਅਸੀਂ ਇਸ ਪਾਸੇ ਲਿਆਈਏ, ਉਹਨਾਂ ਨੂੰ ਅਸੀਂ ਪਰਿਪੱਕ ਕਰੀਏ, ਤਾਂ ਕਿੰਨੇ ਸਾਡੇ ਬੱਚੇ ਜਿਹੜੇ ਨੇ, ਕਿੰਨੇ ਘਰ ਜਿਹੜੇ ਨੇ ਸਿੱਖੀ ਨਾਲ ਜੁੜ ਜਾਣਗੇ, ਕਿੰਨਿਆਂ ਦੀ ਪਲੇਸਮੈਂਟ ਹੋ ਜੂਗੀ, ਕਿੰਨੇ ਜਿਹੜੇ ਨੇ
ਉਹ ਪਰਿਵਾਰ ਜਿਹੜੇ ਨੇ ਔਰ ਪਰਿਵਾਰਾਂ ਤੋਂ ਅੱਗੇ ਪਰਿਵਾਰ ਆਉਣ ਵਾਲੀਆਂ ਨਸਲਾਂ ਸਾਡੀਆਂ ਸਿੱਖੀ ਵਿੱਚ ਪ੍ਰਪੱਕ ਹੋ ਜਾਣਗੀਆਂ ਕੇਵਲ ਇਸ ਨਾਲ ਕਿ ਅਸੀਂ ਇਹ ਉਪਰਾਲਾ ਕਰ ਦਈਏ। ਸੋ ਬੀਬੀਆਂ ਨੂੰ ਇੱਕ ਹੋਰ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਉੱਥੇ ਦੇਗ ਨਹੀਂ ਸੀ ਚੜਾਉਣ ਦਿੰਦੇ, ਪਤਾ ਹੈ ਨਾ ਤੁਹਾਨੂੰ, ਇਸ ਸਾਖੀ ਦਾ ਪਤਾ ਹੈ ਨਾ, ਤੇ ਵੱਡਿਆਂ ਨੂੰ ਤਾਂ ਪਤਾ ਹੋਊਗਾ। ਤਾਂ ਫਿਰ ਕੀ ਕੀਤਾ ਸਿੰਘਾਂ ਨੇ, ਉਹ ਸਾਰੇ ਆਪਣੇ ਸਿਰਾਂ ਦੇ ਉੱਪਰ ਲੈ ਕੇ ਗਏ ਦੇਗ, ਤੇ ਜਿਨ੍ਹਾਂ ਦੇ ਨੂੰ ਦੇਗ ਚੜਾਉਣ ਨਹੀਂ ਸੀ ਦਿੰਦੇ ਉਹ ਕਹਿੰਦੇ ਪੁਜਾਰੀ ਭੱਜ ਗਏ। ਫਿਰ ਮਤਲਬ ਪੁਜਾਰੀਆਂ ਦਾ ਸੀ ਨਾ। ਇਸ ਲਈ ਹੈ ਕਿ ਤੁਸੀਂ ਇੰਨੀਆਂ ਕਿ ਬੀਬੀਆਂ ਤਿਆਰ ਹੋ। ਸਿਰਫ ਇਹ ਸਾਰੇ ਇਕੱਠ ਦੇ ਵਿੱਚ ਜੇ 20 ਬੀਬੀਆਂ ਨੇ ਤਾਂ ਉਹਦੇ ਵਿੱਚੋਂ 2 ਬੀਬੀਆਂ ਨੇ ਕਿਹਾ ਕਿ ਮੈਂ ਵੀ ਕੀਰਤਨ ਕਰਨਾ, ਉਹਦੇ ਵਿੱਚੋਂ ਇੱਕ ਬੀਬੀ ਹੈ ਜਿਹੜੀ ਕਰ ਸਕਦੀ ਹੈ ਤੇ ਬਾਕੀ ਬੀਬੀ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ ਮੈਨੂੰ ਨਹੀਂ ਪਤਾ। ਅਜੇ ਤੱਕ ਸਾਡੇ ਕੋਲ ਬੀਬੀਆਂ ਦੇ ਇਨ ਕੰਪੈਰੀਜ਼ਨ ਟੂ ਮੇਲ ਕੀਰਤਨੀ ਜਥਾ ਦੱਸੋ ਕਿੰਨੇ ਕੀਰਤਨੀ ਜਥੇ ਨੇ, ਉਂਗਲਾਂ ਤੇ ਗਿਣੇ ਜਾਣ ਵਾਲੇ ਸਾਡੇ ਕੋਲ 2-4 ਜਥੇ ਨੇ। ਉਹਨਾਂ ਨੂੰ ਵੀ ਜੇ ਕਹੀਏ ਆਸਾ ਦੀ ਵਾਰ ਦਾ ਕੀਰਤਨ ਔਰ ਉੱਥੇ ਕੀਰਤਨ ਚੌਕੀ ਲਗਾਉਣੀ ਕਰਨੀ ਬਹੁਤ ਮੁਸ਼ਕਿਲ ਹੈ। ਇਹ ਨਾ ਸੋਚੋ ਕਿ ਉੱਥੇ ਬਹੁਤ ਆਸਾਨ ਹੁੰਦਾ ਜਦੋਂ ਉਸ ਦਰਬਾਰ ਵਿੱਚ ਅਸੀਂ ਕੀਰਤਨ ਕਰਨਾ ਹੁੰਦਾ, ਪਰ ਬੀਬੀਆਂ ਦੇ ਜਥੇ ਟੈਸਟ ਦਿਓ, ਕਿੰਨੇ ਬੀਬੀਆਂ ਨੇ ਜਾ ਕੇ ਦਰਬਾਰ ਸਾਹਿਬ ਵਿੱਚ ਜਾਂ ਕਿਸੇ ਗੁਰਦੁਆਰੇ ਵਿੱਚ ਕੀਰਤਨ ਕਰਨ ਦੇ ਲਈ ਐਪਲੀਕੇਸ਼ਨ ਦਿੱਤੀ ਹੈ ਕਿ ਸਾਡੇ ਜਥੇ ਨੂੰ ਤੁਹਾਡਾ ਜਥਾ ਕਿਉਂ ਨਹੀਂ ਰੱਖਿਆ ਗਿਆ। ਦਰਬਾਰ ਸਾਹਿਬ ਨਹੀਂ, ਨੋ, ਤੁਸੀਂ ਕੀਰਤਨ ਕਰੋ ਐਸਜੀਪੀਸੀ ਦੇ ਇੰਪਲਾਈ ਬਣ ਕੇ, ਕਹੋ ਕਿ ਸਾਡਾ ਜਥਾ ਭਰਤੀ ਕਰੋ ਜੀ। ਉਸ ਗੁਰਦੁਆਰੇ 'ਚ ਨਹੀਂ ਹੁੰਦਾ, ਹੋਰ ਸਾਨੂੰ ਲਾਓ, ਠੀਕ ਹੈ। ਉਹ ਤੁਹਾਨੂੰ ਨਾ ਕਰ ਹੀ ਨਹੀਂ ਕਾਨੂੰਨ ਨਾ ਨਹੀਂ ਕਰ ਸਕਦੇ। ਅਗਰ ਉਹ ਕਰਦੇ ਨੇ ਤਾਂ ਤੁਸੀਂ ਆਪਣੇ ਬੀਬੀਆਂ ਇਕੱਠੀਆਂ ਹੋ, ਜੇ ਤੁਸੀਂ ਇਕੱਠੀਆਂ ਹੀ ਨਹੀਂ ਹੈਗੀਆਂ ਤਾਂ ਤੁਹਾਡੀ ਆਵਾਜ਼ ਕੌਣ ਸੁਣੇਗਾ, ਹੈ ਜੀ। ਕਿਰਨਜੋਤ ਕੌਰ ਜੀ ਨੇ ਐਪਲੀਕੇਸ਼ਨ ਦਿੱਤੀ ਸੀ। ਨਹੀਂ, ਕਿਰਨਜੋਤ ਕੌਰ ਤਾਂ ਬਲਕਿ ਮੀਤ ਪ੍ਰਧਾਨ ਹੋਣਗੇ ਜਾਂ ਕੁਝ ਹੋਣਗੇ ਨਾ, ਜਦੋਂ ਉੱਥੇ ਜਦੋਂ ਕੀਰਤਨੀਆਂ ਦੀ ਰਿਕਰੂਟਮੈਂਟ ਹੁੰਦੀ ਹੈ ਤਾਂ ਅਸੀਂ ਉੱਥੇ ਉਸ ਪੈਰਾਮੀਟਰ ਤੇ ਪੂਰੇ ਉਤਰ ਕੇ ਜਿਹੜੀ ਅਸੀਂ ਇਹ ਕਹੀਏ ਕਿ ਇੱਕ ਕੀਰਤਨ ਚੌਕੀ ਮੈਨੂੰ ਲਗਾਉਣ ਦਿੱਤੀ ਜਾਵੇ, ਮੈਂ ਇਸ ਨਾਲ ਮੁਤਫਿਕ ਨਹੀਂ ਕਿ ਕੋਈ ਕੀਰਤਨ ਚੌਕੀ ਨਾਲ ਕੋਈ ਕ੍ਰਾਂਤੀ ਨਹੀਂ ਆ ਜਾਣੀ। ਬੀਬੀਆਂ ਦੇ ਕੀਰਤਨ ਦੇ ਇੰਸਟੀਟਿਊਸ਼ਨਸ ਹੋਣ, ਉੱਥੇ ਉਹਨਾਂ ਨੂੰ ਬਾਕਾਇਦਾ ਤਾਲੀਮ ਦਿੱਤੀ ਜਾਵੇ ਔਰ ਫਿਰ ਉਹ ਜਾ ਕੇ ਦਰਬਾਰ ਸਾਹਿਬ ਵੀ ਕੀਰਤਨ ਕਰ ਸਕਦੀਆਂ ਨੇ ਜੇ ਉੱਥੇ ਪ੍ਰਬੰਧ ਅਲਾਉ ਕਰੇ। ਜੇ ਦਰਬਾਰ ਸਾਹਿਬ, ਦੂਸਰੀ ਗੱਲ ਮੇਰੀ ਇੱਕ ਗੱਲ ਸਮਝੋ ਕਿ ਸਾਰਾ ਕੁਝ ਤੁਹਾਡਾ ਹੁਣ ਦਰਬਾਰ ਸਾਹਿਬ ਨਾਲ ਹੀ ਅਟਕਿਆ ਪਿਆ, ਉੱਥੇ ਕੀਰਤਨ ਕਰੋਗੇ ਤਾਂ ਹੀ ਕ੍ਰਾਂਤੀ ਆਉਣੀ ਹੈ। ਬਾਕੀ ਥਾਵਾਂ ਤੇ ਕੀਰਤਨ ਨਹੀਂ ਹੁੰਦਾ। ਤੁਸੀਂ ਰੱਜ ਕੀਰਤਨ ਕਰੋ, ਬੜੇ ਇਤਿਹਾਸਿਕ ਗੁਰਦੁਆਰੇ ਨੇ, ਬੜੇ ਕੀਰਤਨ ਦਰਬਾਰ ਹੁੰਦੇ ਨੇ, ਪਰ ਸਾਰੇ ਕੀਰਤਨੀਆਂ ਦੇ ਮੁਕਾਬਲੇ ਦੇ ਵਿੱਚ ਕੀਰਤਨੀਆਂ ਦੇ ਬੀਬੀਆਂ ਦੇ ਕੀਰਤਨ ਜਥੇ ਬੜੇ ਘੱਟ ਨੇ। ਔਰ ਪਰਿਵਾਰਕ ਤੌਰ ਤੇ, ਸਮਾਜਿਕ ਤੌਰ ਤੇ ਸਾਡੀਆਂ ਬਹੁਤ ਸਾਰੀਆਂ ਐਸੀਆਂ ਮਜਬੂਰੀਆਂ ਵੀ ਨੇ ਜਿਹਦੇ ਕਰਕੇ ਬੀਬੀਆਂ ਨਿਰੰਤਰ ਕੀਰਤਨ ਬਹੁਤ ਘੱਟ ਐਸੇ ਪਰਿਵਾਰ ਹੁੰਦੇ ਨੇ ਜਿਹੜੇ ਸਮੁੱਚੇ ਤੌਰ ਤੇ ਬੀਬੀ ਪ੍ਰਭਜੋਤ ਕੌਰ ਵਰਗੇ ਸੰਗੀਤ ਨੂੰ ਸਮਰਪਿਤ ਹੁੰਦੇ ਨੇ ਤੇ ਉਹਨਾਂ ਦਾ ਬੜਾ ਬਹੁਤਾ ਕਰ ਲੈਂਦੇ ਨੇ। ਅਦਰਵਾਈਜ਼ ਤਾਂ ਬੀਬੀਆਂ ਦਾ ਜਿਹੜਾ ਜਥੇ ਨੇ ਉਹ ਬੜੀ ਜਲਦੀ ਟੁੱਟਦੇ ਵੀ ਨੇ ਔਰ ਇੱਕ ਖਾਸ ਏਜ, ਖਾਸ ਉਸ ਤੱਕ ਚੱਲਦੇ ਨੇ, ਉਸ ਤੋਂ ਬਾਅਦ ਜਥਾ ਜਿਹੜਾ ਉਹਨਾਂ ਨੂੰ ਤੋੜਨਾ ਪੈਂਦਾ। ਫਿਰ ਹੈ ਕਿ ਬਾਹਰ ਦੇਖੋ, ਹੁਣ ਇਸ ਤਰ੍ਹਾਂ ਨਾ ਕਰੋ ਤੁਸੀਂ ਬੀਬੀਆਂ ਦੇ ਕੀਰਤਨੀ ਜਥਿਆਂ ਦੀ ਗੱਲ, ਕਿੰਨੀਆਂ ਗ੍ਰੰਥੀ ਨੇ ਬੀਬੀਆਂ, ਕਿੰਨੀਆਂ ਹੈਡ ਗ੍ਰੰਥੀ ਨੇ, ਕਿੰਨੀਆਂ ਪ੍ਰਚਾਰਕ ਨੇ। ਸੋ ਉਸੇ ਰੇਸ਼ੋ ਦੇ ਮੁਤਾਬਿਕ ਹੀ ਇਹ ਕੰਮ ਹੋਣਾ। ਕੋਈ ਵੀ ਪੰਥ ਦੇ ਵਿੱਚ ਕੋਈ ਵੀ ਸਿਆਣਾ ਬੰਦਾ ਜਿਹੜਾ ਹੈ ਉਹਦਾ ਇਸ ਦੇ ਖਿਲਾਫ ਨਹੀਂ ਕਿ ਬੀਬੀਆਂ ਕੀਰਤਨ ਨਾ ਕਰਨ, ਕਿਉਂਕਿ ਬੀਬੀਆਂ ਕੱਲਾ ਮੈਂ ਤੁਕੀ ਨਹੀਂ ਬੋਲਦਾ ਕਿ ਸੋ ਕੇ ਬੰਦਾ ਆਖੀ ਹੈ। ਅਸੀਂ ਤਾਂ ਬੀਬੀਆਂ ਨੂੰ ਗ੍ਰੰਥੀ ਸਾਹਿਬ ਵੀ ਸਿਖਾ ਰਹੇ ਹਾਂ, ਕਾਊਸ ਵੀ ਸਿਖਾ ਰਹੇ ਹਾਂ, ਉਹ ਟੀਚਰਸ ਵੀ ਨੇ, ਉਹ PhD ਵੀ ਕਰ ਰਹੀਆਂ ਨੇ, ਉਹ ਪ੍ਰੋਫੈਸਰ ਵੀ ਲੱਗੀਆਂ ਹੋਈਆਂ ਨੇ ਔਰ ਕਈ ਸਕੂਲਾਂ ਦੇ ਵਿੱਚ ਵੀ ਪ੍ਰਭਜੋਤ ਕੌਰ ਵਰਗੀਆਂ ਵਰਕਸ਼ਾਪਾਂ ਵੀ ਕਰਾ ਰਹੀਆਂ ਨੇ। ਉਹ ਇੱਕ ਕਮਾਲ ਕਰ ਰਹੀਆਂ ਨੇ ਬੀਬੀਆਂ ਦੇ ਨਾਂ ਦਾ ਹੁਣ ਜਕਾਰਾ ਹੀ ਲਾਣਾ ਬਣਦਾ, ਇਹ ਤੋਂ ਜ਼ਿਆਦਾ ਸਿਫਤ ਨਹੀਂ ਕੀਤੀ ਜਾ ਸਕਦੀ। ਸੋ ਤੁਸੀਂ ਕੀਰਤਨ ਕਰੋ, ਹੰਬੜਾ ਮਾਰੋ ਔਰ ਇੰਨਾ ਕੀਰਤਨ ਕਰੋ ਕਿ ਪੰਥ ਦਾ ਤੁਹਾਡੇ ਕੀਰਤਨ ਬਿਨਾਂ ਸਰੇ ਹੀ ਨਾ। ਕੋਈ ਅਸੀਂ ਬਾਹਰ ਵੈਸਟ ਦੇ ਵਿੱਚ, ਬਾਹਰ ਦੇ ਗੁਰੂ ਘਰਾਂ ਵਿੱਚ ਅਸੀਂ ਪਿੱਛੇ ਇੱਕ ਪ੍ਰੋਗਰਾਮ ਕੀਤਾ। ਹੁਣ ਬੀਬੀਆਂ ਨੇ ਕਹਿਣਾ ਤੁਸੀਂ ਕੀ ਕੀਤਾ? ਅਸੀਂ ਇੱਕ ਪ੍ਰੋਗਰਾਮ ਕੀਤਾ, ਉਹਦਾ ਨਾਂ ਅਸੀਂ ਰੱਖਿਆ ਗਾਵਨੀ। ਗਾਵਨੀ ਕਿੱਥੋਂ ਲਿਆ? ਪ੍ਰਿਯ ਕੀ ਸੋਭ ਸੁਹਾਵਨੀ ਨੀਕੀ, ਹਾ ਹੂ ਗੰਧਰਵ ਅਪਸਰਾ ਆਨੰਦ ਮੰਗਲ ਰਸ ਗਾਵਨੀ ਨੀਕੀ। ਉੱਥੇ ਦੀਆਂ ਬਾਹਰ ਦੀਆਂ ਬੀਬੀਆਂ ਕੈਲੀਫੋਰਨੀਆ ਦੇ ਕਹਿੰਦੀਆਂ ਕਿ ਇਹਦਾ ਨਾਂ ਇਹ ਰੱਖ ਕੇ ਸਾਨੂੰ ਮੌਕਾ ਦਿਓ। ਅਸੀਂ ਇੱਕ ਦਿਨ ਪੂਰਾ ਬੀਬੀਆਂ ਦੇ ਜਥਿਆਂ ਤੋਂ ਕੀਰਤਨ ਕਰਵਾਇਆ ਰਾਗਾਤਮਕ। ਹਰ ਜਿੱਥੇ ਅਸੀਂ ਰਾਗਾਤਮਕ ਕੀਰਤਨ ਦਰਬਾਰ ਅਸੀਂ ਕਰਦੇ ਹਾਂ 4-5 ਅਮਰੀਕਾ ਦੇ ਵਿੱਚ, ਉਹਦੇ ਵਿੱਚ ਬੀਬੀਆਂ ਦਾ ਇੱਕ ਜਥਾ ਅਸੀਂ ਜ਼ਰੂਰ ਰੱਖਦੇ ਹਾਂ, ਠੀਕ ਹੈ। ਉਹ ਗਾਵਨੀ ਪ੍ਰੋਗਰਾਮ ਸਾਰਾ ਹੀ ਡੈਡੀਕੇਟਡ ਹੈ ਸਾਡੇ
ਬੀਬੀਆਂ ਦੇ ਜਥਿਆਂ ਤੁਸੀਂ ਇੱਥੇ ਬੀਬੀਆਂ ਦਾ ਕੀਰਤਨ ਕਿਉਂ ਦਰਬਾਰ ਕਿਉਂ ਨਹੀਂ ਕਰਦੇ? ਜਾਂ ਜਿੱਥੇ ਵੀ ਕੀਰਤਨ ਦਰਬਾਰ ਹੁੰਦੇ ਨੇ ਉੱਥੇ ਆਪਣਾ ਕਿਉਂ ਨਹੀਂ ਕਹਿੰਦੇ ਕਿ ਅਗਰ 3 ਜਥੇ ਤੁਸੀਂ ਮੇਲ ਕੀਤੇ ਨੇ ਤਾਂ 2 ਜਥੇ ਜਿਹੜੇ ਨੇ ਤੁਸੀਂ ਸਾਡੇ ਬੀਬੀਆਂ ਦੇ ਕੰਪਲਸਰੀ ਕਰੋ? ਚਾਹੀਦਾ ਵੀ ਹੈ, ਕਿਉਂਕਿ ਅਗਰ ਇਹ ਨਹੀਂ ਕਰਨਗੀਆਂ, ਕਿਉਂਕਿ ਤੁਹਾਨੂੰ ਤਾਂ ਦੇਖੋ ਮਿਊਜ਼ਿਕ ਵਾਲਿਆਂ ਹੋ, ਤੁਹਾਨੂੰ ਤਾਂ ਪਤਾ ਹੈ ਇਸ ਗੱਲ ਦਾ, ਪਰ ਬਾਕੀਆਂ ਨੂੰ ਨਹੀਂ ਪਤਾ। ਸਕੇਲ ਦੀ ਪ੍ਰੋਬਲਮ ਹੈ। ਹੁਣ ਬੀਬੀਆਂ ਨੇ ਤਾਂ ਸਦਾਬਹਾਰ ਨੇ ਸਾਰੀ ਉਮਰ ਗਾਈ ਜਾਣਾ ਇੱਕੋ ਸਕੇਲ ਤੇ, ਬੱਚਿਆਂ ਨੇ ਵੀ ਗਾਈ ਜਾਣਾ। ਹੁਣ ਬੱਚੇ ਨੇ ਜਦੋਂ ਉਹਦਾ ਸਕੇਲ ਬਦਲ ਗਿਆ ਤਾਂ ਬੱਚੇ ਨੇ ਨਹੀਂ ਗਾਣਾ। ਤਾਂ ਬੀਬੀਆਂ ਦਾ ਕੀਰਤਨ ਜ਼ਿਆਦਾ ਕਾਰਗਰ ਹੈ ਟੂਵਰਡਸ ਟੀਚਿੰਗ ਆਫ ਮਿਊਜ਼ਿਕ। ਅਗਰ ਤੁਸੀਂ ਕੰਪੋਜੀਸ਼ਨ ਗਾ ਕੇ ਆਪਣੀ ਆਵਾਜ਼ ਰਿਕਾਰਡ ਕਰਾਓਗੇ ਤਾਂ ਤੁਹਾਡੇ ਲਿਸਨਰ, ਤੁਹਾਡੇ ਸਿੱਖਣ ਵਾਲੇ ਜ਼ਿਆਦਾ ਨੇ, ਤੁਹਾਡੀ ਅਪਰੋਚ ਜ਼ਿਆਦਾ ਲੋਕਾਂ ਤੱਕ ਹੈ। ਸੋ ਤੁਸੀਂ ਆਪਣਾ ਫਰਜ਼ ਪਛਾਣਦਿਆਂ ਹੋਇਆ ਅੱਜ ਸਾਰੀਆਂ ਬੀਬੀਆਂ, ਕਿੰਨੀਆਂ ਬੀਬੀਆਂ ਕੀਰਤਨ ਕਰਨੀਆਂ ਚਾਹੁੰਦੀਆਂ ਨੇ? ਹੱਥ ਖੜਾ ਕਰੋ। 1 2 3 4 ਲਓ ਜੀ। ਦੂਸਰਾ ਹੱਥ ਖੜਾ ਕਰੋ। ਦੂਸਰਾ ਇਹਦੇ ਨੂੰ ਖੜਾ ਰੱਖੋ, ਦੂਸਰਾ ਕਰੋ। ਹੁਣ ਇੰਜ ਕਰਕੇ ਕਹੋ ਕਿ ਮੈਂ 31 ਰਾਗ ਸਿੱਖਾਂਗੀ, 31 ਰਾਗਾਂ ਵਿੱਚ ਕੀਰਤਨ ਸਿੱਖ ਕੇ ਕਰਾਂਗੀ। ਕਹੋ। ਜੇ ਤੁਸੀਂ ਸਿੱਖੋਗੇ ਤਾਂ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਕੀਰਤਨ ਕਰਨ ਤੋਂ ਨਹੀਂ ਰੋਕ ਸਕਦੀ। ਮੇਰੀ ਸਟੇਟਮੈਂਟ ਲਿਖੋ, ਠੀਕ ਹੈ ਨਾ? ਐਡੀ ਗੱਲ ਹੈ। ਦੇਖੋ ਜੇ ਤੁਸੀਂ ਸ੍ਰੀ ਰਾਗ ਤੋਂ ਲੈ ਕੇ ਜੈਵੰਤੀ ਤੱਕ ਕੀਰਤਨ ਕਰੋਗੇ ਅਰਦਾਸ ਕਰਕੇ, ਤੇ ਗੁਰੂ ਗ੍ਰੰਥ ਸਾਹਿਬ ਤਾਂ ਘਟ ਘਟ ਕੇ ਅੰਤਰ ਕੀ ਜਾਣਦੇ ਹੋ, ਸਾਰਿਆਂ ਦੀਆਂ ਇੱਛਾਵਾਂ, ਸਭੇ ਇੱਛਾ ਪੂਰੀਆਂ ਕਰਨ ਵਾਲੇ ਨੇ। ਤਾਂ ਤੁਹਾਡੀ ਕਿਉਂ ਨਹੀਂ ਕਰਨਗੇ ਬਈ? ਤੁਸੀਂ ਤਾਂ ਉਹਨਾਂ ਦੇ ਬੜੇ ਨੇੜੇ ਹੋ, ਔਰ ਜੀਵ ਇਸਤਰੀ ਹੈ ਔਰ ਪਰਮਾਤਮਾ ਪਤੀ ਪਰਮੇਸ਼ਵਰ ਹੈ, ਤੇ ਤੁਹਾਨੂੰ ਤਾਂ ਪਹਿਲਾਂ ਹੀ ਬੜਾ ਵੱਡਾ ਦਰਜਾ ਦਿੱਤਾ ਹੈ। ਮਦਰਸ ਡੇ ਆ ਰਿਹਾ ਹੈ, ਤਾਂ ਮਦਰਸ ਡੇ ਉੱਤੇ ਮੈਂ ਕੰਪੋਜੀਸ਼ਨ ਬਣਾਈ ਹੈ, ਤਾਂ ਮੈਂ ਤੁਹਾਨੂੰ ਕੰਪੋਜੀਸ਼ਨ ਸੁਣਾ। ਇਹ ਕੱਲ ਹੀ ਬਣੀ ਹੈ। आओ भाई। केड़ा राग है भाई? आसा। आसा राग साडा अगर एक राग चुनना होए 31 ਰਾਗਾਂ ਦੇ ਵਿੱਚੋਂ, ਗੁਰੂ ਨਾਨਕ ਦਾ ਪ੍ਰਿਯ ਰਾਗ ਕਿਹੜਾ ਸੀ? ਆਸਾ। ਠੀਕ ਹੈ ਨਾ? ਕਿੱਥੋਂ ਲਿਆਏ ਸੀ? ਉਹਨਾਂ ਤੋਂ ਪਹਿਲਾਂ ਕਿਹਨੇ ਵਰਤਿਆ ਇਹ? ਪਾਕ ਬਟਨ ਤੋਂ ਟੁੰਡੇ ਅਸਰਾਜੇ ਕੀ ਧੁਨੀ। ਠੀਕ ਹੈ? ਔਰ ਆਸਾ ਦੀ ਵਾਰ ਸਵੇਰੇ ਆਪਾਂ ਕੀ ਕੀਰਤਨ ਕਰਦੇ ਹਾਂ ਇਸ ਵਿੱਚ? ਆਸਾ ਜੀ ਦੀ ਵਾਰ ਦਾ। ਔਰ ਸ਼ਾਮ ਨੂੰ ਕੋਈ ਐਸਾ ਰਾਗ ਨਹੀਂ ਦੁਨੀਆ ਦੇ ਵਿੱਚ ਜਿਹੜਾ 2 ਟਾਈਮ ਤੇ ਗਾਇਆ ਜਾਂਦਾ ਹੋਵੇ। ਇਹ ਗੱਲਾਂ ਯਾਦ ਨਹੀਂ ਰੱਖਣੀਆਂ, ਆਪਣੇ ਦਿਲ ਤੱਕ ਨਹੀਂ ਰੱਖਣੀਆਂ। ਦਿਨ ਵਿੱਚ ਗੁਰਮਤਿ ਸੰਗੀਤ ਦੀਆਂ 5 ਗੱਲਾਂ ਤੁਸੀਂ ਲੋਕਾਂ ਨੂੰ ਦੱਸਣੀਆਂ ਨੇ। ਘਰ 'ਚ ਦੱਸੋ, ਵਿਦਿਆਰਥੀ ਨੂੰ ਦੱਸੋ, ਨਾਲ ਬੈਠੇ ਬੱਸ ਵਿੱਚ ਸਵਾਰੀ ਨੂੰ ਦੱਸੋ, ਹੈ ਨਹੀਂ ਹੁੰਦੇ ਤਾਂ ਸੇਬ ਲੈਂਦੇ ਰੇਹੜੀ ਵਾਲਿਆਂ ਨੂੰ ਵੀ ਦੱਸ ਆਓ ਕਿ ਭਾਈ ਸਾਰਾ ਗੁਰੂ ਗ੍ਰੰਥ ਸਾਹਿਬ ਰਾਗਾਂ 'ਚ ਹੈ, ਤਾਂ ਸਾਡੇ ਗੁਰਮਤਿ ਸੰਗੀਤ ਦਾ ਪ੍ਰਚਾਰ ਹੋਣਾ। ਜੇ ਤੁਸੀਂ ਉਹਦੇ ਐਂਬੈਸਡਰ ਬਣੋਗੇ, ਜੇ ਤੁਸੀਂ ਸਭ ਨੂੰ ਦੱਸੋਗੇ, ਸੰਗਤ ਨੂੰ ਦੱਸੋਗੇ, ਜੇ ਤੁਸੀਂ ਕੀਰਤਨੀਆਂ ਨੂੰ ਸਵਾਲ ਕਰੋਗੇ ਕਿ ਭਾਈ ਰਾਗਾਂ 'ਚ ਗਾਇਆ ਕਰੋ, ਤੁਸੀਂ ਰਾਗੀ ਹੋ ਜੀ, ਕਿੱਥੋਂ ਦੇ ਰਾਗੀ ਹੋ? ਇਸ ਜਗ੍ਹਾ ਦੇ ਜੀ। ਤਾਂ ਫਿਰ ਜੀ ਤੁਸੀਂ ਕਰੋ। ਤੁਸੀਂ 31 ਰਾਗਾਂ ਦੇ ਵਿੱਚ ਕੀਰਤਨ ਕਿਉਂ ਨਹੀਂ ਕਰਦੇ? ਅੱਜ ਸਾਨੂੰ ਰਾਮਕਲੀ ਵਿੱਚ ਪੈਸਾ ਕੀ ਕਹਿ ਰਹੇ ਸੀ? ਮੈਂ ਹੱਥ ਇਸ ਕਰਕੇ ਕਰ ਰਿਹਾ ਮੇਰੀ ਫੋਟੋ ਆਵੇ ਵਧੀਆ, ਤੋ ਖਿੱਚ ਲਓ ਜੀ। ਹੁਣ ਅੱਗੇ ਚੱਲਾਂ ਮੈਂ। ਪ੍ਰੋਫੈਸਰ ਸੂਬਾ ਸਿੰਘ ਜੀ ਕਹਿ ਰਹੇ ਸੀ, ਪ੍ਰਿੰਸੀਪਲ ਸੂਬਾ ਸਿੰਘ ਜੀ ਕਹਿ ਰਹੇ ਸੀ ਕਿ ਮੈਂ ਰਿਕੁਐਸਟ ਕਰਦਾ ਹੁੰਨਾ, ਕੀ ਰਿਕੁਐਸਟ ਕਰਦਾ ਹੁੰਨਾ ਕਿ ਰਾਮਕਲੀ ਦੀ ਇੱਕ ਪੌੜੀ ਤੁਸੀਂ ਆਨੰਦ ਸਾਹਿਬ ਦੀ ਇੱਕ ਪੌੜੀ ਰਾਗ ਰਾਮਕਲੀ ਵਿੱਚ ਲਾਇਆ ਕਰੋ। ਇਹ ਤੁਹਾਡਾ ਫਰਜ਼ ਬਣਦਾ ਹੈ ਕਿ ਜਿੱਥੇ ਵੀ ਕੀਰਤਨ ਕਰੋ ਉੱਥੇ ਤੁਸੀਂ ਰਾਗ ਰਾਮਕਲੀ ਵਿੱਚ ਆਨੰਦ ਸਾਹਿਬ ਦਾ ਅਹਿਦ ਕਰੋ ਕਿ ਜਿੱਥੇ ਵੀ ਗਾਓਗੇ ਘੱਟੋ ਘੱਟ ਰਾਗ ਰਾਮਕਲੀ ਵਿੱਚ ਆਨੰਦ ਸਾਹਿਬ ਦਾ ਗਾਓਗੇ ਨਾ। ਠੀਕ ਹੈ ਨਾ? ਕਰੋ ਆਵਾਜ਼ ਬੁਲੰਦ। ਇਹ ਦੇਖੋ ਮੈਂ ਤਾਂ ਤੁਹਾਨੂੰ ਅੱਜ ਇਹੀ ਕਰਨ ਆਇਆ ਕਿ ਔਰ ਦੇਖੋ ਕੀ ਹੁੰਦਾ ਹੈ ਕਿ ਗੁਰਮਤਿ ਸੰਗੀਤ ਦੇ ਅਸੀਂ ਅਧਿਆਪਕ ਬਣ ਜਾਂਦੇ ਹਾਂ। ਬੇਟਾ ਤੇਰੀ ਕੇਸਰੀ ਬਾਤ ਬਹੁਤ ਅੱਛੀ ਹੈ। ਮੈਂ ਜਿਹੜੀ ਤੁਹਾਨੂੰ ਅਰਜ਼ ਕਰ ਰਿਹਾ, 1 ਮਿੰਟ, ਇਹ ਜਿੱਥੇ ਵੀ ਕੀਰਤਨ ਹੁੰਦਾ ਹੈ ਨਾ, ਸਭ ਤੋਂ ਪਹਿਲਾਂ ਜਿਹੜੇ ਕੀਰਤਨੀਏ ਨੇ ਜਾਂ ਟੀਚਰ ਨੇ ਉਹ ਕਹਿੰਦੇ ਨੇ ਜੀ ਕਿ ਨਹੀਂ ਅੱਜ ਮੇਰਾ ਮੂਡ ਨਹੀਂ, ਅੱਜ ਤਾਂ ਮੇਰਾ ਗਲਾ ਖਰਾਬ ਹੈ, ਨਹੀਂ ਮੈਂ ਨਹੀਂ ਗਾ ਸਕਦਾ, ਮੇਰਾ ਤਬਲੇ ਵਾਲਾ ਨਹੀਂ। ਇਹ ਕੰਪਲੈਕਸ ਕੱਢੋ। ਸਾਨੂੰ ਗੁਰੂ ਨੇ ਕੀਰਤਨ ਦੇ ਲੜ ਲਾਇਆ, ਸੰਗੀਤ ਦੇ ਲੜ ਲਾਇਆ, ਸਾਨੂੰ ਨਿਵਾਜਿਆ, ਸਾਨੂੰ ਬਖਸ਼ਿਸ਼ ਕੀਤੀ ਹੈ। ਬਖਸ਼ਿਸ਼ ਤੇਰਾ ਨਾਂ ਹੈ ਨਾ?
तो सानू की बख्शिश कीती है? कीर्तन दी, और शब्द दे कीर्तन दी बख्शिश कीती है। जिथे भी कीर्तन होवे तुसी गाना जरूर, कीर्तन जरूर करना। तुसी शब्द, तुहाडा ये फर्ज है कि तुसी तां बाकी को करे ना करे, सब तो पहला, क्योंकि साडी स्टेज है, ਅਸੀਂ ਸਾਡਾ हक पहला। लोग ਤਾਂ इंच नहीं छड्डदे, अपनी स्टेज का कुर्सी नहीं छड्डदे, ਆਪਾਂ अपनी गद्दी क्यों छड्डीए? सो ਅਸੀਂ सब तो पहला कीर्तन जरूर करांगे, शब्द जरूर गावांगे, शब्द गुरु दे राग विच गावांगे। राग किहड़े ने? 31 राग ने। ਇਹ ਗੱਲ ਨੂੰ ਅਗਰ ਅਸੀਂ ਆਪਣੇ ਮਨ ਵਿੱਚ ਧਾਰ ਲਵਾਂਗੇ, ਬਾਕੀ ਤੁਹਾਡੀ ਸਾਰੀਆਂ ਗੱਲਾਂ ਦੇ ਮੈਂ ਜਵਾਬ ਦਿਆਂਗਾ। तो ਆਪਾਂ ਆਓ ਇੱਕ ਮਿੱਠੀ ਪਿਆਰੀ ਜਿਹੜੀ ਧੁਨ ਹੈ ਇਹਨਾਂ ਬੀਬੀਆਂ ਦੇ ਸਵਾਲ ਨੂੰ ਸਮਰਪਿਤ ਕਰਦੇ ਹਾਂ। ਮਾਫ ਕਰਨਾ। ਵਾਗੇ ਗੁਰੂ ਮੇਰੀ ਮਾਏ सारे इथे जवाब आ गए। सो क्यों बिसरे, सो क्यों। गुरु नानक पातशाह नूं ध्यान च रखो, कहते हैं ना गुरु नानक ने गा के पा लिया, ठीक है। साखी की सी कि वो बबीहा बोल रहा सी ना, कि गुरु नानक पातशाह भी गा रहे सी। तो माता जी कहते कि नानक सौ जा, हूँ तो बहुत रात पै गई। तो कहते कि आ बबीहे का प्यारा तो नेड़े है, तो मेरा प्यारा तो बड़ी दूर है, तो मैनू ज्यादा गाना पएगा। ये नहीं चुप करता तो मैं किवें? मेरी माए, मेरी माए, मेरी माए, सो क्यों कितों मिलता मैनू? मैनू मिलता हर अमृत पिन्ने लोइना तो। अगर आसा नू समझना तो रागियां तो ही मिलता है। हर जुग जुग भगत पाया, हर अमृत पिन्ने लोइना, सोदर तेरा के गा, सो कर के गा। कितों मिलता है सानू? साडे स्रोत ने, पुराने कीर्तनिया ने जो दिते ने। मेरी माए, मेरी सो क्यों बिसरे मेरी माए, सो क्यों कोमल शाद भी लगा देंगे सी, पर मैं गलती ना लगा गया। मेरी माए सो क्यों बिसरे मेरी माए, साचा साहिब साचे नारे, साचा साहिब साचे नारे, सो क्यों बिसरे मेरी माए, मैं सो क्यों बिसरे मेरी माए, मेरी माए। इन्होंने सुनी नहीं, पहली बार करना गा।
ਨਿਰਧਾਰਿਤ ਕਰੀਏ ਤਾਲ ਔਰ ਕਿਵੇਂ ਬਾਣੀ ਨੂੰ, ਉਹ ਬਾਣੀ ਨੂੰ ਗਾਣਾ ਸ਼ੁਰੂ ਕਰੋ। ਬਾਣੀ ਦਾ ਤੁਹਾਡੀ ਆਪ ਉਂਗਲ ਫੜ ਕੇ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਉਹ ਆਗੇ ਹੋਏ ਲੇਤ ਨਹੀਂ ਕਿ ਸਤਿਗੁਰੂ ਖੜਾ ਹੈ। ਬਾਣੀ ਨੂੰ ਇੱਕ ਵਾਰੀ ਛੇੜੋ ਸਹੀ, ਅੱਗੇ ਅੱਗੇ ਤੁਹਾਨੂੰ ਬਾਣੀ ਆਪਣੇ ਵਹਾਅ ਵਿੱਚ ਵਹਾ ਲੈ ਜਾਂਦੀ ਹੈ। ਤੁਹਾਨੂੰ ਉਹ ਸ਼ਬਦ ਦੀ ਰੀਤ ਵੀ ਦਿੰਦੀ ਹੈ, ਕੰਪੋਜੀਸ਼ਨ ਵੀ ਦਿੰਦੀ ਹੈ, ਤਾਲ ਵੀ ਦਿੰਦੀ ਹੈ। ਪਰ ਗੁਰਮੁਖੀ ਦੇ ਅੱਖਰ ਪੜ੍ਹਦੇ ਆਉਂਦੇ ਹੋਣ, ਐਦੋਂ ਵਧੀਆ ਗ੍ਰੰਥ ਦੁਨੀਆ ਦਾ ਕੀ ਹੋਊਗਾ। ਸਾਡੇ ਆਪਣੇ ਅੱਖਰਾਂ ਵਿੱਚ, ਸਾਡੀ ਆਪਣੀ ਬੋਲੀ ਵਿੱਚ, ਸਾਡੇ ਆਪਣੇ ਸੰਗੀਤ ਵਿੱਚ। ਆਪਣਾ ਸੰਗੀਤ ਹੀ ਹੈ ਨਾ, ਆਪਣੇ ਰਾਗ ਨੇ, ਆਪਣੀਆਂ ਵਾਰਾਂ ਨੇ, ਛੰਤ ਨੇ, ਲਾਉਣੀਆਂ ਨੇ, ਆਪਣਾ ਹੀ ਹੈ ਸਾਰਾ ਕੁਝ। ਇਦੋਂ ਬਖਸ਼ਿਸ਼ ਗੁਰੂ ਕੀ ਕਰੇ। ਨਹੀਂ ਤੇ ਉਹ ਵੇਦ ਮੰਤਰ ਪੜ੍ਹਨੇ ਪੈਂਦੇ ਸੀ ਔਰ ਯਾਦ ਕਰਨੇ ਪੈਂਦੇ ਸੀ। ਪੰਡਤ ਜੀ ਕਿਸੇ ਨੂੰ ਪੜ੍ਹਨ ਨਹੀਂ ਸੀ ਦਿੰਦੇ, ਸਾਡੇ ਵਰਗਿਆਂ ਨੂੰ ਪੜ੍ਹਨ ਦਿੰਦੇ ਸੀ ਕੋਈ, ਜਿਹੜੇ ਆਪਣੇ। ਔਰ ਗੁਰੂ ਅਰਜਨ ਪਾਤਸ਼ਾਹ ਦੀ ਬਖਸ਼ਿਸ਼ ਕਿ ਕੋਈ ਵੀ ਸਿੱਖ ਉੱਠ ਕੇ ਗਾ ਸਕਦਾ। ਸਾਚੇ ਨਾਮ ਕੀ ਲਾਗੇ ਭੂਪ, ਉਤ ਭੂਖੇ ਖਾਏ ਚਲੀਏ ਦੁਖ ਮੇਰੀ ਮਾਏ ਸੋ ਕਿਉ ਵਿਸਰੇ ਮੇਰੀ ਮਾਏ ਸੋ ਕਿਉ ਵਿਸਰੇ ਮੇਰੀ ਮਾਏ ਸੋ ਕਿਉ ਵਿਸਰੇ ਸੋ ਕਿਉ ਵਿਸਰੇ ਮੇਰੀ ਮਾਏ ਮੇਰੀ ਮਾਏ। ਹੁਣੇ ਆਸਾ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ, ਬਬ ਕੀਆਂ ਸ਼ਹਿਰ ਸਤੂਰੇ ਰਣਮਾਨੂੰ ਕੱਚੇ ਬਬ ਕੀਆਂ। ਇਹ ਕਿੱਥੋਂ ਮੈਨੂੰ ਮਿਲਿਆ? ਇਸ ਕਿਤਾਬ ਵਿੱਚੋਂ, ਇਸ ਚੋਂ ਕੱਢੋ। ਟੁੰਡੇ ਸਰਾਜੇ ਕੀ ਦੁਨੀਆ ਥੱਲੇ ਪਹਿਰਾ ਲਿਖਿਆ ਹੋਇਆ। ਔਰ ਮੇਰਾ ਕੰਮ ਬੜਾ ਵਧੀਆ ਚੱਲਦਾ ਜਿੱਥੇ ਮੈਂ ਗਾ ਦਿੰਦਾ। ਕਿੱਥੋਂ ਅਕਲ ਆਈ? ਚੀਫ ਖਾਲਸਾ ਦੀਵਾਨ ਤੋਂ। ਪਰ ਭਾਸ਼ਾ ਵਿਭਾਗ ਨੇ ਵੀ 12 ਦੇ ਜੰਗਨਾਮਾ ਇਕੱਠੇ ਕੀਤੇ ਨੇ, ਉਹਦੇ ਵਿੱਚ ਵੀ ਹੈ। ਪਰ ਇਹ ਚੀਫ ਖਾਲਸਾ ਦੀਵਾਨ ਦੀ ਕੰਟਰੀਬਿਊਸ਼ਨ ਹੈ। ਅਬ ਕੇ ਸ਼ਹਿਰ ਸਤੂਰੇ ਰਣਮਾਨੂੰ ਕੱਚੇ ਹੰਸ ਤਨ ਵੱਡ ਸੂਰਮੇ ਵਿਚਰਨ ਮੈਂ ਕੱਚੇ ਫਤਿਹ ਪਾਈ ਇਸ ਰਾਜ ਨੇ ਦਿੱਤਾ ਕਰ। ਇਸ ਤਰ੍ਹਾਂ ਕਰਕੇ ਹੈ, ਮੈਨੂੰ ਜ਼ੁਬਾਨੀ ਲਾਈਨਾਂ ਭੁੱਲ ਗਈਆਂ। तो ये टूंडे सराजे की धुनी है। और ये पुरातन उसे दे उत्ते असीं की गाते हैं रागी सिंह। आखिरी जी पौड़ी है या दूसरिया ने, पर हुण बदल लिया उन्होंने। हुण जी गाते वड आपी ने शैली क्यों नहीं बई किधरों घट है तुहाडे धुरत नाल धमार नाल ख्याल नाल ठुमरी नाल। इस करके कि साडे आम रागी गाते हैं, इस करके कि मेरा फादर गाता है। ये कुछ चीज़ है नो, इस ते मान करना सीखो और सिखाओ अपने बच्चों नूं कि साडियां शैलियां ने। जिहड़ी तुसीं गल करदे हो कि जी पड़ताल बारे डिटेल विच गल करांगे। ये सारियां शैलियां जिहड़ियां ने गुरु साहब ने जिहड़ियां बाकी भी दित्तियां ने, उन्हां नूं भी आपां गाना है। कला शब्द रीत विच ही नहीं, बाकी शैलियां नूं भी गायन करना है। हाँ हुण आपां सवालों के उत्ते मैनूं टाइम बारे जरूर दस देना जी। लोगों ने संगत ने टीचर ने बसेस भी लैनियां ने, घर नूं भी जाना। मैं सारिਆਂ ਦਾ ਧੰਨਵਾਦ ਕਰਾਂਗਾ। जे प्रश्न काल कल नूं करना तो मैं कल नूं कर सकदा, जे अज करना तो अज कर लो। कल रखो, मैनू पता सी कि मैं बच जावांगा, सो बड़ी अच्छी गल है। पर यह है कि जे अज हो जाता तो मेरी कल नूं होर सौखी गल हो जानी सी, कल नूं भी अच्छी गल होई। कल नूं फिर मैं विच रागां दी गल शुरू करके नहीं जी, काफ़ी लंबा काम हो जाना ते काफ़ी लंबा है, वैसा सबनूं पता है। तो मैं फिर भी सारिਆਂ ਦਾ बहुत बहुत इस गल तो धन्नवादी हाँ। एक एक प्रश्न का उत्तर दिता जाएगा जी, ठीक है।
डिस्कशन होएगी पड़ताल बारे होए या दूसरी होए। और जिन्ना कुछ जिन्ने तुसी हुण सारे इत्थे बैठे हो, तुसी साडे परिवार दे मैंबर हो, गुरमत संगीत परिवार दे, और जो साडे कोल है तुहाडा है। और राग चाहे होण, चाहे शैलियां होण, चाहे साडा लिटरेचर होवे, वो कुछ कारणा करके पंजाबी यूनिवर्सिटी के पिछे जगदीप जी माइक संकट आ गया सी। तुहानूं पता है साडी यूनिवर्सिटी तो तनख्वाह नहीं सी मिलदियां, उस करके साडी यूनिवर्सिटी दी वैबसाइट्स भी बंद हो गई। तो वैबसाइट्स बंद होने दे नाल मैं उतों तुहानूं पता होना कि हुण रिटायर हो गया सी 2 साल 2.5 साल जिन्नी देर दास रहा। तो इस तो बाहरों सानूं साडे डोनर्स जिहड़े सी वो हैल्प करते सी और असीं वो सारा कुछ चलाते सी, पर वो सारा मटीरियल कायम है। तुहानूं अगर चाहिए होवे तुसीं आओ, यू आर मोस्ट वैलकम। तुसीं अपनी पेन ड्राइव या जो भी तुहाडा तो लैके आओ तो तुहानूं उत्थों मिल जूगा और तुहानूं बड़ा मान सत्कार नाल देणगे और लंगर तुहाडा मेरे वाल होएगा। सो जरूर तुसीं आउणा और ये सारा मटीरियल लैके खुद गाना भी, सीखना भी ते सिखाउणा भी। मैडम प्रभजोत कौर जी अगला प्रोग्राम दसणगे। वाहिगुरू जी का खालसा वाहिगुरू जी की फतेह। ਉਹਦੇ ਬਾਵਜੂਦ ਇੱਥੋਂ ਉੱਠਣ ਨੂੰ ਜੀ ਨਹੀਂ ਕੀਤਾ ਔਰ ਇਹਨਾਂ ਦੀਆਂ ਕੀ ਕਹਿ ਸਕਦਾ, ਮੇਰੇ ਪਾਸ ਸ਼ਬਦ ਨਹੀਂ ਮੈਂ ਇਹਨਾਂ ਦੇ ਬਾਰੇ ਕੁਝ ਕਹਿ ਸਕਾਂ, ਕਿਉਂਕਿ ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਹੈ ਇਹਨਾਂ ਤੇ, ਇਹਨਾਂ ਦੇ ਪਰਿਵਾਰ ਤੇ, ਔਰ ਸਾਡੇ ਅੱਜ ਤੋਂ 40-45 ਸਾਲ ਪਹਿਲਾਂ ਤੇ ਸਾਡੇ ਸੰਬੰਧ ਆ। ਔਰ ਜੋ ਇਹਨਾਂ ਨੇ ਇੱਥੇ ਸਾਨੂੰ ਸਮਾਂ ਦਿੱਤਾ ਉਹਦੇ ਲਈ ਵੀ कोई शब्द नहीं है। हाँ, अरदास है सारे टीचर, मैं बेनती करूँगा कि इन्हां दी चढ़ती कला लई जरूर अरदास करन कि सतगुर जो ये सेवा करते आ। तुसीं हैरान हो जाओगे कि चीफ खालसा दीवान ने जिहड़ा ये 1969 च ना अज दस्सिया, वो किताब भी असीं छापी आ, लेकिन साडे किसी मैंबर नूं पता ही नहीं कि चीफ खालसा दीवान का इन्ना वड्डा उद्यम आ। फिर उन्होंने दे उत्ते MPhil की हुए बच्चों ने, ये कोई छोटी गल नहीं गी, बहुत वड्डी गल आ। तो डॉक्टर साहब असीं ते कोई शब्द नहीं कहने तुहाडे बारे, अरदास ही करनी आ कि तुसीं इस तरह ही चढ़दी कला च रहो। दूसरी बेनती ये आ कि तुसीं बीबियां दी गल कीती आ, हुण महाराज दी किरपा बहुत सारे जथे कविशरी च भी आ गया, ढाडी च भी आ गया, कीर्तन च भी आ गया, और हौली हौली ये सतगुर बख्शिश जरूर करेगा और बीबियां इस खेतर नूं करनगियां, क्योंकि असल दे विच साडी माँ भैन साडे भविख दा वो सूचक आ। बहुत सारे बच्चे डॉक्टर साहब इस वेले नशे च गलतान होए फिरदे आ और उन्हां परिवारां दे आ जिन्हां परिवारां च बाणी नाल वो परिवार नहीं जुड़े। बिल्कुल ये सच गल कहण वाली आ। और जेकर वो बाणी नाल जुड़े हुंदे तो मैनू ये पूरी आस आ कि पंजाब की धरती ते नशे का कोई गल नहीं सी होनी। बिल्कुल तो खत्म असी नहीं कर सकते, लेकिन कोई 1-2% हुंदा ते गल कह सकते हाँ। असी भी आपका बचपन पिंडां च गुजारिया, लेकिन असी टुटे तां हाँ भी असी अपने धर्म नालों टुट गए। धर्म नाल जदों जुड़ांगे तो ये सारे मसले आटोमैटिकली अपने आप हल हो जाएंगे। प्रोफैसर सुभा सिंह ने बड़ी वधिया गल कही आ कि मेरे ना भी तजर्बा होया, किसी रागी जत्थे नूं बुलाउणा है तो 1 घंटे का कीर्तन करना है तो वह कहता मैं 75,000 तो घट नहीं लेना। मैं मुड़ के अपने विद्यार्थी लैके गया और संगत इन्ना आनंदित हुई। चीफ खालसा दीवान का गुरुद्वारा सिल्वर स्टेट च बनाया मैं, तकरीबन कोई 1200-1250 गज च उत्थे कीर्तन करना है। तो मैं हैरान हो गया वह सुन के, मैं कहा इन्नी तो कमाई सानू महीने च नहीं 6 महीनों च नहीं होंदी, तो रागी जत्थे नूं कित्थों देवांगे। तो तुसीं जिहड़ा ये आरंभ कीता कारज, तुसीं इत्थे आए जे, साडी बेनती मन्नी आ, बहुत बहुत धन्नवाद। मैं बकायदा सवेरे आपकी संगत च अरदास करूँगा कि तुहानूं चढ़दी कला बख्शिश करे महाराज, तुसीं इस तरह ही सेवा करते रहो। मैं सारे अध्यापकों भी बेनती करूँगा भी कल नूं वध तों वध गिनती विच आओ। इहो जिहा मौका नहीं जे मिलदा, ना कोई मिल के तो ये विचार दिंदा। हुण तुसीं आ जिहड़े प्रश्न कीते आ, इन्हां प्रश्नां दे कल ये उत्तर देने इन्हां ने, और होर भी तुहाडे अंदर जो कोई प्रश्न होणगे तो वो भी उत्तर देणगे। कल नूं वध तों वध गिनती विच आओ और आण के इन्हां तों सिखो। ये महान एक डिस्ट्रीब्यूशन कर रहे हैं अपने, सतगुर इन्हां दी रहमत करे
ਤੋਂ ਵੱਧ ਗਿਣਤੀ ਵਿੱਚ ਕੱਲ੍ਹ ਆਓਗੇ ਐਸੀ ਮੈਂ ਆਸ ਕਰਦਾ। ਔਰ ਮੈਂ ਧੰਨਵਾਦ ਵੀ ਕਰਦਾ ਇਹਨਾਂ ਦਾ, ਇਹਨਾਂ ਦੇ ਨਾਲ ਆਏ ਪੂਰੇ ਪਰਿਵਾਰ ਦਾ, ਜਿਹੜੇ ਇਹਨਾਂ ਦੀ ਫੈਮਿਲੀ ਸਮਝੋ, ਇਹ ਗੁਰਮਤ ਦੀ ਫੈਮਿਲੀ ਹੈ। ਉਹਨਾਂ ਦਾ ਸਾਡੇ ਮੈਂਬਰ ਸਾਹਿਬਾਨ ਉਹ ਕੁਝ ਉਹਨਾਂ ਦਾ ਕੋਈ ਬਹੁਤਾ ਇੰਟਰਸਟ ਨਹੀਂ, ਸਾਰਿਆਂ ਨੇ ਚਿੱਠੀਆਂ ਵੀ ਪਾਈਆਂ, ਟੈਲੀਫੋਨ ਵੀ ਕੀਤੇ, ਪਰ ਉਹ ਨਹੀਂ ਆਏ ਕਿਉਂਕਿ ਗੁਰਮਤ ਦੇ ਨਾਲ ਜੁੜਨਾ ਬੜਾ ਔਖਾ, ਸਤਾ ਦੇ ਨਾਲ ਜੁੜਨਾ ਸੌਖਾ। ਕੋਈ ਮਿਨਿਸਟਰ ਆਉਣਾ ਹੋਵੇ ਨਾ ਤੇ ਫਿਰ ਤਾਂ ਤੁਸੀਂ ਜਿੰਨੇ ਮਰਜ਼ੀ ਇਕੱਠੇ ਕਰ ਲਓ, ਇਹ ਨਹੀਂ ਕੋਈ ਗੱਲ ਹੈਗੀ। ਲੇਕਿਨ ਜੋ ਆਨੰਦ ਅੱਜ ਲਿਆ, ਬਿਲਕੁਲ ਮੈਂ ਤੁਹਾਨੂੰ ਕਲੀਅਰ ਦੱਸਦਾ ਵੀ ਇੰਝ ਲੱਗਦਾ ਹੈ ਵੀ ਜਿਸ ਤਰ੍ਹਾਂ ਅਸੀਂ ਗੁਰੂ ਦੇ ਦਰਬਾਰ 'ਚ ਬੈਠ ਕੇ ਅਧਿਆਤਮਕ ਮਾਹੌਲ ਵਿੱਚ ਬੈਠੇ ਹਾਂ। ਔਰ ਕਈ ਗੱਲਾਂ ਸਾਡੇ ਸ਼ੰਕੇ ਦੂਰ ਕੀਤੇ ਆ ਤੁਸੀਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਗੱਜ ਕੇ ਫਤਿਹ ਬੁਲਾਉਣੇ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਪ੍ਰੋਫੈਸਰ ਹਰੀ ਸਿੰਘ ਜੀ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਡਾਕਟਰ ਸਾਹਿਬ ਵੀ ਸਾਹਮਣੇ ਬੈਠੇ ਨੇ, ਕਿਉਂਕਿ ਜਿਸ ਤਰ੍ਹਾਂ ਨੇ ਗੱਲ ਕੀਤੀ ਕਿ ਅਸੀਂ ਸਿਲੇਬਸ ਦੇ ਵਿੱਚ ਇਹਨੂੰ ਇੰਟਰੋਡਿਊਸ ਕਰੀਏ, ਕਿਉਂਕਿ ਸਾਡੇ ਕੋਲ ਸਰ +1 +2 ਦੇ ਵਿੱਚ ਓਨਲੀ ਜਿਹੜਾ ਮਿਊਜ਼ਿਕ ਵੋਕਲ ਜਾਂ ਇੰਸਟਰੂਮੈਂਟਲ ਐਜ਼ ਅ ਸਬਜੈਕਟ ਹੈ, ਜਿਹਦੇ ਵਿੱਚ ਸਾਡੇ ਕੋਲ CBSE ਵੱਲੋਂ ਪ੍ਰਿਸਕ੍ਰਾਈਬ ਕੀਤਾ ਹੋਇਆ ਜਿਹੜਾ ਸਿਲੇਬਸ ਹੈ ਉਹਨੂੰ ਅਸੀਂ ਫੋਲੋ ਕਰਦੇ ਹਾਂ। ਠੀਕ ਹੈ, ਉਸ ਤੋਂ ਇਲਾਵਾ 9th 10th ਵਿੱਚ ਸਾਡੇ ਚੀਫ ਖਾਲਸਾ ਸਾਹਿਬ ਦੀਵਾਨ ਦੇ ਸਕੂਲਾਂ ਦੇ ਵਿੱਚ ਮਿਊਜ਼ਿਕ ਜਿਹੜਾ ਉਹ ਮਿਟ ਕੀਤਾ, ਉਹਨਾਂ ਨੂੰ ਦਿੱਤਾ ਨਹੀਂ ਜਾਂਦਾ ਉਹਨਾਂ ਦੇ ਸ਼ਡਿਊਲ 'ਚ। ਉਸ ਤੋਂ ਨੀਚੇ ਸਾਨੂੰ 8th ਤੱਕ ਜਿਹੜਾ ਐਜ਼ ਏ ਹੌਬੀ ਦਿੱਤਾ ਜਾਂਦਾ ਹੈ। तो जेकर प्रोफैसर साहब साडे जिहड़े धर्म प्रचार कमेटी के चेयरमैन ने और वो इस चीज़ नूं करन दे इंप्लीमेंट करन दे समर्थ ने, तो असी जे ये मतलब कोई सिलेबस पर्टिकुलर जिहड़ा असी बना लईए जिहदे जिस तरह सर ने कहा कि 31 रागां नूं असी 8th तक बच्चों नूं जिहड़ा लिआंदे थोड़ी जिहड़ी है नॉलेज दिंदे आइए तां जो जिहड़े बच्चे अगे आके, क्योंकि जिहड़े साडे कोल बच्चे आंदे वो बिल्कुल ही फ्रैशर हुंदे, उन्हां दे माइंड विच संगीत दा एक वर्ड भी जिहड़ा ना उन्हां ने न्यू हुंदा है। पहली तो गल कहांगा जे न्यू हुंदा है तां वी आर लकी, अगर पहला होवे तो पढ़ना बड़ा मुश्किल है। सानू बेसिक्स समझांदे ही एक साल जिहड़ा उन्हां नूं लग जांदा है। बहुत अच्छा समझाया है प्रोफेसर हरी सिंह जी ने। एक सुझाव मेरा पहला मन्निया है कि यतीम खाना दे विच बहुत सारे कीर्तनीय सी और इन्होंने गल कर भी लई है, उन्होंने सारे कीर्तनियों का एक बड़ा दस्तावेज तैयार हो सकता है। अजीत में मेरी 200 आर्टिकल्स की एक लड़ी छपी सी, वो चीफ खालसा दीवान का की कंट्रीब्यूशन है और यतीम खाना सेंट्रल यतीम खाना का 2 आर्टिकल छपे सी जी। तो दोवां दे विच डिटेल जी सारी दी हुई है, मैं जाके तुहानूं WhatsApp पर भेज भी देंगा। और अगे मेरी बेनती है कि आ भी 31 रागां वाला भी जरूर कर लो, अपने सिलेबस का हिस्सा बना के इन्हां विद्यार्थियों को। एक मैं बेनती करनी चाहांगा कि तुहानूं मैं एक ऑफर करदा कि धर्म प्रचार कमेटी जिहड़ी तुहाडी हैगी है चीफ खालसा दीवान दी, इहदे वल्लों गुरु काशी यूनिवर्सिटी वल्लों तुहानूं असीं सारे एक सर्टिफिकेट देंगे और सारे बच्चों का असीं 100 सवालों का एक जिहड़ा MCQ टेस्ट लवांगे, तुहानूं उहदा असीं किताबचा भी ऑनलाइन दे देंगे। तुसीं अपने बच्चों को जिन्ने म्यूजिक टीचर हो जितों भी आए हो, आपो अपने स्कूल दे विच तुसीं उन्हां दा एक टेस्ट करवा देना और यूनिवर्सिटी का सर्टिफिकेट असीं तुहानूं सारी वो देंगे और एक MOU निक्का जिहा साइन करना होएगा वाइस चांसलर गुरु काशी यूनिवर्सिटी नाल। उन्हां नूं मैं बेनती कह दांगा वो इत्थे आ जाणगे, कोई तुहाडे तो कुछ नहीं लिया जाएगा, कोई फीस नहीं, कोई कुछ नहीं, जस्ट ये सेवा है, ये कर सकते हो सुनील जी। तो ये असीं एक छोटी किताब बनाई है गुरमत संगीत के उत्ते, उदों पढ़ के तुसीं 100 सवालों के जवाब देने ने। आसा राग जिहड़ा है सोदर किस राग विच है, तो थल्ले 4 ऑप्शन होणगियां, तो कर देंगे टिक के आसा है जी। और इस तरह के नाल की गुरमत संगीत का बहुत बड़ा प्रचार होएगा और साडे बच्चों के विच असीं नैचुरल तरीके दे नाल कुछ उन्हां चों सानूं बच्चे मिल जाणगे, फिर असीं कंपीटीशन करा सकते हैं। जिहड़ी वर्कशॉप है तुसीं छोटे बच्चों की वर्कशॉप लाओ, साडे टीचर जिहड़े ने प्रपक ने, सलीम जी ने, प्रभजीत जी ने, होर भी साडे कोल बहुत सारे टीचर ने, उन्होंने जदों भी बुलाओगे और भेटा की कोई गल नहीं, भेटा वाली कोई गल नहीं, तुसीं उन्होंने आउण जाण दा किराया ते इज्जत मान सारी दिओ, ऑन ड्यूटी वो आ जाणगे, तुहाडे बच्चों को 31 राग सिखा देणगे। और मैनूं लगता है कि जिहड़ी भाई साहब ने गल कीती है कि बच्चों लई मैं चाहांगा, मैं अजकल बहुत सारी कंपोजिशन बच्चों की बना चुका, वो सारिया कंपोजिशन मैं तुहानूं भेजांगा तो तुहानूं सुरलिपि तो नहीं समझाउणियां, जिहड़ियां हुण गा के विचों जिहड़ियां रमज़ां समझाइयां ने। सो एक बारी आपां बैठ जाइए, वो सारिया कंपोजिशन तुसीं लै लो, या मैं जूम के उपर
ਇੱਕ ਦਿਨ ਦੀ ਕਲਾਸ ਰੱਖ ਲੈਣਾ ਜਿਹਦੇ ਵਿੱਚ ਅਸੀਂ ਉਹਨਾਂ ਕੰਪੋਜੀਸ਼ਨ ਬਾਰੇ ਗੱਲ ਕਰ ਲਈਏ, ਤੁਸੀਂ ਉਹਨੂੰ ਜੁਆਇਨ ਕਰ ਲੈਣਾ ਤੇ ਤੁਹਾਡਾ ਵੀ ਜਿਹੜਾ ਹੈ ਉਹ ਲਾਭ ਹੋ ਜਾਏਗਾ ਔਰ ਮੇਰਾ ਵੀ ਲਾਭ ਹੋ ਜਾਏਗਾ। ਇਹਨੂੰ ਅਸੀਂ ਇਸ ਤਰ੍ਹਾਂ ਕੰਮ ਨੂੰ ਕਰ ਸਕਦੇ ਹਾਂ। ਕੇਵਲ ਸੁਝਾਅ ਦੇ ਦੇਣ ਦੇ ਨਾਲ ਉਹ ਗੱਲ ਜਿਹੜੀ ਨਹੀਂ ਬਣਦੀ, ਆਪਾਂ ਉਹਨੂੰ ਕਿਰਿਆਤਮਕ ਰੂਪ ਵਿੱਚ ਉਹਨੂੰ ਸਰ ਕਰੀਏ। ਔਰ ਇਹ ਆਫਰ ਜਿਹੜੀ ਹੈ ਕਿ ਯੂਨੀਵਰਸਿਟੀ ਦਾ ਸਰਟੀਫਿਕੇਟ ਹਰ ਬੱਚੇ ਨੂੰ ਮਿਲੇਗਾ ਜਿਹੜਾ ਉਹਨੂੰ ਪਾਸ ਆਊਟ ਕਰੇਗਾ। ਔਰ ਫਿਰ ਇਹਨਾਂ ਨੇ ਅੱਗੇ ਇੱਕ ਸਰਟੀਫਿਕੇਟ ਕੋਰਸ ਪਲਾਨ ਕੀਤਾ ਹੈ, ਜਿਹੜਾ ਬੱਚਾ ਉਹ ਪਾਸ ਕਰ ਲੇਗਾ ਉਹ ਸਰਟੀਫਿਕੇਟ ਕੋਰਸ ਕਰ ਸਕਦਾ ਹੈ। ਔਰ ਮੈਂ ਚੀਫ ਖਾਲਸਾ ਦੀਵਾਨ ਨੂੰ ਕਹਾਂਗਾ ਕਿ ਇਹ ਕੋਰਸ ਤਾਂ ਉੱਥੋਂ ਕਰਵਾ ਲਓ, ਪਰ ਆਪਣੇ ਕੋਰਸ ਪਲਾਨ ਕਰ ਲਓ। ਆਪਣੇ ਕੋਰਸ ਚੀਫ ਖਾਲਸਾ ਦੀਵਾਨ ਕਰੇ, ਕਿਉਂ ਚੀਫ ਖਾਲਸਾ ਦੀਵਾਨ ਕਿਸੇ ਯੂਨੀਵਰਸਿਟੀ ਨਾਲੋਂ ਘੱਟ ਨਹੀਂ ਹੈਗਾ। ਔਰ ਅਗਰ ਇਹ ਐਸੇ ਕੋਰਸ ਪਲਾਨ ਕਰਦਾ ਹੈ ਤੇ ਉਹ ਸਾਰੀ ਦੁਨੀਆ ਦੇ ਵਿੱਚ ਆਨਲਾਈਨ ਬੈਠੇ ਹੋਏ ਲੋਕ ਤੁਹਾਡੇ ਕੋਰਸ ਕਰਨਗੇ, ਤੁਸੀਂ ਉਹਨਾਂ ਨੂੰ ਸਰਟੀਫਿਕੇਟ ਦੇ ਦੋਗੇ ਤੇ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਇਹ ਹੋਏਗੀ। ਸਾਡਾ ਤਾਂ ਮਕਸਦ ਹੈ ਅਸੀਂ ਸਾਰੀਆਂ ਸੰਸਥਾਵਾਂ ਨੂੰ ਹੀ ਸਸ਼ਕਤ ਕਰ ਰਹੇ ਹਾਂ, ਸਮਰੱਥ ਕਰ ਰਹੇ ਹਾਂ, ਸ਼ਕਤੀਸ਼ਾਲੀ ਕਰ ਰਹੇ ਹਾਂ ਤਾਂ ਕਿ ਸਾਰੇ ਹੀ ਗੁਰਮਤਿ ਸੰਗੀਤ ਦੇ ਪ੍ਰਚਾਰ ਵਿੱਚ ਆਪਣਾ ਯੋਗਦਾਨ ਪਾਉਣ। ਸੋ ਅੱਜ ਕਈ ਫੈਸਲੇ ਹੋਏ ਨੇ ਕਿ ਇੱਕ ਤਾਂ ਅਸੀਂ ਸਾਰੇ 31 ਰਾਗਾਂ ਵਿੱਚ ਕੀਰਤਨ ਕਰਾਂਗੇ। ਦੂਸਰੀ ਗੱਲ ਇਹ ਹੋਈ ਹੈ, ਕੁਝ ਫਾਇਦਾ ਤਾਂ ਹੋਇਆ ਨਾ ਕਿ ਅਸੀਂ ਜਿੱਥੇ ਵੀ ਕੀਰਤਨ ਹੋਏ ਉੱਥੇ ਕੀਰਤਨ ਕਰਾਂਗੇ। ਤੀਸਰਾ ਹੋਇਆ ਕਿ ਅਸੀਂ ਰਾਗ ਵਿੱਚ ਕੀਰਤਨ ਕਰਾਂਗੇ। ਚੌਥਾ ਇਹ ਹੋਇਆ ਕਿ ਅਸੀਂ ਕੀਰਤਨੀਆਂ ਨੂੰ ਵੀ ਕਹਾਂਗੇ ਕਿ ਉਹ ਰਾਗ ਵਿੱਚ ਕੀਰਤਨ ਕਰਨ। ਪੰਜਵਾਂ ਇਹ ਹੋਇਆ ਕਿ ਰਾਗੀਆਂ ਨੂੰ ਅਸੀਂ ਬੇਨਤੀ ਕਰਾਂਗੇ ਕਿ 31 ਰਾਗ ਸਿੱਖਣ ਔਰ ਰਾਗੀ ਅਖਵਾਣ ਤਾਂ ਹੀ ਕਾਬਲ ਹੋਣਗੇ ਜੇ 31 ਰਾਗਾਂ ਵਿੱਚ ਕੀਰਤਨ ਕਰਨਗੇ। ਪੰਜਵਾਂ ਇਹ ਹੋਇਆ ਕਿ ਬੀਬੀਆਂ ਜਿਹੜੀਆਂ ਨੇ ਵੱਧ ਤੋਂ ਵੱਧ ਕੀਰਤਨ ਕਰਨ ਔਰ ਵੱਧ ਤੋਂ ਵੱਧ ਕੀਰਤਨ ਕਰਕੇ ਵੱਧ ਤੋਂ ਜਥੇ ਬਣਾਉਣ और पार्टिसिपेशन ज़्यादा कर ताकि उनका एक बड़ा ग्रुप बन जाए। और मैं अकेला ही चला था जानबे मंजिल मगर लोग मिलते ही गए और कारवा बनता गया। ता कारवा बनना है जो परिक्रमा में 400-500 बीबियाँ जान गए कि सानू कीर्तन कराओ भाई, कीर्तन कराओ भाई। कौन नहीं कीर्तन कराओ है जी, रस्ता तुहानू दसता, सियाणे नूं इशारा ही बड़ा हुंदा है। सो अगे तुहाडी अपनी मर्जी है भाई। सो इस तरह के सारे काम करो। बच्चों वाला कंपटीशन जिहड़ा ਉਹ ਸਾਨੂੰ ਮਨਜ਼ੂਰ ਹੈ। ਜਦੋਂ ਵੀ ਕਹੋਗੇ ਬੋਲੇ ਸੋਨਿਆ। ਇਹ ਤੁਹਾਡੇ ਬ੍ਰੇਕਫਾਸਟ ਤੇ ਅਸੀਂ ਕਰਨੀ ਸੀ ਕਿ ਤੁਸੀਂ ਇੱਥੇ ਹੀ ਕਰਨ ਵਾਲਾ ਧਰਮ ਪ੍ਰਚਾਰ ਕਮੇਟੀ ਵੱਲੋਂ ਬਕਾਇਦਾ ਤੌਰ ਤੇ ਇਹ ਕੰਪੀਟੀਸ਼ਨ ਕਰਾਇਆ ਜਾਏਗਾ ਔਰ ਉਹਨਾਂ ਨੂੰ ਕੈਸ਼ ਪ੍ਰਾਈਜ਼ ਵੀ ਦਿੱਤਾ ਜਾਏਗਾ। ਵਾਹ ਵਾਹ ਵਾਹ, ਬਹੁਤ ਅੱਛਾ। ਸੋ ਡਾਕਟਰ ਐਸ ਕੇ ਬਾਵਾ ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ, ਜਾ ਕੇ ਮੈਂ ਰਾਈਟਿੰਗ ਭੇਜ ਦਾਂਗਾ ਉਹਨਾਂ ਨਾਲ ਮੀਟਿੰਗ। ਬਸ ਹਰੀ ਸਿੰਘ ਜੀ ਔਰ ਇਹਨਾਂ ਦੇ ਬਾਕੀ ਦੇ ਜਿਹੜੇ ਸਾਥੀ ਨੇ ਉਹ ਇੱਥੇ ਆਉਣਗੇ, ਵਿਜ਼ਿਟ ਕਰਨਗੇ, ਤੁਹਾਡੇ ਨਾਲ ਇੱਕ ਛੋਟਾ ਜਿਹਾ ਉਹ ਜਿਹੜਾ MOU ਹੈ ਕਰ ਦੇਣਗੇ ਇਸ ਨੂੰ, ਕਿਉਂਕਿ ਉਹਨਾਂ ਨੇ ਸਰਟੀਫਿਕੇਟ ਦੇਣਾ, ਉਹਨਾਂ ਨੇ ਵੀ ਆਪਣੀ ਕਮੇਟੀ ਤੋਂ ਪਾਸ ਕਰਾਉਣਾ ਹੁੰਦਾ। ਉਹ ਆਫਰ ਤੁਹਾਡੇ ਕੋਲ ਲੈ ਕੇ ਆਉਣਗੇ, ਉਹਨਾਂ ਨੂੰ ਤੁਸੀਂ ਅਟੈਂਡ ਕਰ ਲੈਣਾ ਜੀ। ਔਰ ਅਸੀਂ ਬਾਕੀ ਇਹ ਸਲੀਮ ਜੀ ਇਹਨਾਂ ਦੀ ਜ਼ਿੰਮੇਵਾਰੀ ਹੈ ਔਰ ਪ੍ਰਭਜੋਤ ਜੀ ਦੀ ਜ਼ਿੰਮੇਵਾਰੀ ਹੈ, ਹਰਦੇਵ ਜੀ, ਸਾਰੇ ਟੀਚਰ ਜਿਹੜੇ ਨੇ ਤੁਸੀਂ ਰਲ ਕੇ ਇਸ ਨੂੰ ਕਰੋ। ਥੈਂਕ ਯੂ ਵੈਰੀ ਮਚ ਜੀ। ਉਹਨਾਂ ਦੇਖੋ ਬੋਲਦਿਆਂ ਵਿੱਚ ਕਿਤੇ ਕੋਈ ਗਲਤੀ ਵੀ ਹੋ ਜਾਂਦੀ ਹੈ ਤਾਂ ਭੁੱਲਾਂ ਚੁੱਕਾਂ ਦੀ ਖਿਮਾ। मैं किसी की शान के खिलाफ कोई शब्द निकल गया हो या कोई कोताही हो गई हो तो मैं खिमा का जाचक कल समय जरूर तुसी समय का जरूर ध्यान रखना। देखो मैं बड़ी मुश्किल नाल आया, मैं 4 दिन पहले हॉस्पिटलाइज सी खुद, और फिर भी मेरी कमिटमेंट सी तुहाडे नाल, मैं ना भी कर सकता सी, बड़ा अच्छा बहाना सी, पर वैसे फेस करके कि गुरमति संगीत की गल करनी है तो मेरी तुसी इस गल की कदर करना और इन टाइम आना, क्योंकि असीं इन टाइम वापस जाना है। वाहिगुरू जी का खालसा, वाहिगुरू जी की फतेह।